ਵਰਿਆਮ ਸਿੰਘ ਸੰਧੂ ਦੀ ਕਹਾਣੀ ਸੁਨਹਿਰੀ ਕਿਣਕਾ। ਪਾਟੀ ਬੁੱਕਲ ਵਿੱਚ ਰੁੱਖ ਛਾਂਗਣ ਵਾਲਾ ਪੁਰਾਣਾ ਖੁੰਡਾ ਦਾਤਰ ਲਈ ਉਹ ਰੋਜ਼ ਕਿਸੇ ਨਾ ਕਿਸੇ ਹਮਦਰਦ ਅੱਗੇ ਜਾ ਸਵਾਲ ਪਾਉਂਦਾ ਕਿ ਉਹਦੇ ਉੱਤੋਂ ਦਾਤਰ ਲੈ ਕੇ ਉਹਦੀ ਧੌਣ 'ਤੇ ਮਾਰੇ ਅਤੇ ਇੱਕੋ ਹੀ ਟੱਪ ਨਾਲ ਉਹਨੂੰ ਪਾਰ ਬੁਲਾਵੇ। ਅਗਲਾ ਹੱਸ ਕੇ ਗੱਲ ਟਾਲ ਦਿੰਦਾ, ਫੌਜੀਆ ਇਹ ਜਰਮ ਅਮੋਲਕ ਹੀਰਾ ਸਬੱਬ ਨਾਲ ਹੱਥ ਲੱਗਿਆ। ਕਮਲਿਆ ਰੱਬ ਤੇਰੀਆਂ ਲੰਮੀਆਂ ਉਮਰਾਂ ਕਰੇ, ਅਤੇ ਉਂਝ ਵੀ ਐਸ ਦਾਤ ਨਾਲ ਤਾਂ ਤੈਨੂੰ ਕੋਈ ਸਾਰੀ ਉਮਰ ਵੱਢਦਾ ਰਹੇਗਾ, ਭਾਵੇਂ ਤੇਰੀ ਧੌਣ ਨੂੰ ਕੋਈ ਖਤਰਾ ਥੋੜ੍ਹਾ। ਅਤੇ ਫੌਜੂ ਜਿਹਨੇ ਚਾਦਰ ਲਾ ਕੇ ਧਰਤ 'ਤੇ ਰੱਖੀ ਹੁੰਦੀ ਸੀ, ਗਲਮੇ ਦੇ ਬਟਨ ਖੋਲ੍ਹੇ ਹੁੰਦੇ ਸਨ ਅਤੇ ਸੱਪ ਵਾਂਗ ਧੌਣ ਸਿੱਧੀ ਕੀਤੀ ਹੁੰਦੀ ਸੀ ਤਾਂ ਕਿ ਟੱਪ ਵੱਜਦਿਆਂ ਪੈਂਦੀ ਸੱਟੇ ਹੀ ਉਹਦੀ ਧੌਣ ਧੜ ਨਾਲੋਂ ਅੱਡ ਹੋ ਜਾਏ ਅਤੇ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਪੇਸ਼ ਨਾ ਆਏ। ਅਗਲੇ ਦੀਆਂ ਅੱਖਾਂ 'ਚ ਅੱਧਾ ਤਰਲੇ ਨਾਲ ਅਤੇ ਅੱਧਾ ਗੁੱਸੇ ਨਾਲ ਵੇਖਦਾ। ਉਹ ਢੂਈ ਮਾਰ ਮਲਕ ਹੀਰੇ ਦੀ, ਤੂੰ ਵੀ ਨੇਕੀ ਦਾ ਕੰਮ ਕਰ ਲਾ ਖਾਂ। ਫਿਰ ਤੂੰ ਪੁੱਛ ਨੇਕੀ ਦਾ ਕਿਉਂ? ਤੂੰ ਦੱਸ, ਮੇਰਾ ਜਿਉਣ ਦਾ ਕੋਈ ਹੱਜ ਆ? ਆਪੇ ਤੁਸੀਂ ਸਾਰਾ ਮੁੱਲ ਖਾਂਦੇ ਜੇ, ਇਹਦੇ ਨਾਲੋਂ ਤਾਂ ਮਰ ਜੇ ਤਾਂ ਚੰਗਾ, ਅਤੇ ਫਿਰ ਮਾਰਦੇ ਵੀ ਨਹੀਂ। ਵੇਖ ਲਾ ਤੂੰ ਇਸ ਜੱਗ 'ਚ ਮੇਰੇ ਕੰਮ ਆਏਗਾ ਸੋਹਣਿਆ। ਮੈਂ ਅਗਲੇ 'ਚ ਤੇਰਾ ਕੁਝ ਸਵਾਰ ਦੂੰ। ਬੰਦੇ ਨੂੰ ਬੰਦੇ ਗੋਚਰੀ 100 ਲੋੜ ਰਹਿੰਦੀ ਹੈ। ਗਲੀ ਦਾ ਕੱਖ ਵੀ ਬਾਜੇ ਵੇਲੇ ਕੰਮ ਆ ਜਾਂਦਾ। ਤੂੰ ਪੁੱਛ ਕਿਉਂ? ਇੰਝ ਉਹਦਾ ਰਿਕਾਰਡ ਛੇਤੀ ਖਤਮ ਹੋਣ ਵਿੱਚ ਨਾ ਆਉਂਦਾ ਅਤੇ ਅਗਲਾ ਬਿਨਾਂ ਕਿਸੇ ਸ਼ਿਸ਼ਟਾਚਾਰ ਦੀ ਪਰਵਾਹ ਕੀਤਿਆਂ ਉਹਨੂੰ ਉੱਥੇ ਉਂਝ ਹੀ ਬੈਠਾ ਛੱਡ ਕੇ ਤੁਰ ਪੈਂਦਾ ਅਤੇ ਜਾਂ ਉਹਨੂੰ ਉੱਥੋਂ ਉੱਠ ਕੇ ਤੁਰ ਜਾਣ ਲਈ ਨਿਰਸੰਕੋਚ ਹੋ ਕੇ ਕਹਿ ਦਿੰਦਾ, ਜਾ ਭਾਈਆ ਗਲੋਂ ਲੱਥ, ਨਾਲੇ ਮੈਨੂੰ ਜ਼ਰੂਰ ਫਾਹੇ ਲਵਾਉਣਾ ਹੀ। ਪਹਿਲੇ ਕੁਝ ਦਿਨ ਉਹਨੂੰ ਆਪਣੇ ਯਤਨਾਂ 'ਚੋਂ ਸਫਲਤਾ ਨਾ ਮਿਲਣ ਕਰਕੇ ਉਹਦੇ ਪੁਰਾਣੇ ਯਾਰ ਭਾਈ ਮਿਲਖੇ ਨੇ ਕਿਹਾ ਸੀ, ਫੌਜਿਆ ਅੱਜ ਕੱਲ੍ਹ ਭਾਊ ਪੈਸੇ ਦਾ ਜ਼ਮਾਨਾ ਹੈ, ਪੈਸਾ ਬੜੀਆਂ ਬੜੀਆਂ ਖੂਬੀਆਂ ਕੱਢ ਦਿੰਦਾ ਹੈ। ਕਿਸੇ ਨੂੰ ਵੱਡੀ ਚੀਰਾ ਦੇ, ਪੈਸੇ ਮੱਥੇ ਮਾਰ, ਤੇਰਾ ਕੰਮ ਹੋਇਆ ਲੈ। ਅਗਲੇਰੇ ਦਿਨ ਫੌਜੂ ਪਤਾ ਨਹੀਂ ਕਿੱਧਰੋਂ ਮੁੜੇ ਤੁੜੇ ਮੈਲੇ ਕੁਚੈਲੇ 10 ਦੇ 3 ਨੋਟ ਲੈ ਆਇਆ ਅਤੇ ਮਿਲਖੇ ਨੂੰ ਦੇ ਕੇ ਕਹਿਣ ਲੱਗਾ, ਆ ਲੈ 30 ਰੁਪਈਏ, ਮੈਂ ਤੈਨੂੰ 60 ਦਊਂ। ਤੂੰ ਪੁੱਛ ਹੁਣ 30 ਕਿਉਂ? ਆਹ 30 ਤਾਂ ਹੋਏ ਦਾਤਰ ਮਾਰਨ ਦੇ, ਅਤੇ ਜਦੋਂ ਵੱਜ ਗਿਆ 30 ਉਸੇ ਵੇਲੇ ਨਕਦੋ ਨਕਦ ਲਵੀਂ। ਮਿਲਖਾ ਕਹਿੰਦਾ ਸੀ ਉਹਨੂੰ ਸਾਰੀ ਰਕਮ ਪੇਸ਼ਗੀ ਚਾਹੀਦੀ ਸੀ, ਅਤੇ ਫੌਜੂ ਕਹਿੰਦਾ ਸੀ ਨਾ ਭਾਊ ਓਏ, ਇੱਕ ਦੰਤ ਨਹੀਂ ਹੋਣਾ। ਤੂੰ ਪੁੱਛ ਕਿਉਂ? ਤੂੰ ਪਿੱਛੋਂ ਧੋਖਾ ਕਰ ਜੇ, ਮੈਂ ਤੇਰਾ ਕੀ ਪੁੱਟ ਲੂੰ। ਆਪਣੇ ਨਾਲ ਧੋਖਾ ਹੋ ਜਾਣ ਤੋਂ ਇਸ ਕਰਕੇ ਵੀ ਡਰਦਾ ਸੀ ਕਿਉਂਕਿ ਜ਼ਿੰਦਗੀ 'ਚ ਉਸ ਨਾਲ ਹੋਏ ਧੋਖਿਆਂ ਦਾ ਇੱਕ ਇਤਿਹਾਸ ਉਹ ਅਤੇ ਉਹਦੇ ਆਲੇ ਦੁਆਲੇ ਦੇ ਲੋਕ ਗਿਣ ਕੇ ਸੁਣਾ ਸਕਦੇ ਸਨ। ਜਦੋਂ ਅਜੇ ਉਹਦੀ ਮਾਨਸਿਕ ਹਾਲਤ ਅਸਾਵੀਂ ਨਹੀਂ ਸੀ, ਉਹ ਉਦੋਂ ਆਪਣੇ ਨਾਲ ਹੋਏ ਸਭ ਤੋਂ ਪਹਿਲੇ ਧੋਖੇ, ਜਿਹਨੂੰ ਉਹ ਧੱਕਾ ਕਿਹਾ ਕਰਦਾ ਸੀ, ਦਾ ਜ਼ਿਕਰ ਕਰਦਾ। ਪਹਿਲਾ ਧੱਕਾ ਤਾਂ ਸਾਡੇ ਨਾਲ ਮਹਾਰਾਜ ਨੇ ਕੀਤਾ। ਤੂੰ ਪੁੱਛ ਕਿਉਂ? ਜਿਹਨੇ ਸਾਨੂੰ ਨੰਗ ਜੱਟਾਂ ਦੇ ਘਰ ਜੰਮਤਾ, ਜਿਨ੍ਹਾਂ ਦੀ ਨਾ ਜ਼ਮੀਨ ਨਾ ਜਾਇਦਾਦ, ਜਿਹੜੀ ਹੈ ਵੀ ਸੀ ਉਹ ਵੀ ਸਾਰੀ ਕੱਲਰ ਬੰਜਰ, ਅਤੇ ਜੇ ਚੰਗੀ ਬਣੀ ਵੀ ਤਾਂ ਅਗਲੇ ਢੂਈ ਕੁੱਟ ਗਏ। ਜੰਮਣਾ ਹੀ ਸੀ ਤਾਂ ਕਿਸੇ ਗੁਲਗੁਲੇ ਵਰਗੇ ਲਾਲੇ ਦੇ ਘਰ ਜੰਮਦੇ। ਤੂੰ ਪੁੱਛ ਕਿਉਂ? ਲਾਲੇ ਦੇ ਘਰ ਜੰਮਦੇ, ਕੋਠੀਆਂ 'ਚ ਰਹਿੰਦੇ, ਪਦਾਰਥ ਮੇਵੇ ਛਕਦੇ, ਫਿਰ ਉਹ ਮੁੱਛਾਂ 'ਚ ਖਚਰਾ ਜਿਹਾ ਹੱਸਦਾ, ਗੁਲਗੁਲੇ ਵਰਗੇ ਲਾਲੇ ਦੇ ਘਰ ਜੰਮਦੇ, ਗੁਲਗੁਲੇ ਵਰਗੀ ਜਨਾਨੀ ਮਿਲਦੀ। ਇੰਝ ਜੰਮਣ ਸਾਰ ਹੋਏ ਧੋਖੇ ਤੋਂ ਤਾਂ ਕਈ ਵਾਰ ਇੰਝ ਲੱਗਦਾ ਜਿਵੇਂ ਉਹਦਾ ਜੰਮਣਾ ਹੀ ਇੱਕ ਗਲਤੀ ਸੀ, ਪਰ ਫਿਰ ਵੀ ਉਹ ਇਹ ਗਲਤੀ ਹੰਢਾਉਂਦਾ ਆਇਆ ਸੀ, ਜਿਉਂਦਾ ਆਇਆ ਸੀ, ਅਤੇ 60-65 ਸਾਲ ਦੀ ਉਮਰ 'ਚ ਆ ਕੇ ਹੁਣ ਉਹਨੂੰ ਖਬਰ ਨਹੀਂ ਕੀ ਹੋ ਗਿਆ ਸੀ, ਉਹ ਮਰਨ ਲਈ ਕਾਹਲਾ ਪੈ ਰਿਹਾ ਸੀ। ਇਹ ਹੀਰਾ ਅਮੋਲਕ ਜਨਮ ਉਹਨੂੰ ਨਿਰਰਥਕ ਜਾਪਣ ਲੱਗ ਪਿਆ ਸੀ। ਉਹ ਅੱਤ ਦਾ ਹੈਰਾਨ ਵੀ ਹੁੰਦਾ ਸੀ ਕਿ ਜਦੋਂ ਉਹਦਾ ਜਨਮ ਲੈਣਾ ਹੀ ਠੀਕ ਨਹੀਂ ਸੀ ਤਾਂ ਇੰਨੀ ਲੰਮੀ ਝੂਠ ਵਰਗੀ ਜ਼ਿੰਦਗੀ ਉਹ ਕਿਵੇਂ ਜੀ ਆਇਆ ਸੀ, ਅਤੇ ਉਹ ਸੋਚਦਾ ਰਹਿੰਦਾ ਉਹਦੇ ਜੰਮਣ ਖੁਣੋਂ ਕੀ ਥੋੜ੍ਹਿਆ ਪਿਆ ਸੀ। ਜੇ ਭਲਾ ਉਹ ਨਾ ਵੀ ਜੰਮਦਾ ਤਾਂ ਸੰਸਾਰ 'ਚ ਭਲਾ ਕਿਹੜੀ ਗੱਲ ਹੋਣੋਂ ਰਹਿ ਜਾਣੀ ਸੀ। ਅਤੇ ਚਲੋ ਜੇ ਉਹ ਗਲਤੀ ਨਾਲ ਜਾਂ ਕੁਦਰਤੀ ਮੌਕਾ ਮਿਲ ਜਾਣ 'ਤੇ ਜੰਮ ਹੀ ਪਿਆ ਸੀ ਤਾਂ ਇੰਨੀ ਜ਼ਿੰਦਗੀ ਜਿਉਂ ਕਿ ਉਹਨੇ ਕਿਹੜਾ ਪਹਾੜ ਢਾਹ ਦਿੱਤਾ ਸੀ। ਅਤੇ ਜੇ ਹੁਣ ਉਹ ਭਲਾ ਮਰ ਵੀ ਜਾਏ ਤਾਂ ਕਿਹੜੇ ਮੇਲੇ ਲੱਗਣੋਂ ਹਟ ਜਾਣਗੇ। ਅਤੇ ਇਹ ਜ਼ਿੰਦਗੀ ਸੀ ਵੀ ਕੀ, ਇਸ ਵਿੱਚ ਕੀ ਧਰਿਆ ਪਿਆ ਸੀ? ਇਸ ਨਾਲੋਂ ਤਾਂ ਮਰ ਹੀ ਜਾਵੇ ਤਾਂ ਚੰਗਾ।
ਅਖੀਰ ਉਹਨੇ ਮਰਨ ਦਾ ਫੈਸਲਾ ਕਰ ਹੀ ਲਿਆ ਸੀ। ਹਾਂ, ਉਹ ਮਰ ਜਾਏਗਾ, ਪਰ ਮਰੇ ਕਿਵੇਂ? ਭਾਵੇਂ ਆਤਮਘਾਤ ਕਰਨ ਦੇ ਅਨੇਕਾਂ ਨਵੇਂ ਢੰਗ ਈਜਾਦ ਹੋ ਗਏ ਸਨ, ਪਰ ਪਤਾ ਨਹੀਂ ਕਿਉਂ ਉਹ ਆਤਮਘਾਤ ਕਰਨ ਤੋਂ ਤ੍ਰਹਿੰਦਾ ਸੀ। ਪਹਿਲੇ ਦਿਨ ਹੀ ਉਹ ਆਪ ਹੀ ਦਾਤਰ ਲੈ ਕੇ ਆਪਣੇ ਆਪ ਨੂੰ ਝਟਕਾਉਣ ਦਾ ਇਰਾਦਾ ਕਰ ਲਿਆ। ਬੂਹਾ ਢੋ ਕੇ ਹਿੰਮਤ ਕਰਕੇ ਉਹਨੇ ਦਾਤਰ ਆਪਣੀ ਧੌਣ ਨਾਲ ਛੁਆਇਆ। ਉਹਨੂੰ ਜਲੂਣ ਜਿਹੀ ਹੋਈ। ਫਿਰ ਉਹਨੇ ਦਾਤਰ ਦੀ ਖੁੰਡੀ ਧਾਰ ਦੇ 3 ਵਾਰ ਆਪਣੇ ਹੱਥ ਦੇ ਪੋਲੇ ਪੋਲੇ ਕਰਕੇ ਵੇਖੇ। ਫਿਰ ਜਿਵੇਂ ਉਹਨੇ ਇਰਾਦਾ ਬਦਲ ਲਿਆ। ਆਪਣੇ ਆਪ ਨੂੰ ਮਾਰਨਾ ਡਾਢਾ ਔਖਾ ਕੰਮ ਸੀ। ਕੋਈ ਹੋਰ ਜੇ ਇੱਕੋ ਹੀ ਟੱਪ ਨਾਲ ਉਹਨੂੰ ਮਾਰ ਦੇ ਤਾਂ ਬਿਹਤਰ ਰਹੇਗਾ। ਉਸ ਦਿਨ ਤੋਂ ਦਰ-ਦਰ 'ਤੇ ਜ਼ਿੰਦਗੀ ਦੀ ਥਾਂ ਮੌਤ ਦੀ ਭੀਖ ਮੰਗਦਾ ਫਿਰਦਾ ਸੀ, ਪਰ ਹਰ ਦੁਆਰੇ ਤੋਂ ਉਸ ਨੂੰ ਨਿਰਾਸ਼ਾ ਦਾ ਮੂੰਹ ਹੀ ਵੇਖਣਾ ਪੈਂਦਾ। ਲੋਕੀ ਉਹਦੀ ਮੂਰਖਤਾ 'ਤੇ ਹੱਸਦੇ ਤੇ ਕੁਝ ਉਹਦੀ ਯਤਾਮਤ 'ਤੇ ਤਰਸ ਖਾਂਦੇ। ਉਹ ਨਿਰਾਸ਼ਾ ਵਿੱਚ ਲੰਮਾ ਹੌਕਾ ਭਰਦਾ, ਹੇ ਰੱਬਾ, ਤੂੰ ਬੜਾ ਲਾਪਰਵਾਹ ਹੈ। ਬੇਪਰਵਾਹ ਦੀ ਥਾਂ ਉਹ ਸਦਾ ਰੱਬ ਨੂੰ ਲਾਪਰਵਾਹ ਹੀ ਆਖਦਾ ਸੀ। ਤੇਰੀ ਦਰਗਾਹ 'ਚ ਕੋਈ ਨਸਾਫ ਨਹੀਂ, ਤੂੰ ਵੀ ਤਗੜਿਆਂ ਦਾ ਹੈ। ਕਿਤੇ ਮਾਤੜ ਦੇ ਆਵੇਂ ਬਸ ਤੂੰ ਪੁੱਛ ਕਿਉਂ? ਸਾਨੂੰ ਜੋ ਇੰਨਾ ਸਤਾਇਆ ਹੀ, ਲੰਮਾ ਪਾ ਲੇ ਤੈਨੂੰ ਵਾਹਣਾਂ 'ਚ ਤੇ ਡਹਿ ਪਏ ਡਾਂਗੀ। ਉਹ ਤੁਰਿਆ ਜਾਂਦਾ, ਸਾਰੀ ਜ਼ਿੰਦਗੀ 'ਤੇ ਤੈਰ ਜਾਂਦਾ। ਜਿਹੜੀ ਜ਼ਿੰਦਗੀ ਹੁਣ ਉਹਨੂੰ ਬੋਝ ਲੱਗਦੀ ਸੀ, ਨਰਕ ਲੱਗਦੀ ਸੀ, ਤੇ ਜਿਹੜੀ ਜ਼ਿੰਦਗੀ ਦੇ ਉਹ ਇੰਨੇ ਸਾਲ ਗੁਜ਼ਾਰ ਗਿਆ ਸੀ ਕਿ ਉਹਨੂੰ ਪਲਾਂ ਛਿਨਾਂ ਦੀ ਗੱਲ ਲੱਗਦੀ ਸੀ। ਅਕਸਰ ਕੁਝ ਤਾਂ ਹੋਏਗਾ ਹੀ ਜ਼ਿੰਦਗੀ ਵਿੱਚ, ਨਹੀਂ ਤਾਂ ਇੰਨਾ ਲੰਮਾ ਸਮਾਂ ਉਹ ਕਿਵੇਂ ਜੀ ਸਕਦਾ ਸੀ। ਉਹ ਮੁੱਢੋਂ ਮੁੱਢੋਂ ਵੇਖਦਾ। ਮਦਰਸੇ ਵਿੱਚ ਮੌਲਵੀ ਅਬਦੁਲ ਗਨੀ ਦੀ ਕੁੱਟ ਉਹਦੇ ਲਈ ਪਹਿਲਾ ਨਰਕ ਸੀ, ਤੇ ਮਦਰਸੇ ਨਾਲ ਉਹਦੀ ਯਾਰੀ ਬਹੁਤੀ ਦੇਰ ਨਾ ਨਿਭੀ। ਉਹ ਡੰਗਰਾਂ ਪਿੱਛੇ ਪਿਓ ਦੇ ਕਹਿਣ ਅਨੁਸਾਰ ਮਾਲ ਅਫਸਰ ਲੱਗ ਗਿਆ। ਉਹਦਾ ਵੱਡਾ ਭਰਾ ਪ੍ਰੀਤੂ ਪਹਿਲਾਂ ਹੀ ਪਿਓ ਨਾਲ ਵਾਹੀ ਵਿੱਚ ਪੂਰਾ ਹੱਥ ਵਟਾਉਂਦਾ ਸੀ। ਇੰਜ ਮਾਂ ਪਿਓ ਦੇ ਪਿਆਰ ਦੀ ਛਾਂ ਵਿੱਚ ਪਲਦੇ, ਯਾਰਾਂ ਨਾਲ ਡੰਗਰਾਂ ਪਿੱਛੇ ਹੇਕਾਂ ਲਾਉਂਦੇ, ਪਿੰਡ ਦੀ ਵੱਡੀ ਢਾਬ ਵਿੱਚ ਡੰਗਰ ਵਾੜ ਕੇ ਗਰਮੀਆਂ ਦੀਆਂ ਸਾਰੀਆਂ ਦੁਪਹਿਰਾਂ ਨਹਾਉਂਦੇ, ਤਾਰੀਆਂ ਲਾਉਂਦੇ, ਪਿੰਡੋਂ ਕਈ ਮੀਲ ਦੂਰ ਮੇਲੇ ਤੇ ਛਿੰਝਾਂ ਵੇਖਣ ਜਾਂਦੇ, ਸਿਆਲ ਦੀਆਂ ਰਾਤਾਂ ਵਿੱਚ ਨਾਚਿਆਂ ਦੇ ਗਾਉਣ ਸੁਣਦੇ ਤੇ ਪਿੰਡ ਦੇ ਸਾਵਿਆਂ ਵਿੱਚ ਕੌਡੀ ਖੇਡਦੇ। ਫੌਜੂ ਦੇ ਉਹਨਾਂ ਦਿਨਾਂ ਦੀ ਯਾਦ ਉਹਨੂੰ ਹੁਣ ਬਰਫ਼ ਵਾਂਗ ਜੰਮੀ ਜ਼ਿੰਦਗੀ ਵਿੱਚ ਕੋਸੀ ਧੁੱਪ ਵਾਂਗ ਲੱਗਣ ਲੱਗ ਜਾਂਦੀ ਤੇ ਉਹਦੀਆਂ ਨਾੜਾਂ 'ਚ ਖੂਨ ਪੰਘਰ ਪੈਂਦਾ। ਉਹ ਦਿਨ ਸੱਚੀ ਉਹਦੇ ਅੰਦਰ ਇੱਕ ਅਲਕ ਵਛੇਰੇ ਵਾਲੀ ਫੁਰਤੀ ਸੀ। ਭਾਵੇਂ ਉਸ 'ਤੇ ਕੋਈ ਅੱਲੋਕਾਰ ਜਵਾਨੀ ਨਹੀਂ ਸੀ ਆਈ, ਪਰ ਫਿਰ ਵੀ ਉਹ ਹੱਡਾਂ ਪੈਰਾਂ ਦਾ ਮੋਕਲਾ ਤੇ ਆਪਣੀ ਹਾਣੀਆਂ ਤੋਂ ਸਿਰ ਕੱਢਦਾ ਸੀ। ਲਵੇਰਾ ਹਰ ਵੇਲੇ ਰਹਿੰਦਾ ਸੀ। ਦੁੱਧ ਘਿਓ ਖਾਣ ਨੂੰ ਮਿਲ ਜਾਂਦਾ ਸੀ। ਉਂਝ ਵੀ ਮੱਝਾਂ ਚਾਰਨ ਦਾ ਕੰਮ ਉਹਦੇ ਜਿੰਮੇ ਹੋਣ ਕਰਕੇ ਧਾਰਾਂ ਉਹੀ ਕੱਢਦਾ ਤੇ ਕਈ ਵਾਰ ਦੂਜਿਆਂ ਦੇ ਹਿੱਸੇ ਦਾ ਵੀ ਉਹੀ ਛਕ ਜਾਂਦਾ। ਉਹਦੇ ਜਿਸਮ ਦਾ ਤਾਣ ਉਹਦੇ ਅੰਦਰ ਉਸਲ ਵੱਟੇ ਭੰਨਦਾ ਰਹਿੰਦਾ। ਉਹਦੇ ਬਦਨ 'ਚ ਚੰਗਿਆੜੇ ਫੁੱਟਦੇ ਰਹਿੰਦੇ। ਉਹਦਾ ਦਿਲ ਕਰਦਾ ਜ਼ੈਲਦਾਰਾਂ ਦੇ ਨਿਆਈਆਂ ਵਾਲੇ ਖੂਹ ਉਤਲੇ ਸੰਘਣੇ ਬੋੜ ਵਾਂਗ ਸਾਰੇ ਪਿੰਡ 'ਤੇ ਫੈਲ ਜਾਏ ਤੇ ਉਹਨੂੰ ਆਪਣੀ ਛਾਂ ਨਾਲ ਢੱਕ ਲਵੇ। ਤੇ ਇੱਕ ਦਿਨ ਪਿੰਡ ਦੀ ਰੌੜ ਵਿੱਚ ਰੱਸਾ ਖਿੱਚ ਰਹੇ ਮੁੰਡਿਆਂ ਦੀ ਕਤਾਰ ਵਿੱਚ ਉਹ ਵੀ ਜਾ ਖਲੋਤਾ। ਕੱਦ ਦਾ ਵੱਡਾ ਤੇ ਸਰੀਰ ਦਾ ਤਕੜਾ ਹੋਣ ਕਰਕੇ ਉਹਨੂੰ ਸਭ ਤੋਂ ਅੱਗੇ ਬੇਟੀ ਪਾਇਆ ਗਿਆ। ਰੱਸਾ ਖਿੱਚਣ ਸਮੇਂ ਉਹ ਆਪਣੇ ਪਾਸੇ ਟੇਢਾ ਹੋ ਕੇ ਤਣ ਗਿਆ। ਰੱਸਾ ਉਹਦੇ ਮੋਢਿਆਂ ਤੋਂ ਵਲ ਕੇ ਪਾਇਆ ਸੀ ਤੇ ਉਹਨੂੰ ਅਹਿਸਾਸ ਸੀ ਜੇ ਰੱਸਾ ਖਿੱਚਿਆ ਗਿਆ ਤਾਂ ਬੇਂਡੀ ਲੱਗਾ ਹੋਣ ਕਰਕੇ ਤੇ ਪਹਿਲੇ ਦਿਨ ਆਇਆ ਹੋਣ ਕਰਕੇ ਉਹਦੀ ਡਾਢੀ ਨਮੋਸ਼ੀ ਹੋਣੀ ਸੀ। ਜਦੋਂ ਆਪਣੇ ਦੁਆਲੇ ਵਾਲੇ ਰੱਸੇ ਸਮੇਤ ਉਹਨੂੰ ਪਹਿਲਾ ਹੁਜਕਾ ਵੱਜਾ ਤਾਂ ਉਹਦੇ ਜੰਮੇ ਹੋਏ ਪੈਰ ਇੱਕ ਪਲ ਲਈ ਉਖੜੇ। ਉਹਨੂੰ ਲੱਗਾ ਵਿਰੋਧੀ ਧਿਰ ਹੁਣੀ ਉਹਦੀ ਟੋਲੀ ਨੂੰ ਖਿੱਚ ਕੇ ਲੈ ਜਾਏਗੀ ਤੇ ਉਹਦੇ ਮੱਥੇ ਨਮੋਸ਼ੀ ਦੀ ਕਾਲਖ ਮਲੀ ਜਾਏਗੀ। ਦੂਜੇ ਛਿਣ ਉਹਨੇ ਧਰਤੀ 'ਚ ਪੈਰ ਗੱਡ ਲਏ। ਰੱਸਾ ਤਣ ਗਿਆ। ਵਿਰੋਧੀ ਟੋਲੀ ਵੱਲ ਤਕੜੇ ਮੁੰਡੇ ਸਨ। ਰੱਸਾ ਰੁੜਦਾ ਜਾਂਦਾ ਜਿਵੇਂ ਫੌਜੇ ਦੇ ਤਾਣ ਨਾਲ ਠੱਲਿਆ ਗਿਆ ਸੀ। ਵੇਖਣ ਵਾਲਿਆਂ ਨੇ ਰੌਲਾ ਚੁੱਕ ਲਿਆ, ਤਕੜਾ ਹੋ ਜਾ ਫੌਜਿਆ, ਹੁਣ ਅੱਗੇ ਨੂੰ ਲਾ ਜ਼ੋਰ। ਰਤਾ ਨੀਵੇਂ ਹੋ ਕੇ ਬੱਲੇ ਤਕੜੇ ਹੋ ਜੋ। ਤੇ ਫੌਜੇ ਦੇ ਹੱਥਾਂ ਵਿੱਚੋਂ ਅੱਗ ਨਿਕਲ ਰਹੀ ਸੀ। ਤਲੀਆਂ ਸਨ ਜਿਵੇਂ ਬਲ ਉੱਠਣਗੀਆਂ। ਪਸੀਨੋ ਪਸੀਨੀ, ਅੱਖਾਂ ਵਿੱਚ ਗਹਿਰ, ਦਿਮਾਗ ਜਿਵੇਂ ਸੁੰਨ ਹੋ ਗਿਆ ਹੋਵੇ। ਫੌਜੇ ਨੂੰ ਲੱਗਾ ਉਹ ਇਹ ਕੀ ਪੰਗਾ ਲੈ ਬੈਠਾ ਸੀ।
ਪਰ ਉਹਨੇ ਸੁਣਿਆ ਉਸਦੇ ਸਾਂ-ਸਾਂ ਕਰਦੇ ਕੰਨਾਂ ਵਿੱਚ ਚੁਫੇਰੇ ਖੜੋਤੀ ਭੀੜ ਦੇ ਬੋਲ ਗੂੰਜ ਰਹੇ ਸਨ। ਵੇਖੀ ਫੌਜੀਆ, ਮਰ ਨਾ ਜਾਈਂ, ਲਾ ਦੇ ਜ਼ੋਰ। ਉਸ ਹੁਜਕਾ ਮਾਰਿਆ। ਰੱਸਾ ਉਹਨਾਂ ਵੱਲ ਉੱਲਰ ਆਇਆ। ਉਸ ਛੇਤੀ ਨਾਲ ਪੈਰ ਚੁੱਕ ਕੇ ਅੱਗੇ ਟਕਾ ਲਏ ਤੇ ਪਹਾੜ ਵਾਂਗ ਖੜੋ ਗਿਆ। ਸ਼ਾਬਾਸ਼ ਏ, ਜਿਉਂਦਾ ਰਹੋ। ਉਹਨੂੰ ਮਹਿਸੂਸ ਹੋਇਆ ਉਹਨੇ ਚੁੱਕ ਕੇ ਜੋ ਪੈਰ ਧਰਤੀ 'ਚ ਗੱਡੇ ਸਨ, ਉਸ ਅੰਦਰ ਚਾਅ ਤੇ ਜ਼ਿੰਦਗੀ ਦਾ ਸੁਨੇਹਾ ਲੈ ਆਏ ਸਨ। ਉਸ ਖੁਸ਼ਕ ਹੋਏ ਸੰਗ ਨਾਲ ਆਪਣੇ ਸਾਥੀਆਂ ਨੂੰ ਲਲਕਾਰਿਆ। 1 2 3। ਉਹ ਝੋਕੇ ਮਾਰਦੇ ਜਾਂਦੇ ਸਨ ਤੇ ਰੱਸਾ ਉਹਨਾਂ ਵੱਲ ਖਿਸਕਦਾ ਆਉਂਦਾ ਸੀ। ਫੌਜਾ ਪੈਰ ਚੁੱਕਦਾ ਤੇ ਧਰਤੀ ਵਿੱਚ ਫਸਾ ਲੈਂਦਾ ਸੀ। ਹਰ ਕਦਮ ਮਰ ਜਾਣ ਵਰਗੀ ਫਿਟਕਾਰ ਤੋਂ ਉਹਨੂੰ ਬਚਾ ਰਿਹਾ ਸੀ, ਜ਼ਿੰਦਗੀ ਬਖਸ਼ ਰਿਹਾ ਸੀ। 3 4 5 ਤੇ ਫੌਜੇ ਦੀ ਅਗਵਾਈ 'ਚ ਉਹਦੀ ਟੋਲੀ ਆਵਾਜ਼ਾਂ ਦੇ ਸ਼ੋਰ ਵਿੱਚ ਰੱਸਾ ਖਿੱਚਦੀ ਹੋ ਗਈ ਤੇ ਉਸ ਦਿਨ ਉਹ ਜਿਵੇਂ ਸਾਰੇ ਪਿੰਡ 'ਤੇ ਛਾ ਗਿਆ ਸੀ। ਫੌਜਾ ਤੇ ਸਹੁਰਾ ਗੋਹ ਵਾਂਗੂ ਪੈਰ ਅੜਾ ਲੈਂਦਾ ਜ਼ਮੀਨ 'ਚ, ਕੋਈ ਕਹਿ ਰਿਹਾ ਸੀ। ਉਸ ਦਿਨ ਤੋਂ ਪਿੱਛੋਂ ਰੋਜ਼ ਰੱਸਾ ਖਿੱਚਦਾ ਉਹਦੀ ਬੱਲੇ ਬੱਲੇ ਹੋ ਗਈ ਸੀ। ਉਹਨਾਂ ਦੀ ਟੋਲੀ ਮੇਲਿਆਂ 'ਤੇ ਰੱਸਾ ਖਿੱਚਦੀ ਤੇ ਬਹੁਤੀ ਵਾਰ ਜਿੱਤ ਕੇ ਮੁੜਦੀ ਤੇ ਫੌਜਾ ਆਪਣੀ ਟੋਲੀ ਦਾ ਮੋਹਰੀ ਹੁੰਦਾ। ਜਦੋਂ ਜਿੱਤ ਕੇ ਮੁੜਦੇ ਤਾਂ ਪਿੰਡ ਦੀ ਪਰੇ ਵਿੱਚ ਉਹਨਾਂ ਦੀਆਂ ਗੱਲਾਂ ਹੁੰਦੀਆਂ। ਆਮ ਤੋਂ ਖਾਸ ਬਣੇ ਫੌਜੇ ਨੂੰ ਆਪਣੇ ਬਾਰੇ ਹੁੰਦੀਆਂ ਗੱਲਾਂ ਸੋਹਣੀਆਂ ਲੱਗਦੀਆਂ। ਖੂਹ 'ਤੇ ਪਾਣੀ ਭਰਨ ਆਈਆਂ ਕੁੜੀਆਂ ਉਹਨੂੰ ਵੇਖ ਕੇ ਉਹਨੂੰ ਸੁਣਾ ਕੇ ਗੱਲਾਂ ਕਰਦੀਆਂ। ਸ਼ਰਮ ਵਿੱਚ ਸੂਹਾ ਹੋਇਆ ਉਹ ਅੱਖਾਂ ਭਾਵੇਂ ਧਰਤੀ 'ਤੇ ਗੱਡੀ ਰੱਖਦਾ, ਪਰ ਨਜ਼ਰ ਉਹਦੀ ਅਸਮਾਨ ਵਿੱਚ ਤਰਦੀ ਹੁੰਦੀ। ਉਹਨੂੰ ਸਾਰਾ ਕੁਝ ਸੋਹਣਾ ਸੋਹਣਾ ਲੱਗਣ ਲੱਗ ਪਿਆ ਸੀ। ਚੱਲਦੀਆਂ ਹਵਾਵਾਂ ਉਹਦੇ ਪਿੰਡੇ ਨਾਲ ਕੁਤਕੁਤਾਰੀਆਂ ਕਰਦੀਆਂ। ਸਾਰਾ ਜਹਾਨ ਉਹਦੇ ਸਾਹਮਣੇ ਪਿਆ ਸੀ ਕਲਾਵੇ ਵਿੱਚ ਭਰ ਲੈਣ ਲਈ। ਸਾਰਾ ਪਿੰਡ ਤੇ ਉਸ ਵਿੱਚ ਰਹਿੰਦੇ ਲੋਕ ਉਹਨੂੰ ਚੰਗੇ ਚੰਗੇ ਲੱਗਣ ਲੱਗ ਪਏ ਸਨ। ਪਿੰਡ ਦਾ ਤਖਤਪੋਸ਼, ਜਿਸ 'ਤੇ ਤਾਸ਼, 12 ਟਾਹਣੂ, ਖੱਡੀ ਖੱਡਾ ਖੇਡਦੇ ਲੋਕ ਹੁੰਦੇ, ਹਾਸਿਆਂ ਦੀਆਂ ਵਾਛੜਾਂ ਖਲੇਰਦੇ। ਅੱਧੇ ਪਿੰਡ ਦੁਆਲੇ ਫੈਲੀ ਡੂੰਘੀ ਢਾਬ, ਜਿਸ ਵਿੱਚ ਸਾਰੇ ਪਿੰਡ ਦੇ ਡੰਗਰਾਂ ਵਾਂਗ ਰੱਜ ਕੇ ਵੜੀਆਂ ਉਹਦੀਆਂ ਮੱਝਾਂ ਸਿਰ ਤੱਕ ਪਿੰਡਾ ਡੁਬਾਈ ਸ਼ੂਕਦੀਆਂ ਰਹਿੰਦੀਆਂ। ਉਹਨਾਂ ਨੂੰ ਮਲ ਮਲ ਨਹਾਉਂਦਾ ਰਹਿੰਦਾ। ਢਾਬ ਕੰਢੇ ਉੱਚੀ ਰੂੜੀ 'ਤੇ ਲੱਗਦਾ ਵਿਸਾਖੀ ਦਾ ਮੇਲਾ, ਜਿੱਥੇ ਰਾਗੀ ਢਾਡੀ ਤੇ ਕਵੀਸ਼ਰ ਦੀਵਾਨ ਲਾਉਂਦੇ। ਆਲੇ ਦੁਆਲੇ ਦੇ ਪਿੰਡਾਂ 'ਚੋਂ ਗੁਰਾਈ ਕਰਕੇ ਜਿੱਥੇ ਲੰਗਰ ਵਿੱਚ ਸਿਰਫ ਦੁੱਧ ਦੀ ਖੀਰ ਰਿੱਝਦੀ ਤੇ ਆਏ ਲੋਕਾਂ ਵਿੱਚ ਰੱਜਵੀਂ ਵਰਤਾਈ ਜਾਂਦੀ, ਜਿੱਥੇ ਉਹ ਯਾਰਾਂ ਦੀ ਟੋਲੀ ਨਾਲ ਰਲ ਕੇ ਪਕੌੜੇ ਤੇ ਜਲੇਬੀਆਂ ਖਾਂਦਾ। ਉਹਦੇ ਸਾਹਮਣੇ ਜ਼ਿੰਦਗੀ ਸੁਨਹਿਰੀ ਕਿਣਕਿਆਂ ਵਾਂਗ ਖਿਲਰੀ ਪਈ ਸੀ ਤੇ ਉਹ ਜਿਵੇਂ ਪੋਟਿਆਂ ਨਾਲ ਇੱਕ ਇੱਕ ਕਰਕੇ ਇਹ ਕਿਣਕੇ ਚੁਗ ਰਿਹਾ ਸੀ। ਝੋਲੀ ਭਰੀ ਜਾ ਰਹੀ ਸੀ, ਆਪੇ ਤੋਂ ਬਾਹਰ ਹੋ ਰਿਹਾ ਸੀ। ਉਹਦੀ ਰੂਹ ਸਰਸ਼ਾਰ ਹੋਈ ਪਈ ਸੀ। ਇਹ ਜਨਮ ਉਹਦੇ ਲਈ ਅਮੋਲਕ ਹੀਰੇ ਵਾਂਗ ਸੀ, ਹੀਰਾ ਜੋ ਹਰ ਚੜ੍ਹਦੇ ਦਿਨ ਨਾਲ ਚਮਕ ਰਿਹਾ ਸੀ, ਵੱਧ, ਹੋਰ ਵੱਧ। ਇਹ ਦਿਨ ਸਨ ਬਿਨ ਖੰਭਾਂ ਤੋਂ ਉੱਡਦਾ ਫੌਜੂ ਜਿਵੇਂ ਸਾਰੇ ਆਕਾਸ਼ ਵਿੱਚ ਪਸਰਦਾ ਜਾ ਰਿਹਾ ਸੀ। ਤੇ ਕੋਈ ਹੈਰਾਨੀ ਦੀ ਗੱਲ ਨਹੀਂ, ਇਹੋ ਹੀ ਦਿਨ ਸਨ ਜਦੋਂ ਉਹਦਾ ਬੁੱਢਾ ਪਿਓ ਨਿਸਬਤਨ ਸੁੰਗੜਦਾ ਜਾ ਰਿਹਾ ਸੀ। ਚਿਹਰੇ 'ਤੇ ਝੁਰੜੀਆਂ ਵੱਧਦੀਆਂ ਤੇ ਲੱਕ ਕੁੱਬਾ ਹੁੰਦਾ ਜਾ ਰਿਹਾ ਸੀ। ਫੌਜੂ ਤੋਂ ਵੱਡਾ ਭਰਾ ਪ੍ਰੀਤੂ ਵਾਹੀ ਵਿੱਚ ਭਾਵੇਂ ਪਿਓ ਦੀ ਭਰਵੀਂ ਮਦਦ ਕਰ ਰਿਹਾ ਸੀ, ਪਰ ਸਾਰੇ ਰਿਸ਼ਤਿਆਂ ਤੇ ਜ਼ਿੰਮੇਵਾਰੀਆਂ ਦਾ ਭਾਰ ਤਾਂ ਉਹਦੀ ਪਿੱਠ 'ਤੇ ਸੀ। ਲੈਣ ਦੇਣ ਦਾ ਸਾਰੇ ਫਿਕਰ ਤਾਂ ਉਸੇ ਨੂੰ ਹੀ ਸਨ ਜਿਹਦੇ ਸਿਰ 'ਤੇ ਕਰਜ਼ੇ ਦਾ ਭਾਰ ਸੀ, ਜਿਹਦੀ ਬੰਜਰ ਜ਼ਮੀਨ ਪਾਣੀ ਦੀ ਬੂੰਦ ਨੂੰ ਤਰਸਦੀ ਰਹਿੰਦੀ ਸੀ ਤੇ ਜਿਹਦੇ ਆਪਣੇ ਪਿਆਸੇ ਬੁੱਲ੍ਹਾਂ 'ਤੇ ਸਿੱਕਰੀ ਜੰਮੀ ਰਹਿੰਦੀ ਸੀ। ਉਹਦੇ ਹੋਠ ਵੀ ਜਿਵੇਂ ਸੁੱਖ ਦੇ ਪਾਣੀ ਦੀ ਇੱਕ ਇੱਕ ਬੂੰਦ ਨੂੰ ਤਰਸ ਰਹੇ ਸਨ। ਤੇ ਇੱਕ ਦਿਨ ਉਸ 'ਤੇ ਕਿਸੇ ਹਾਣੀ ਨੇ ਉਹਨੂੰ ਆਖਿਆ, ਸੁਰਜਨ ਸਿਆਂ, ਤੂੰ ਭਾਊ ਸਾਰੀ ਉਮਰ ਫਾਂਟਾਂ ਭਨਾਉਣ ਦਾ ਠੇਕਾ ਲਿਆ। ਛੋਟੇ ਫੌਜੂ ਨੂੰ ਲਾ ਖਾਂ ਹਲ ਪਿੱਛੇ, ਐਵੇਂ ਵਿਹਲਾ ਟੀਟਣੇ ਮਾਰਦਾ ਫਿਰਦਾ। ਦੋਵੇਂ ਭਰਾ ਰਲ ਕੇ ਕੰਮ ਕਰਨ। ਜੇ ਤੈਥੋਂ ਨਹੀਂ ਜੋ ਰਿਹਾ ਜਾਂਦਾ ਤੂੰ ਮਾਲ ਡੰਗਰ ਛੱਡ ਲਿਆ ਕਰ। ਗੱਲ ਉਹਦੇ ਮਨ ਲੱਗੀ ਸੀ। ਉਸ ਤੋਂ ਹੋਰ ਇਸ ਰੁੱਖੀ ਵਾਹੀ ਨਾਲ ਨਿਭਿਆ ਨਹੀਂ ਸੀ ਜਾਂਦਾ। ਉਸ ਬਥੇਰਾ ਚਾਹਿਆ ਸੀ ਔਖਾ ਸੌਖਾ ਹੋ ਕੇ 4 ਮਣ ਦਾਣੇ ਵੱਧ ਕੱਢ ਕੇ ਕਿਧਰੇ ਆਪਣੇ ਖੇਤਾਂ ਵਿੱਚ ਆਪਣਾ ਹੀ ਖੂਹ ਲਵਾ ਲਵੇ, ਇੱਕ ਅੱਧਾ ਪੱਕਾ ਕੋਠਾ ਛੱਤ ਲਵੇ। ਸ਼ਰੀਕੇ ਵਿੱਚ ਇਹ ਅਹਿਸਾਸ ਪੈਦਾ ਕਰ ਲਏ ਕਿ ਉਹਨਾਂ ਦਾ ਘਰ ਖਾਂਦੇ ਪੀਂਦੇ ਜੱਟਾਂ ਦਾ ਘਰ ਹੈ।
ਕੋਈ ਮੁੰਡਾ ਵਿਆਹ ਲਵੇ, ਸੁਰਖਰੂ ਹੋ ਜਾਵੇ, ਪਰ ਇਹ ਸਭ ਕੁਝ ਨਹੀਂ ਸੀ ਹੋ ਸਕਿਆ। ਦੋਹਾਂ 'ਚੋਂ ਅਜੇ ਕਿਸੇ ਮੁੰਡੇ ਨੂੰ ਸਾਕ ਨਹੀਂ ਸੀ ਹੋਇਆ। ਉਹ ਆਪਣੇ ਖੇਤਾਂ ਵਿੱਚ ਆਪਣਾ ਖੂਹ ਨਹੀਂ ਸੀ ਲਵਾ ਸਕਿਆ, ਕੋਈ ਪੱਕਾ ਕੋਠਾ ਨਹੀਂ ਸੀ ਛੱਤ ਸਕਿਆ, ਅਤੇ ਨਾ ਹੀ ਲੋਕਾਂ ਵਿੱਚ ਖਾਂਦੇ ਪੀਂਦੇ ਜੱਟ ਹੋਣ ਦਾ ਅਹਿਸਾਸ ਪੈਦਾ ਕਰ ਸਕਿਆ ਸੀ ਕਿ ਉਹ ਥੱਕ ਗਿਆ ਸੀ। ਉਸ ਤੋਂ ਹੁਣ ਹੋਰ ਹਲ ਦੀ ਜੰਗੀ ਨਹੀਂ ਸੀ ਫੜੀ ਜਾਂਦੀ, ਅਤੇ ਉਸ ਹਾਰ ਹੁੱਟ ਕੇ ਵਾਹੀ ਦਾ ਪਾਟਾ ਢੋਲ ਪ੍ਰੀਤੂ ਅਤੇ ਫੌਜੂ ਦੋਹਾਂ ਭਰਾਵਾਂ ਦੇ ਗਲ ਪਾ ਦਿੱਤਾ ਸੀ। ਪ੍ਰੀਤੂ ਦਾ ਪਹਿਲਾਂ ਹੀ ਇਹ ਬੇਸੁਰਾ ਪਾਟਾ ਢੋਲ ਕੁੱਟ ਰਿਹਾ ਸੀ, ਹੁਣ ਫੌਜੂ ਦੀ ਵਾਰੀ ਸੀ। ਫੌਜੇ ਲਈ ਇਹ ਬੇਸੁਰੀ ਠੱਕ ਠੱਕ ਡਾਢੀ ਤੰਗ ਕਰ ਦੇਣ ਵਾਲੀ ਸੀ। ਆਪਣੀ ਵਾਰੀ 'ਤੇ ਤਾਰਿਆਂ ਦੇ ਛਾਵੇਂ ਤੜਕੇ ਪੈਰ ਜਦੋਂ ਉਹਨੂੰ ਹਲਾਂ ਮਗਰ ਤੁਰਨਾ ਪੈਂਦਾ ਤਾਂ ਉਹਦੇ ਮਨ ਨੂੰ ਡਾਢੀ ਅਚਵੀ ਹੁੰਦੀ। ਜਦੋਂ ਉਹਦਾ ਪਿਓ ਉਹਦੀ ਵਾਰੀ 'ਤੇ ਉਹਨੂੰ ਹਲਾਂ ਵਾਸਤੇ ਉੱਠਣ ਲਈ ਆਵਾਜ਼ ਮਾਰਦਾ ਤਾਂ ਨੀਂਦਰ ਵਿੱਚ ਘੂਕ ਸੁੱਤੇ ਫੌਜੇ ਨੂੰ ਉਸ 'ਤੇ ਡਾਢੀ ਖਿਝ ਆਉਂਦੀ। ਉਹ ਪਾਸਾ ਮੋੜ ਕੇ ਫੇਰ ਲੇਟ ਜਾਂਦਾ ਅਤੇ ਉੱਤੇ ਲਈ ਚਾਦਰ ਘੁੱਟ ਲੈਂਦਾ। ਬੁੱਢਾ ਫੇਰ ਹਲੂਣਦਾ, ਕੰਜਰ ਦਿਓ, ਕਿਉਂ ਭੁੱਖੇ ਮਰਨ ਦੀ ਸਲਾਹ ਜੇ? ਬਥੇਰਾ ਚਿਰ ਫਿਰ ਲਿਆ, ਵਿਹਲਾ, ਹੁਣ ਆਪਣਾ ਭਾਰ ਆਪ ਚੁੱਕੋ। ਜਿਹੜਾ ਜੱਟ ਇਸ ਵੇਲੇ ਤੱਕ ਸੁੱਤਾ ਰਹੂ, ਉਹਦੇ ਘਰ ਭੰਗ ਨਾ ਭੁੱਜੂ ਤਾਂ ਹੋਰ ਕੀ ਹੋਊ। ਚੰਗਾ ਪਿਆ ਰਹੋ, ਮੈਨੂੰ ਕੀ। ਫੌਜੇ ਦੀਆਂ ਅੱਖਾਂ ਵਿੱਚ ਭਾਵੇਂ ਨੀਂਦਰ ਰੜਕ ਰਹੀ ਹੁੰਦੀ, ਪਰ ਬੁੱਢੇ ਦੀਆਂ ਗਾਲਾਂ ਦੇ ਡਰੋਂ ਉੱਠ ਬੈਠਦਾ। ਅਲਸਾਏ ਅੰਗਾਂ ਨੂੰ ਆਕੜ ਲੈ ਕੇ ਸਿੱਧਾ ਕਰਦਾ, ਬਲਦਾਂ ਨੂੰ ਪੰਜਾਲੀ ਦੇ ਕੇ ਉਖੜੇ ਪੈਰੀਂ ਖੇਤਾਂ ਨੂੰ ਹੋ ਤੁਰਦਾ। ਠੰਡੀ ਠੰਡੀ ਹਵਾ ਉਹਦੇ ਸਰੀਰ ਨੂੰ ਛੂਹ ਕੇ ਲੰਘਦੀ, ਪਰ ਇਹ ਹਵਾ ਉਹਦੇ ਪਿੰਡੇ ਨੂੰ ਹੁਣ ਕੁਤਕੁਤਾਰੀਆਂ ਨਹੀਂ ਸੀ ਕਰਦੀ। ਉਹਦਾ ਅੰਦਰ ਨੀਂਦ ਅਤੇ ਖਿਝ ਨਾਲ ਭਰਿਆ ਹੁੰਦਾ। ਪਿੰਡੋਂ ਬਾਹਰ ਨਿਕਲ ਕੇ ਪਹੇ ਪੈਂਦਿਆਂ ਕਦੀ ਕਦੀ ਕੋਈ ਹੋਰ ਹਾਲੀ ਮਿਲ ਜਾਂਦਾ। ਉਹ ਗੱਲਾਂ ਕਰਦੇ ਤੁਰੇ ਜਾਂਦੇ, ਉਹਨਾਂ ਦੇ ਬਲਦਾਂ ਦੀਆਂ ਟੱਲੀਆਂ ਟੁਣਕਦੀਆਂ, ਪਰ ਕਿਸੇ ਸ਼ਾਇਰ ਦੀ ਕਲਪਨਾ ਵਾਂਗ ਇਹ ਟੱਲੀਆਂ ਉਹਦੇ ਕੰਨਾਂ ਵਿੱਚ ਸ਼ਾਇਦ ਨਹੀਂ ਸਨ ਘੋਲਦੀਆਂ। ਹਲ ਜੁੱਪਦਾ, ਸਿਆੜ ਨਿਕਲਦੇ ਆਉਂਦੇ, ਅਤੇ ਫੌਜਾ ਪਾਟ ਦੀ ਲਾਲੀ ਵਿੱਚ ਜਦੋਂ ਆਪਣੇ ਕੱਢੇ ਸਿੱਧੇ ਸਿਆੜਾਂ ਨੂੰ ਵੇਖਦਾ ਤਾਂ ਉਹਦੀਆਂ ਅੱਖਾਂ ਵਿੱਚ ਵੀ ਲਾਲੀ ਭਰ ਜਾਂਦੀ। ਉਹਨੂੰ ਇੱਕ ਨਸ਼ਾ ਜਿਹਾ ਆ ਜਾਂਦਾ। ਤੜਕੇ ਦੀ ਖਿਝ ਤੇ ਗੁੱਸਾ ਜਿਵੇਂ ਕਿਧਰੇ ਕਫੂਰ ਹੋ ਗਿਆ ਹੁੰਦਾ। ਉਹਦਾ ਦਿਲ ਹੁੰਦਾ ਵੱਡੇ ਭਰਾ ਜਾਂ ਪਿਓ ਦੇ ਖੇਤਾਂ ਵਿੱਚ ਰੋਟੀ ਲੈ ਕੇ ਆਉਂਦਿਆਂ ਤੱਕ ਉਹ ਜਿੰਨੀ ਜ਼ਿਆਦਾ ਅਤੇ ਜਿੰਨੀ ਸੋਹਣੀ ਜ਼ਮੀਨ ਵਾਹ ਲਏਗਾ, ਓਨੀ ਉਸ ਲਈ ਮਾਣ ਅਤੇ ਤਸੱਲੀ ਦੀ ਗੱਲ ਹੋਏਗੀ। ਉਂਝ ਵੀ ਤਾਂ ਇਸ ਧਰਤੀ ਨਾਲ ਜੁੜਿਆ ਮੋਹ ਪਾਇਆ ਹੀ ਉਹਦਾ ਕਲਿਆਣ ਹੋਣਾ ਸੀ। ਇਸ ਧਰਤੀ ਨਾਲ ਹੀ ਉਹਦੇ ਪਰਿਵਾਰ ਦੀ ਕਿਸਮਤ ਜੁੜੀ ਸੀ। ਉਹਦੇ ਯਾਰਾਂ ਨਾਲ ਰਲ ਕੇ ਹੱਸਣ ਖੇਡਣ ਦੇ ਦਿਨ ਹੌਲੀ ਹੌਲੀ ਲੰਘਦੇ ਜਾਂਦੇ ਸਨ। ਦਿਨੋਂ ਦਿਨ ਕੰਮ ਉਹਦੇ ਸਿਰ 'ਤੇ ਸਵਾਰ ਹੋ ਰਿਹਾ ਸੀ। ਹਲ ਵਾਹੁੰਦਿਆਂ ਖੁੱਚਾਂ ਟੁੱਟ ਜਾਂਦੀਆਂ। ਜਿਸ ਦਿਨ ਹਲ ਨਾ ਵਾਹੁਣਾ ਹੁੰਦਾ, ਉਸ ਦਿਨ 8-10 ਥਾਂ ਡੰਗਰਾਂ ਨੂੰ ਹੌਲੀ ਹੌਲੀ ਹੱਥ ਦੇ ਟੋਕੇ ਨਾਲ ਪੱਠੇ ਕੁਤਰ ਕੇ ਪਾਉਣੇ। ਇੰਝ ਉਹਨੂੰ ਕਦੀ ਕਦੀ ਰੌੜ ਵਿੱਚ ਰੱਸਾ ਖਿੱਚਣ ਜਾਣ ਦਾ ਮੌਕਾ ਮਿਲਦਾ। ਹੁਣ ਉਹਦੀਆਂ ਨਾੜਾਂ ਵਿੱਚ ਪਹਿਲਾਂ ਵਾਂਗ ਖੂਨ ਬੁੜਕ ਬੁੜਕ ਨਹੀਂ ਸੀ ਪੈਂਦਾ। ਹੁਣ ਉਹ ਬਿਨਾਂ ਖੰਭਾਂ ਤੋਂ ਆਕਾਸ਼ ਵਿੱਚ ਉੱਡਿਆ ਨਹੀਂ ਸੀ ਫਿਰਦਾ। ਹਾਂ, ਜਦੋਂ ਆਪਣੇ ਹੱਥੀਂ ਬੀਜੀ ਫਸਲ ਨੂੰ ਤੱਕਦਾ ਤਾਂ ਉਹਨੂੰ ਇੱਕ ਹੁਲਾਰਾ ਮਿਲਦਾ। ਇੰਨੀ ਔਖਿਆਈ ਨਾਲ ਬੀਜੀ ਫਸਲ ਜਦੋਂ ਉਹਦੇ ਘਰ ਆਉਂਦੀ ਤਾਂ ਉਹਨੂੰ ਲੱਗਦਾ ਜਿਵੇਂ ਰੱਸਾ ਖਿੱਚਣ ਵਾਂਗ ਤਣੀ ਜ਼ਿੰਦਗੀ ਨੂੰ ਉਹਨੇ ਖਿੱਚ ਕੇ ਇੱਕ ਹੱਥ ਹੋਰ ਆਪਣੇ ਵੱਲ ਕਰ ਲਿਆ ਹੋਵੇ ਅਤੇ ਧਰਤੀ ਵਿੱਚ ਉਹਦੇ ਪੈਰ ਗੱਡੇ ਗਏ ਹੋਣ। ਪਰ ਕਰਜ਼ੇ ਦੀ, ਘਰ ਦੀ ਕਮਜ਼ੋਰੀ ਦੀ, ਮਾੜੀ ਜ਼ਮੀਨ ਦੀ ਸੱਟ ਫੇਰ ਜਿਵੇਂ ਉਹਦੇ ਹੱਥਾਂ ਵਿੱਚੋਂ ਰੱਸਾ ਖੋਹੀ ਲਿਜਾਂਦੀ, ਜ਼ਿੰਦਗੀ ਖੋਹੀ ਲਿਜਾਂਦੀ, ਅਤੇ ਉਹ ਹੋਰ ਮਿਹਨਤ ਨਾਲ ਡਟ ਜਾਂਦਾ। ਧਰਤੀ ਵਿੱਚ ਹੋਰ ਡੂੰਘੇ ਪੈਰ ਧਸਾ ਲੈਂਦਾ ਅਤੇ ਹਲਾਂ ਮਗਰ ਫਿਰ ਉਹਦੀ ਆਵਾਜ਼ ਗੂੰਜ ਉੱਠਦੀ, ਜਿੱਥੇ ਮਿਰਜ਼ਾ ਵੱਢਿਆ ਉੱਥੇ ਰੋਂਦੇ ਤਿੱਤਰ ਮੋਰ। ਅਜੇ ਵੀ ਉਹਨਾਂ ਦੋਹਾਂ ਭਰਾਵਾਂ ਨੂੰ ਸਾਕ ਨਹੀਂ ਸੀ ਹੋਇਆ। ਅਜੇ ਵੀ ਉਹਨਾਂ ਦੀ ਜ਼ਮੀਨ 'ਚ ਖੂਹ ਨਹੀਂ ਸੀ ਲੱਗ ਸਕਿਆ, ਅਤੇ ਅਜੇ ਵੀ ਉਹ ਪੱਕਾ ਕੋਠਾ ਨਹੀਂ ਸਨ ਪਾ ਸਕੇ ਕਿ ਫੌਜੂ ਹੋਰਾਂ ਦਾ ਪਿਓ ਇਸ ਸੰਸਾਰ ਤੋਂ ਤੁਰ ਗਿਆ। ਇੱਕ ਵੱਡਾ ਆਸਰਾ ਉਹਨਾਂ ਤੋਂ ਖੁੱਸ ਗਿਆ। ਅਜੇ ਪਿਓ ਮਰੇ ਨੂੰ 6 ਮਹੀਨੇ ਵੀ ਨਹੀਂ ਸਨ ਹੋਏ ਕਿ ਵੱਡਾ ਪ੍ਰੀਤੂ ਚੋਰੀ ਮਾਂ ਦੇ ਗਹਿਣੇ ਵੇਚ ਕੇ ਇੱਕ ਰਾਤ ਅਜਿਹਾ ਨਿਕਲਿਆ ਕਿ 2-3 ਸਾਲ ਉਹਦੀ ਕੋਈ ਦੱਸ ਧੋਖੇ ਨਾ ਪਈ। ਭਰੇ ਮੇਲੇ 'ਚ ਇਕੱਲੇ ਬਾਲ ਵਾਂਗ ਗੁਆਚਾ ਰਹਿ ਗਿਆ ਸੀ ਫੌਜੂ। ਸੰਘਣੀ ਉਦਾਸੀ ਉਹਦੇ ਦੁਆਲੇ ਪਸਰ ਗਈ ਸੀ। ਭੈਣਾਂ ਆਪੋ ਆਪਣੇ ਘਰੀ ਸਨ। ਬੁੱਢੜੀ ਮਾਂ ਤੋਂ ਤਾਂ ਕਈ ਵਾਰ ਰੋਟੀ ਨਹੀਂ ਸੀ ਪੱਕਦੀ। ਕਈ ਵਾਰ ਫੌਜੂ ਨੂੰ ਆਪ ਹੀ ਹੱਥ ਲੂਹਣੇ ਪੈਂਦੇ। ਦੀਵਾਨ ਸ਼ਾਹ ਹਰ ਰੋਜ਼ ਕਰਜ਼ਾ ਵਾਪਸ ਮੋੜਨ ਦਾ ਜ਼ੋਰ ਦਿੰਦਾ ਸੀ।
ਫੌਜੂ ਸੋਚਦਾ ਇਹ ਵੀ ਕੀ ਜ਼ਿੰਦਗੀ ਸੀ, ਇਸ ਨਾਲੋਂ ਤਾਂ ਮੌਤ ਹੀ ਚੰਗੀ। ਧੂੰਏਂ ਨਾਲ ਭਰੀਆਂ ਅੱਖਾਂ ਦੇ ਪਾਣੀ ਵਿੱਚ ਕਈ ਵਾਰ ਉਹਦੇ ਅੰਦਰਲਾ ਦਰਦ ਵੀ ਘੁਲਿਆ ਹੁੰਦਾ। ਹਲ ਵਾਹੁੰਦਿਆਂ ਜਦੋਂ ਹੋਰਨਾਂ ਦੀਆਂ ਪਤਨੀਆਂ ਰੋਟੀ ਲੈ ਕੇ ਆਉਂਦੀਆਂ ਤਾਂ ਉਹ ਜੋੜਿਆਂ ਨੂੰ ਕਲੋਲ ਕਰਦੇ ਵੇਖਦਾ। ਪੰਜਾਲੀ ਨਾਲ ਬੱਝੀ ਰੋਟੀ ਖੋਲ੍ਹ ਕੇ ਉਹ ਬੁਰਕੀ ਤੋੜ ਕੇ ਮੂੰਹ ਵਿੱਚ ਪਾਉਂਦਾ ਤਾਂ ਬੁਰਕੀ ਉਹਦੇ ਸੰਗ ਵਿੱਚ ਫੁੱਲਦੀ ਜਾਂਦੀ। ਕਦੀ ਉਹਦੀ ਵੀ ਕੋਈ ਰੋਟੀ ਲੈ ਕੇ ਆਏਗੀ, ਉਹ ਸੋਚਦਾ ਤੇ ਹੌਕਾ ਭਰ ਕੇ ਚੁੱਪ ਹੋ ਜਾਂਦਾ। ਹੋ ਰੱਬਾ, ਤੂੰ ਬੜਾ ਲਾਪਰਵਾਹ ਹੈ। ਉਹਦੀ ਉਮਰ ਤਾਂ ਭਾਵੇਂ 25-30 ਦੇ ਦਰਮਿਆਨ ਸੀ, ਪਰ ਉਹ ਕਦੀ ਕਦੀ ਸਮਾਂ ਕੱਢ ਕੇ ਬੁੱਢੇ ਬੰਦਿਆਂ ਵਾਂਗ ਗੁਰਦੁਆਰੇ ਵੀ ਜਾਣ ਲੱਗ ਪਿਆ ਸੀ। ਭਾਈ ਜੀ ਜਦੋਂ ਇਹ ਕਹਿੰਦੇ ਕਿ ਬੰਦੇ ਨੂੰ ਇਹ ਜਨਮ 84 ਲੱਖ ਜੂਨ ਭੋਗਣ ਤੋਂ ਪਿੱਛੋਂ ਮਿਲਿਆ ਹੈ, ਇਹ ਅਮੋਲਕ ਜਨਮ ਹੀਰੇ ਦੀ ਨਿਆਈ ਹੈ ਜੋ ਬਾਰ-ਬਾਰ ਨਹੀਂ ਆਉਣਾ, ਇਨਸਾਨ ਨੂੰ ਚਾਹੀਦਾ ਹੈ ਉਹ ਕੁਝ ਨੇਕੀ ਦੇ ਕੰਮ ਕਰ ਜਾਏ। ਆਤਮਾ ਦਾ ਨਾਮ ਲਵੇ, ਉਹਦੇ ਨਾਲ ਲਿਵ ਜੋੜ ਕੇ ਆਪਣੇ ਆਪ ਨੂੰ ਉਹਦੇ ਨਾਲ ਸਮੋ ਲਵੇ, ਜਿਸ ਪਰਮਾਤਮਾ ਨੇ ਉਹਨੂੰ ਇਹ ਕੀਮਤੀ ਜੀਵਨ ਬਖਸ਼ਿਆ। ਫੌਜੂ ਭਾਈ ਦੀਆਂ ਗੱਲਾਂ ਬਾਰੇ ਸੋਚਦਾ ਰਹਿੰਦਾ। ਉਹ ਸੋਚਦਾ ਮਿੱਟੀ ਨਾਲ ਮਿੱਟੀ ਹੋ ਕੇ ਰਹਿਣ ਵਾਲੇ ਉਸ ਵਰਗੇ ਅਦਨੇ ਆਦਮੀ ਲਈ ਵੱਡੇ ਆਦਮੀਆਂ ਵਰਗੀਆਂ ਨੇਕੀਆਂ ਕਰਨ ਦੀ ਗੁੰਜਾਇਸ਼ ਹੀ ਕਿੱਥੇ ਸੀ, ਤੇ ਪਰਮਾਤਮਾ ਨਾਲ ਲਿਵ ਜੋੜਨ ਤੇ ਉਹਦਾ ਨਾਮ ਜਪਦੇ ਰਹਿਣ ਵਾਲੀ ਗੱਲ ਉਹਦੀ ਅੰਤਰ-ਆਤਮਾ ਨੂੰ ਟੁੰਬਦੀ ਨਹੀਂ ਸੀ। ਜਿਹੜੇ ਪਰਮਾਤਮਾ ਨੇ 84 ਲੱਖ ਜੂਨ ਭੋਗਣ ਤੋਂ ਪਿੱਛੋਂ ਵੀ ਇਹੋ ਜਿਹਾ ਨਖਿੱਧ ਜੀਵਨ ਉਹਨੂੰ ਬਖਸ਼ਿਆ ਸੀ, ਉਹਦਾ ਨਾਂ ਲੈਣ ਦਾ ਕੀ ਫਾਇਦਾ, ਜਦੋਂ ਕਿ ਉਹਨੂੰ ਉਹ ਪਰਮਾਤਮਾ ਕਿਸੇ ਸ਼ਹਿਰੀ ਲਾਲੇ ਦੇ ਘਰ ਪੈਦਾ ਕਰ ਸਕਦਾ ਸੀ, ਕਿਸੇ ਨੰਬਰਦਾਰ ਜੈਲਦਾਰ ਦੇ ਘਰ ਪੈਦਾ ਕਰ ਸਕਦਾ ਸੀ, ਜਿਨ੍ਹਾਂ ਦੀਆਂ ਪੱਕੀਆਂ ਅਟਾਰੀਆਂ ਸਨ, ਜਿਨ੍ਹਾਂ ਦੇ 2 ਹੱਟੇ ਚੱਲਦੇ ਸਨ, ਤੇ ਉਹਨੂੰ ਲੱਗਦਾ ਪਰਮਾਤਮਾ ਨੇ ਉਹਨੂੰ ਆਦਮੀ ਦੀ ਜੂਨੇ ਪਾਉਣ ਲੱਗਿਆਂ ਕੋਈ ਬਹੁਤੀ ਸੋਚ ਵਿਚਾਰ ਤੋਂ ਕੰਮ ਨਹੀਂ ਸੀ ਲਿਆ ਜਾਪਦਾ। ਉਹਦੇ ਅੰਦਰੋਂ ਸਹਿਜੇ ਹੀ ਹੌਕਾ ਨਿਕਲਦਾ ਜਾਂਦਾ, ਹੇ ਪਰਮਾਤਮਾ, ਤੂੰ ਬੜਾ ਲਾਪਰਵਾਹ। ਹਾਣ ਦੀ ਔਰਤ ਬਿਨਾਂ ਉਹਨੂੰ ਆਪਣਾ ਘਰ ਭਾਂ-ਭਾਂ ਕਰਦਾ ਲੱਗਦਾ। ਉਹਨੂੰ ਘਰ ਦਾ ਦਰਵਾਜ਼ਾ ਕਿਸੇ ਦਿਓ ਦਾ ਮੂੰਹ ਲੱਗਦਾ, ਜਿਸ ਨੇ ਉਹਨੂੰ ਘੜੀ ਪਲ ਵਿੱਚ ਨਿਗਲ ਜਾਣਾ ਹੋਵੇ। ਜਦੋਂ ਰੱਸਾ ਖਿੱਚਦਾ ਹੁੰਦਾ ਸੀ ਤਾਂ ਦੀਵਾਨ ਸ਼ਾਹ ਦੀ ਭਰ ਜਵਾਨ ਦੂਜੇ ਵਿਆਹ ਦੀ ਔਰਤ ਅੱਜੀ ਭੱਜੀ ਉਹਨੂੰ ਬੁਲਾਉਂਦੀ ਰਹਿੰਦੀ ਸੀ, ਪਰ ਉਹ ਸੰਗਦਾ ਅੱਖ ਨਾ ਉੱਚੀ ਕਰਦਾ। ਹੁਣ ਮਿਲਖੇ ਹੋਰੀ ਆਖਦੇ ਉਹਦੇ ਨਾਲ ਹੀ ਉਹ ਘੜੀ ਅੱਖਾਂ ਗਰਮ ਕਰ ਲਿਆ ਕਰੇ, ਪਰ ਦੀਵਾਨ ਸ਼ਾਹ ਦਾ ਪਿਓ ਤੋਂ ਵਿਰਾਸਤ ਵਿੱਚ ਮਿਲਿਆ ਕਰਜ਼ਾ ਉਹਦੀਆਂ ਅੱਖਾਂ ਸਗੋਂ ਹੋਰ ਵੀ ਧਰਤੀ 'ਚ ਧਸਾਈ ਰੱਖਦਾ। 3 ਸਾਲਾਂ ਬਾਅਦ ਕਿਧਰੇ ਉਹਦੇ ਭਰਾ ਪ੍ਰੀਤੂ ਦੀ ਚਿੱਠੀ ਆਈ। ਉਹ ਸਿੰਗਾਪੁਰ ਚਲਾ ਗਿਆ ਸੀ ਤੇ ਉੱਥੇ ਕੋਈ ਕੰਮ ਕਰਦਾ ਸੀ। ਉਸ 500 ਰੁਪਇਆ ਵੀ ਭੇਜਿਆ ਸੀ। ਭਰਾ ਨੂੰ ਲਿਖਿਆ ਸੀ ਕਿ ਉਹ ਕੁਝ ਘਰ ਵਰਤ ਲਵੇ, ਕੁਝ ਕਰਜ਼ਾ ਉਤਾਰ ਲਵੇ, ਉਹ ਛੇਤੀ ਦੇਸ਼ ਵੀ ਆਏਗਾ। ਫੌਜੂ ਨੇ ਜਿਹਨੂੰ ਭਰਾ 'ਤੇ ਡਾਢੀ ਖਿੱਚ ਸੀ, ਜਿਹੜਾ ਘਰ ਦਾ ਸਾਰਾ ਗਹਿਣਾ ਚੋਰੀ ਵੇਚ ਕੇ ਚੋਰੀ ਭੱਜ ਗਿਆ ਸੀ, ਜਦੋਂ ਚਿੱਠੀ ਸੁਣੀ ਤਾਂ ਕਲਪਨਾ ਵਿੱਚ ਹੀ ਉਹਦੇ ਪਿੰਡ ਤੇ ਸਿੰਗਾਪੁਰ ਵਿੱਚ ਰਹਿੰਦੇ ਉਹਦੇ ਭਰਾ ਵਿਚਕਾਰ ਜਿਵੇਂ ਪੁਲ ਜੁੜ ਗਿਆ ਸੀ। ਉਹਨੂੰ ਤਸਕੀਨ ਸੀ, ਚਲੋ ਜਿਉਂਦਾ ਜਾਗਦਾ ਤਾਂ ਹੈ, ਉਹਦਾ ਕੋਈ ਆਪਣਾ ਤਾਂ ਹੈ। ਪਿੰਡ ਦੇ ਲੋਕ ਉਹਦੀ ਮਾਂ ਨੂੰ ਵਧਾਈ ਦੇਣ ਆਏ ਸਨ। ਉਹਦੇ ਪੁੱਤਾਂ ਦੀ ਜੋੜੀ ਕਾਇਮ ਸੀ ਤੇ ਬੁੱਢੀ ਮਾਂ ਖੰਘਦੀ ਹੋਈ ਕਹਿ ਰਹੀ ਸੀ, ਸੱਚਿਆ ਸਤਿਗੁਰੂ, ਕਿਤੇ ਸਾਡੀ ਜੜ ਲੱਗ ਜਾਂਦੀ। ਉਹਨੂੰ ਪੁੱਤਾਂ ਦੇ ਅਣਵਿਆਹੀ ਹੋਣ ਦਾ ਦੁੱਖ ਮਾਰੀ ਜਾ ਰਿਹਾ ਸੀ। ਕੋਈ ਨਹੀਂ ਬੁੱਢੜੀਏ, ਫਿਕਰ ਨਾ ਕਰ, ਅਸੀਂ ਤੇਰੇ ਦੋਹਾਂ ਪੁੱਤਾਂ ਨੇ ਵੇਖਾਂ 2 ਮੁਲਕਾਂ 'ਚ ਜੜ੍ਹਾਂ ਗੱਡੀਆਂ ਹੋਈਆਂ। ਫੌਜੀ ਹੱਸਦਾ ਹੋਇਆ ਕਹਿ ਰਿਹਾ ਸੀ। ਉਸ ਸ਼ਾਮ ਦੀਵਾਨ ਸ਼ਾਹ ਦੀ ਹੱਟੀ 'ਤੇ ਸੌਦਾ ਲੈਣ ਗਏ ਫੌਜੂ ਨੂੰ ਸ਼ਾਹ ਦੀ ਗੈਰ ਹਾਜ਼ਰੀ ਵਿੱਚ ਜਦੋਂ ਸ਼ਾਹਣੀ ਨੇ ਸੌਦਾ ਜੋਖਦਿਆਂ ਭਰਾ ਦਾ ਪਤਾ ਲੱਗ ਜਾਣ ਦੀ ਵਧਾਈ ਦਿੱਤੀ ਤਾਂ ਉਹ ਸ਼ਾਹਣੀ ਦੇ ਮੁਸਕਰਾਉਂਦੇ ਚਿਹਰੇ ਦੀ ਤਾਬ ਨਾ ਝੱਲ ਸਕਿਆ। ਉਹ ਹੱਟੀ ਦੀ ਨੁੱਕਰ ਵਿੱਚ ਪਈ ਲੱਡੂਆਂ ਵਾਲੇ ਪੀਪੇ 'ਤੇ ਨਜ਼ਰ ਗੱਡੀ ਖੜੋਤਾ ਰਿਹਾ। ਟੁੱਟ ਪੈਣਿਆ, ਕੁਆਰੀਆਂ ਕੁੜੀਆਂ ਵਾਂਗੂ ਨੁੱਕਰਾਂ ਜਿਹੀਆਂ 'ਚ ਕੀ ਵੇਖੀ ਜਾਂਦਾ? ਰਤਾ ਅੱਖਾਂ 'ਤੇ ਉੱਚੀਆਂ ਕਰ। ਕੀ ਆ ਚਾਚੀ? ਵੇ ਮੈਂ ਨਹੀਂ ਤੇਰੀ ਚਾਚੀ ਚੂਚੀ ਲੱਗਦੀ ਕੋਈ, ਮੈਂ ਤਾਂ ਉਮਰੋਂ ਤੇਰੇ ਤੋਂ ਵੀ ਛੋਟੀ ਹਾਂ। ਮੈਨੂੰ ਸੰਗ ਆਉਂਦੀ ਆ ਜਦੋਂ ਤੂੰ ਚਾਚੀ ਚਾਚੀ ਆਨਾ। ਫਿਰ ਉਹ ਇੱਕ ਪਲ ਰੁਕ ਕੇ ਬੁੱਲ ਟੁੱਕਦੀ ਬੋਲੀ, ਔਂਤਰੇ ਦਾ ਕਿਹਾ ਸਰੀਰ ਸੀ, ਹੁਣ ਕਿਵੇਂ ਹਾਲਤ ਬਣਾਈ ਰੱਖਦਾ। ਆਪਣੇ ਲੀੜੇ 'ਤੇ ਵੇਖ, ਕਦੀ ਧੋਤੇ ਹੀ? ਤੇ ਮਲੇ ਦੰਦਾਸੇ ਹੇਠੋਂ ਸੋਨੇ ਵਿੱਚ ਜੜਿਆ ਉਹਦਾ ਦੰਦ ਚਮਕ ਰਿਹਾ ਸੀ।
ਉਹਨੇ ਸਾਬਣ ਦੀਆਂ ਚਾਕੀਆਂ ਮੁਫਤ ਹੀ ਉਹਨੂੰ ਫੜਾ ਦਿੱਤੀਆਂ ਤੇ ਸਾਬਣ ਫੜਾਉਂਦਿਆਂ ਉਹਦੀਆਂ ਉਂਗਲਾਂ ਪੋਲੇ ਜੇ ਘੁੱਟ ਲਈਆਂ। ਉਹ ਜਿਹੜੀ ਉਹਦੇ ਸੋਹਣੇ ਸਰੀਰ ਦੀ ਕਦਰਦਾਨ ਹੁੰਦੀ ਸੀ, ਅੱਜ ਉਸ 'ਤੇ ਮਿਹਰਬਾਨ ਹੋਈ ਨਜ਼ਰ ਆ ਰਹੀ ਸੀ। ਉਹਨੂੰ ਸ਼ਾਇਦ ਕੁਝ ਕਰਜ਼ ਮੁੜਨ ਦੀ ਆਸ ਵੀ ਸੀ, ਜਿਹੜਾ ਕਈ ਸਾਲਾਂ ਤੋਂ ਉਹਦੇ ਪਿਓ ਵੱਲ ਫਸਿਆ ਹੋਇਆ ਸੀ। ਇੰਜ ਉਹਦੇ ਸ਼ਾਹਣੀ ਦੀ ਹੱਟੀ ਦੇ ਗੇੜੇ ਵੱਧ ਗਏ ਸਨ। ਉਹਦਾ ਪਿੰਡ ਨਾਲ, ਲੋਕਾਂ ਨਾਲ ਮੋਹ ਜਿਵੇਂ ਫੇਰ ਪਰਤ ਪਿਆ ਸੀ। ਉਖੜਦੇ ਜਾਂਦੇ ਦੀਆਂ ਜੜ੍ਹਾਂ ਜਿਵੇਂ ਫੇਰ ਧਰਤੀ 'ਚ ਲੱਗ ਗਈਆਂ ਸਨ। ਉਹਦੀ ਹੁਮਸ ਵਰਗੀ ਜ਼ਿੰਦਗੀ 'ਚ ਜਿਵੇਂ ਹਵਾ ਰੁਮਕ ਪਈ ਸੀ। ਉਹਨੂੰ ਸੁੱਖ ਦਾ ਸਾਹ ਆਇਆ ਸੀ। ਜਿਹੜੇ ਸੰਸਾਰ ਵਿੱਚ ਉਹਦਾ ਭਰਾ ਪ੍ਰੀਤਮ ਸਿੰਘ ਸੀ, ਜਿਹੜੇ ਸੰਸਾਰ 'ਚ ਸ਼ਾਹਣੀ ਵਰਗੀ ਭਰ ਜਵਾਨ ਔਰਤ ਦੀ ਮੁਸਕਰਾਹਟ ਉਹਦੇ ਅਰਪਣ ਸੀ, ਉਹ ਸੰਸਾਰ ਜ਼ਰੂਰ ਮਾਨਣ ਯੋਗ ਸੀ। ਉਹ ਜਨਮ ਜ਼ਰੂਰ ਹੀ ਲੇਖੇ ਲਾਉਣ ਯੋਗ ਸੀ। ਉਸ ਜੀਵਨ ਤੋਂ ਖਿਝ ਕਾਹਦੀ, ਨਿਰਾਸ਼ਾ ਕਾਹਦੀ। ਪ੍ਰੀਤਮ ਸਿੰਘ ਦੇ ਗਾਹੇ ਬਗਾਹੇ ਭੇਜੇ ਪੈਸਿਆਂ ਨਾਲ ਫੌਜੂ ਨੇ ਪਰਿਵਾਰ ਦਾ ਸਾਰਾ ਕਰਜ਼ਾ ਹੌਲੀ ਹੌਲੀ ਉਤਾਰ ਲਿਆ। ਹੁਣ ਉਹਨੂੰ ਤੜਕੇ ਖੇਤਾਂ ਨੂੰ ਹਲ ਜੋਣ ਜਾਂਦਿਆਂ ਪਹਿਲਾਂ ਵਰਗੀ ਬੇਸੁਆਦੀ ਨਾ ਹੁੰਦੀ। ਘਰ ਦੀ ਇੱਕ ਗੱਲ ਠੀਕ ਉਹਨੂੰ ਸੁੰਨ ਕਰੀ ਰੱਖਦੀ ਸੀ, ਪਰ ਸ਼ਾਹਣੀ ਦੇ ਇਸ਼ਕ ਦਾ ਅਹਿਸਾਸ ਫਿਰ ਵੀ ਉਹਦੀਆਂ ਨਾੜਾਂ ਗਰਮਾਈ ਰੱਖਦਾ। ਉਹ ਇੱਕ ਦੋ ਗੇੜੇ ਜ਼ਰੂਰ ਹੱਟੀ 'ਤੇ ਮਾਰਦਾ। ਹੁਣ ਦੀਵਾਨ ਸ਼ਾਹ ਵੀ ਉਹਦੀ ਇੱਜ਼ਤ ਕਰਦਾ ਸੀ। ਸੌਦਾ ਪੱਤਰ ਉਧਾਰ ਦੇਣੋਂ ਵੀ ਸੰਕੋਚ ਨਾ ਕਰਦਾ। ਹੁਣ ਉਹਨੂੰ ਰਕਮ ਡੁੱਬ ਜਾਣ ਦਾ ਵੀ ਕੋਈ ਖਤਰਾ ਨਹੀਂ ਸੀ। ਉਹ ਕਿੰਨਾ ਚਿਰ ਬੋਰੀ 'ਤੇ ਬੈਠਾ ਉਰਾਰ ਪਾਰ ਦੀਆਂ ਮਾਰਦਾ ਰਹਿੰਦਾ। ਸ਼ਾਹਣੀ ਪਿੱਛੇ ਹੱਟੀ ਵਿੱਚੋਂ ਘਰ ਵੱਲ ਖੁੱਲ੍ਹਦੇ ਦਰਵਾਜ਼ੇ 'ਚ ਬੈਠੀ ਉਹਨਾਂ ਦੀਆਂ ਗੱਲਾਂ ਸੁਣਦੀ ਰਹਿੰਦੀ। ਕਦੀ ਹੁੰਗਾਰਾ ਭਰ ਛੱਡਦੀ, ਮੁਸਕਰਾ ਦਿੰਦੀ, ਤੇ ਜੇ ਕਦੀ ਸ਼ਾਹ ਹੱਟੀ 'ਤੇ ਨਾ ਹੁੰਦਾ ਤਾਂ ਕਦੀ ਖੰਡ ਦੀਆਂ ਰਿਉੜੀਆਂ ਉਹਦੀ ਝੋਲੀ ਪਾ ਦਿੰਦੀ, ਕਦੀ ਸੇਵੀਆਂ ਤੇ ਕਦੀ ਲੱਡੂ। ਕਈ ਵਾਰ ਉਹਦਾ ਦਿਲ ਕਰਦਾ ਸ਼ਾਹਣੀ ਨੂੰ ਲੈ ਕੇ ਕਿਧਰੇ ਦੂਰ ਨਿਕਲ ਜਾਏ, ਪਰ ਫਿਰ ਖਬਰੇ ਬੁੱਢੜੀ ਮਾਂ ਦਾ ਖਿਆਲ ਉਹਨੂੰ ਸ਼ਾਹਣੀ ਨੂੰ ਅਜਿਹਾ ਕਹਿਣ ਤੋਂ ਵਰਜਦਾ ਸੀ, ਜਾਂ ਉਹਦੇ ਅੰਦਰਲੀ ਸੁਭਾਵਕ ਸੰਗ ਨੇ ਇਹ ਗੱਲ ਉਹਦੇ ਬੁੱਲ੍ਹਾਂ 'ਤੇ ਆਉਣ ਨਹੀਂ ਸੀ ਦਿੱਤੀ। ਇੱਕ ਦੋ ਵਾਰ ਜਦੋਂ ਉਹਨੇ ਇਕੱਲੀਆਂ ਠੰਡੀਆਂ ਤੇ ਉਦਾਸ ਰਾਤਾਂ ਦਾ ਜ਼ਿਕਰ ਉਸ ਕੋਲ ਕੀਤਾ ਤੇ ਉਹਦੇ ਕੁੱਥਾਵੇਂ ਫਸੀ ਹੋਣ ਤੇ ਦੁੱਖ ਦਾ ਪ੍ਰਗਟਾਵਾ ਕੀਤਾ, ਤਾਂ ਹਰ ਵੇਲੇ ਹੱਸਦੀ ਰਹਿਣ ਵਾਲੀ ਸ਼ਾਹਣੀ ਫਿਸ ਪਈ ਸੀ। ਕਮਲਿਆ ਆਪਣੇ ਕਰਮ ਹੀ ਇੰਜ ਸਨ। ਮਾਪਿਆਂ ਦੰਮਾਂ ਦੀਆਂ ਲੋਂਭੀਆਂ ਤੇ ਉਹਨੇ ਅੱਖਾਂ 'ਚ ਆਏ ਅੱਥਰੂ ਪੂੰਝ ਸੁੱਟੇ ਤੇ ਬਨੌਟੀ ਮੁਸਕਰਾਹਟ ਬੁੱਲ੍ਹਾਂ 'ਤੇ ਲਿਆਉਂਦੀ ਬੋਲੀ, ਤੇਰਾ ਭਰਾ ਖਬਰੇ ਉੱਧਰੋਂ ਆਉਂਦਾ ਲਈ ਆਵੇ ਕੋਈ ਮੇਮ ਸ਼ੇਮ, ਉਹ ਆਪੇ ਤੇਰੀ ਵੀ ਕਿਧਰੇ ਕੁੰਡੀ ਅੜਾ ਦੂ। ਤੇ ਘਰੋਂ ਜਾਣ ਤੋਂ ਪੂਰੇ 5 ਸਾਲ ਪਿੱਛੋਂ ਜਦੋਂ ਉਹਦਾ ਭਰਾ ਘਰ ਆਇਆ ਤਾਂ ਉਹ ਭਾਵੇਂ ਮੇਮ ਤਾਂ ਨਾਲ ਨਹੀਂ ਸੀ ਲਿਆਇਆ, ਪਰ ਉਹਦੀ ਜੇਬ 'ਚ ਪੈਸੇ ਸਨ। ਵਧੀਆ ਕੱਪੜਿਆਂ 'ਚੋਂ ਫੱਬ ਪੈ ਰਿਹਾ ਸੀ। ਉਹਦੀ ਸਿਹਤ ਸੋਹਣੀ ਬਣੀ ਹੋਈ ਸੀ। ਉਹ ਸੌਂਦਿਆਂ ਹੀ 2 ਪੱਕੀਆਂ ਕੋਠੜੀਆਂ ਛਤਾਉਣੀਆਂ ਸ਼ੁਰੂ ਕਰ ਦਿੱਤੀਆਂ। ਪਿੰਡ ਦੇ ਲੋਕਾਂ ਲਈ ਉਹ ਪ੍ਰੀਤਮ ਸਿੰਘ ਹੋ ਗਿਆ ਸੀ। ਬੁੱਢੜੀ ਮਾਂ ਬੁੱਝਦੀ ਫਿਰ ਜਗ ਪਈ ਸੀ। ਇੱਕ ਦਿਨ ਭਾਈ ਮਿਲਖੇ ਦੇ ਪਿਓ ਦੀ ਦੱਸ 'ਤੇ ਪ੍ਰਾਹੁਣੇ ਆਏ ਤੇ ਪ੍ਰੀਤਮ ਸਿੰਘ ਦੇ ਹੱਥ 'ਤੇ ਰੁਪਈਆ ਰੱਖ ਗਏ। ਫੱਬਵੇਂ ਚਮਕੀਲੇ ਕੱਪੜਿਆਂ ਵਿੱਚ ਤੇ ਚਿਹਰੇ 'ਤੇ ਉੱਭਰ ਆਈ ਲਾਲੀ ਦੀ ਰੌਸ਼ਨੀ ਵਿੱਚ ਕਿਸੇ ਨੇ ਉਹਦੀ ਦਾੜੀ 'ਚ ਉਤਰ ਰਹੇ ਇੱਕਾ ਦੁੱਕਾ ਧੌਲਿਆਂ ਦੀ ਪਰਵਾਹ ਹੀ ਨਾ ਕੀਤੀ। ਪਰਵਾਹ ਕਰਨ ਦੀ ਕਿਸੇ ਨੂੰ ਲੋੜ ਵੀ ਕੀ ਸੀ। ਪੈਸੇ ਵਾਲਾ ਪ੍ਰੀਤਮ ਸਿੰਘ ਹੁਣ ਪਿੰਡ ਦੇ ਤਖਤ-ਪੋਸ਼ 'ਤੇ ਬੈਠੇ ਬੰਦਿਆਂ ਦਾ ਧਿਆਨ ਆਪਣੇ ਵੱਲ ਖਿੱਚ ਸਕਦਾ ਸੀ। ਪਰੇ 'ਚ ਉਹਨੂੰ ਆਪ ਆਵਾਜ਼ ਦੇ ਕੇ ਬੈਠਣ ਲਈ ਥਾਂ ਦਿੱਤੀ ਜਾਂਦੀ ਸੀ। ਨਹਾਉਣ ਗਿਆ ਉਹਨੂੰ ਖੂਹੀ 'ਚੋਂ ਡੋਲ ਕੱਢ ਕੇ ਟੂਟੀਆਂ 'ਚ ਪਾਣੀ ਪਾਉਣ ਦੀ ਖੇਚਲ ਨਹੀਂ ਸੀ ਕਰਨੀ ਪੈਂਦੀ। ਉਹਦੇ ਲਈ ਕਿਸੇ ਹੋਰ ਨੂੰ ਪਾਣੀ ਭਰ ਕੇ ਖੁਸ਼ੀ ਹੁੰਦੀ। ਉਸ ਨਾਲ ਗੱਲਾਂ ਕੀਤਿਆਂ ਖੁਸ਼ੀ ਲਈ ਜਾਂਦੀ। ਬਾਹਰਲੇ ਮੁਲਕ ਬਾਰੇ ਉਸ ਤੋਂ ਦਿਲਚਸਪੀ ਨਾਲ ਸੁਣਿਆ ਜਾਂਦਾ ਸੀ, ਜਿੱਥੇ ਮਿਹਨਤ ਕਰਕੇ ਉਹ ਇੰਨੇ ਪੈਸੇ ਕਮਾ ਲਿਆਇਆ ਸੀ, ਜਿਸ ਨਾਲ ਉਹਨੇ ਮਕਾਨ ਛੱਤ ਲਏ ਸਨ, ਘਰ ਦਾ ਕਰਜ਼ ਉਤਾਰ ਲਿਆ ਸੀ ਤੇ ਹੁਣ ਖੇਤਾਂ 'ਚ ਆਪਣਾ ਖੂਹ ਲੁਆਉਣ ਦੀ ਸੋਚ ਰਿਹਾ ਸੀ। ਪ੍ਰੀਤਮ ਸਿੰਘ ਵਿਆਹ ਕੇ ਜਦੋਂ ਨਵੀਂ ਵਹੁਟੀ ਘਰ ਲਿਆਇਆ ਤਾਂ ਬੁੱਢੜੀ ਮਾਂ ਨੇ ਉਹਦੇ ਸਿਰ ਤੋਂ ਪਾਣੀ ਵਾਰ ਕੇ ਪੀਤਾ। ਉਹਦੀ ਉਮਰਾਂ ਦੀ ਸੱਧਰ ਪੂਰੀ ਹੋਈ ਸੀ। ਉਹਦੇ ਸਹੁਰੇ ਦਾ ਘਰ ਵਸ ਰਿਹਾ ਸੀ। ਉਹਦੇ ਮਨ ਵਿੱਚ ਅਮਨ ਸੀ, ਸ਼ਾਂਤੀ ਸੀ, ਚਾਅ ਸੀ। ਇੱਕ ਨਵਾਂ ਉਤਸ਼ਾਹ ਘਰ ਦੀ ਚਾਰਦੀਵਾਰੀ ਵਿੱਚ ਉਮੜ ਰਿਹਾ ਸੀ। ਇੱਕ ਨਵੀਂ ਧੜਕਦੀ ਜ਼ਿੰਦਗੀ ਨੇ ਪ੍ਰੀਤਮ ਸਿੰਘ ਤੇ ਉਹਦੀ ਪਤਨੀ ਗੁਰੂ ਸਮੇਤ ਇਸ ਘਰ ਵਿੱਚ ਪ੍ਰਵੇਸ਼ ਕੀਤਾ ਸੀ। ਕੂਲੇ ਕੱਪੜਿਆਂ 'ਚ ਵਲੇਟੀ ਕੂਲੀ ਜੀ ਗੁਰੂ ਜਿਵੇਂ ਧੁੱਪ ਨਾਲ ਸੜਦੇ ਵਿਹੜੇ ਵਿੱਚ ਸੰਘਣੀ ਧਰੇਕ ਵਾਂਗ ਸੀ। ਠੰਡ ਵਰਤਾਉਂਦੀ ਹੋਈ, ਤਿੱਖੜ ਕਿਰਨਾਂ ਤੋਂ ਬਚਾਉਂਦੀ ਹੋਈ ਬੁੱਢੜੀ ਖੂੰਡੀ ਫੜ ਕੇ ਆਂਢ ਗੁਆਂਢ ਤੁਰੀ ਰਹਿੰਦੀ। ਨੂੰਹ ਦੀਆਂ ਸਿਫਤਾਂ ਕਰਦੀ ਨਾ ਰੱਜਦੀ।
ਜਿਹੜੀ ਆਈ ਸੀ ਤੇ ਉਹਦੇ ਕਲੇਜੇ ਠੰਡ ਪਈ ਸੀ, ਜਿਹੜੀ ਆਈ ਸੀ ਤੇ ਉਹਨਾਂ ਦੇ ਘਰ ਬੂਟਾ ਲੱਗਣਾ ਸੀ। ਉਹਨਾਂ ਦੇ ਪਰਿਵਾਰ ਦਾ ਜੱਗ ਤੇ ਨਿਸ਼ਾਨ ਰਹਿਣਾ ਸੀ। ਤੇ ਫੌਜਾ ਸਿੰਘ ਤਾਂ ਉਮਰੋਂ ਛੋਟੀ ਪਰ ਵੱਡੀ ਭਰਜਾਈ ਦੇ ਸਾਹਮਣੇ ਜਿਵੇਂ ਲੀਲਾ ਜਿਹਾ ਬਣ ਕੇ ਰਹਿ ਗਿਆ ਸੀ। ਗੁਰੂ ਦੇ ਬਰੀਕ ਬੋਲ ਉਹਦੇ ਕੰਨਾਂ 'ਚ ਟੁਣਕਦੇ ਰਹਿੰਦੇ, ਸੈਂਟ ਦੀ ਖੁਸ਼ਬੂ ਉਹਦੀਆਂ ਨਾਸਾਂ 'ਚ ਜਲੂਣ ਛੇੜਦੀ ਰਹਿੰਦੀ। ਸ਼ਾਮ ਨੂੰ ਸਾਰਾ ਪਰਿਵਾਰ ਬੈਠ ਕੇ ਰੋਟੀ ਖਾਂਦਾ, ਕਿੰਨੀ ਕਿੰਨੀ ਰਾਤ ਗਈ ਤੱਕ ਗੱਲਾਂ ਕਰਦਾ ਰਹਿੰਦਾ। ਇਹ ਦਿਨ ਸਨ ਜਿਨ੍ਹਾਂ ਦਿਨਾਂ ਵਿੱਚ ਫੌਜੂ ਕੋਲ ਮੌਤ ਬਾਰੇ ਸੋਚਣ ਲਈ ਤਾਂ ਕੀ, ਸਗੋਂ ਸ਼ਾਹਣੀ ਕੋਲ ਜਾਂ ਤਖਤਪੋਸ਼ 'ਤੇ ਜਾਣ ਦਾ ਵੀ ਘੱਟ ਹੀ ਸਮਾਂ ਮਿਲਦਾ ਸੀ। ਸ਼ਾਹਣੀ ਭਾਬੀ ਦੇ ਜਾਲ ਵਿੱਚ ਫਸ ਜਾਣ ਦੇ ਨਿਹੋਰੇ ਮਾਰਦੀ ਰਹਿੰਦੀ। ਭਾਈ ਮਿਲਖੇ ਹੋਰੀ ਉਹਦੀਆਂ ਪੰਜੇ ਘਿਓ 'ਚ ਆ ਕੇ ਉਹਨੂੰ ਛੇੜਦੇ। ਫੌਜੂ ਦੀਆਂ ਘਰ ਵਿੱਚ ਖੇਤਾਂ ਵਿੱਚ ਜੜ੍ਹਾਂ ਹੋਰ ਡੂੰਘੀਆਂ ਲੱਗ ਗਈਆਂ ਸਨ, ਜਿਹੜੀਆਂ ਖਬਰੇ ਪਹਿਲਾਂ ਪਾਣੀ ਦੀ ਘਾਟ ਕਰਕੇ ਸੁੱਕਦੀਆਂ ਜਾਂਦੀਆਂ ਸਨ। 3-4 ਮਹੀਨੇ ਅੱਖ ਪਲਕਾਰੇ 'ਚ ਬੀਤ ਗਏ। ਪ੍ਰੀਤਮ ਸਿੰਘ ਵਾਪਸ ਚਲਾ ਗਿਆ। ਉਸ ਇਕਰਾਰ ਕੀਤਾ ਕਿ ਗੁਰੂ ਨੂੰ ਛੇਤੀ ਇੱਥੇ ਬੁਲਾ ਲਏਗਾ। ਉਹਨਾਂ ਚਿਰ ਉਹ ਆਪਣੀ ਬੁੱਢੜੀ ਸੱਸ ਦੀ ਸੇਵਾ ਕਰੇ। ਨਾਲੇ ਸ਼ਾਇਦ ਕਿਸਮਤ ਬਦਲੀ ਕਰਕੇ ਓਨੇ ਚਿਰ ਨੂੰ ਫੌਜੂ ਦਾ ਵੀ ਕੋਈ ਬੰਨ ਸੁਭ ਹੋ ਜਾਏ ਤੇ ਘਰ ਦੀ ਰੋਟੀ ਪੱਕਦੀ ਰਹੇ। ਫੌਜੂ ਨੂੰ ਉਸ ਕਿਹਾ ਸੀ ਕਿ ਜ਼ਮੀਨ ਤਾਂ ਉਹਦੀ ਹੀ ਸੀ, ਉਹ ਤਕੜਾ ਹੋ ਕੇ ਕੰਮ ਕਰੇ, ਉਹ ਸਾਲ ਦੇ ਅੰਦਰ ਹੀ ਉਹਨੂੰ ਖੂਹ ਵੀ ਲਵਾ ਦੇਵੇਗਾ। ਪ੍ਰੀਤਮ ਸਿੰਘ ਦੇ ਜਾਣ ਪਿੱਛੋਂ ਪਹਿਲੇ ਕੁਝ ਦਿਨ ਤਾਂ ਗੁਰੂ ਉਦਾਸ ਰਹੀ, ਪਰ ਫਿਰ ਹੌਲੀ ਹੌਲੀ ਨਵੇਂ ਮਾਹੌਲ 'ਚ ਹਿਲ ਜਿਹੀ ਗਈ। ਫੌਜੂ ਨਾਲ ਜ਼ਬਾਨ ਸਾਂਝੀ ਕਰਦਿਆਂ ਹੁਣ ਉਹਦੀ ਜ਼ਬਾਨ ਥਥਲਾਉਂਦੀ ਨਹੀਂ ਸੀ। ਗੁਰੂ ਨੂੰ ਕੋਈ ਨਿੱਕਾ ਨਿਆਣਾ ਹੋਣ ਵਾਲਾ ਹੋ ਗਿਆ ਸੀ, ਉਹਨੂੰ ਖੁਰਾਕ ਦੀ ਲੋੜ ਸੀ। ਇੱਕ ਦਿਨ ਜਦੋਂ ਆਵਾਜ਼ ਦੇ ਕੇ ਉਹਨੇ ਫੌਜੂ ਨੂੰ ਪ੍ਰੀਤਮ ਸਿੰਘ ਦੇ ਦਿੱਤੇ ਪੈਸਿਆਂ 'ਚੋਂ ਮੱਝ ਲਈ ਖਲ ਤੇ ਵੜੇਵਿਆਂ ਦੀ ਇੱਕ ਇੱਕ ਬੋਰੀ ਅੱਡ ਤੋਂ ਲਿਆ ਕੇ ਦੇਣ ਲਈ ਪੈਸੇ ਫੜਾਏ ਤਾਂ ਨੋਟ ਫੜਾਉਂਦਿਆਂ ਉਹਦੇ ਹੱਥ ਫੌਜੂ ਦੇ ਭਾਰੇ ਕਰੜੇ ਹੱਥਾਂ ਨਾਲ ਭਾਵੇਂ ਚੂਹੇ ਤਾਂ ਨਹੀਂ ਸਨ, ਪਰ ਨੋਟਾਂ ਦੇ ਵਿੱਚੋਂ ਦੀ ਹੀ ਜਿਵੇਂ ਕੋਈ ਕਰੰਟ ਉਹਦੇ ਅੰਦਰ ਲੰਘ ਗਿਆ ਸੀ। ਉਹਦਾ ਲੰਮਾ ਚੌੜਾ ਜੁੱਸਾ ਮੋਮ ਬਣ ਗਿਆ ਸੀ। ਉਹਦੀ ਭਾਬੀ ਨੇ ਉਹਨੂੰ ਖਾਣ ਪੀਣ ਲਈ 10 ਦਾ ਨੋਟ ਵੱਖਰਾ ਦਿੱਤਾ ਸੀ ਤੇ ਅੱਡੇ ਨੂੰ ਉਹਦੇ ਨਾਲ ਜਾਂਦਿਆਂ ਭਾਈ ਮਿਲਖੇ ਨੇ ਉਹਦੀ ਚਮਕਦੀ ਜਾਂਦੀ ਕਿਸਮਤ 'ਤੇ ਰਸ਼ਕ ਕੀਤਾ ਸੀ। ਉਹਨੂੰ ਪਚਾ ਕੇ ਖਾਣ ਦੀ ਹਦਾਇਤ ਦਿੰਦਿਆਂ ਭਾਬੀ ਨਾਲ ਹੋਰ ਨੇੜ ਵਧਾਉਣ ਲਈ ਪ੍ਰੇਰਿਆ ਸੀ। ਫੌਜੂ ਨੂੰ ਜਿਵੇਂ ਖੰਭ ਲੱਗ ਗਏ ਸਨ। ਉਹ ਉਡੂ ਉਡੂ ਕਰਦਾ ਫਿਰਦਾ। ਹਲ ਵਾਹ ਕੇ ਆ ਕੇ ਉਹ ਕਈ ਵਾਰ ਗੁਰਦੁਆਰੇ ਦੀ ਖੂਹੀ 'ਤੇ ਸਾਬਣ ਲੈ ਜਾ ਕੇ ਨਹਾਉਂਦਾ, ਤੇਲ ਲਾਉਂਦਾ ਤੇ ਸੁਥਰੇ ਕੱਪੜੇ ਪਾ ਕੇ ਘੜੀ ਦੀ ਘੜੀ ਤਖਤਪੋਸ਼ 'ਤੇ ਬਹਿ ਕੇ ਲੋਕਾਂ ਦੀਆਂ ਅਲੂਣੀਆਂ ਸਲੂਣੀਆਂ ਸੁਣਦਾ, ਸੁਆਦ ਲੈਂਦਾ, ਕਿਉਂਕਿ ਲੋਕਾਂ ਨੇ ਕਲਪਨਾ ਹੀ ਕਲਪਨਾ 'ਚ ਦਿਓਰ ਭਾਬੀ ਦੇ ਸੰਬੰਧ ਕੁਝ ਜ਼ਿਆਦਾ ਦੂਰ ਤੱਕ ਜੋੜ ਲਏ ਸਨ। ਉਹਨਾਂ ਦੀ ਕਲਪਨਾ ਖਬਰੇ ਫੌਜੂ ਦੀ ਕਲਪਨਾ ਦੀ ਮੇਚ ਸੀ, ਇਸ ਲਈ ਉਹ ਉਹਨਾਂ ਦੀਆਂ ਗੱਲਾਂ ਸੁਣ ਕੇ ਹੱਸਦਾ ਰਹਿੰਦਾ ਤੇ ਕੋਈ ਵਿਰੋਧ ਨਾ ਕਰਦਾ। ਸ਼ਾਹਣੀ ਵੀ ਆਖਦੀ, ਤੈਨੂੰ ਹੁਣ ਕੀ ਲੋੜ ਸਾਡੀ ਗਰੀਬਾਂ ਦੀ। ਉਹਦੇ ਚਿਹਰੇ 'ਤੇ ਬਨੌਟੀ ਉਦਾਸੀ ਫੈਲ ਜਾਂਦੀ। ਬੱਚਾ ਹੋਇਆ, ਮੁੰਡਾ ਜੰਮਣ ਦੀ ਖੁਸ਼ੀ ਵਿੱਚ ਸ਼ਰੀਕੇ 'ਚ ਭਾਜੀ ਵੰਡੀ ਗਈ, ਖੁਸ਼ੀਆਂ ਮਨਾਈਆਂ ਗਈਆਂ। ਬੁੱਢੜੀ ਖੁਸ਼ੀ 'ਚ ਫੁੱਲੀ ਨਾ ਸਮਾਉਂਦੀ ਤੇ ਛੋਟੇ ਦਰਸ਼ੂ ਨੂੰ ਕੁੱਛੜ ਲੈ ਕੇ ਬੈਠੀ ਰਹਿੰਦੀ, ਉਹਨੂੰ ਚੁੰਮਦੀ ਰਹਿੰਦੀ, ਅਸੀਸਾਂ ਦਿੰਦੀ ਰਹਿੰਦੀ। 1.5 ਕੁ ਸਾਲ ਬਾਅਦ ਜਦੋਂ ਪ੍ਰੀਤਮ ਸਿੰਘ ਆਇਆ ਤਾਂ ਉਸ ਆਪ ਆਪਣੀ ਦੇਖ ਰੇਖ 'ਚ ਆਪਣੇ ਖੇਤਾਂ 'ਚ ਖੂਹ ਲਵਾਇਆ। ਗੁਰੂ ਵੀ ਬੱਚੇ ਨੂੰ ਚੁੱਕੀ ਖੇਤਾਂ ਵਿੱਚ ਗਈ। ਪਹਿਲੇ ਦਿਨ ਲੱਡੂ ਵੰਡ ਕੇ ਜਦੋਂ ਖੂਹ ਜੁੱਤਾ ਤਾਂ ਝਲਾਰ 'ਚੋਂ ਡਿੱਗਦੇ ਚਾਂਦੀ ਵਰਗੇ ਪਾਣੀ ਨੂੰ ਵੇਖ ਕੇ ਪ੍ਰੀਤਮ ਸਿੰਘ ਨੇ ਛੋਟੇ ਦਰਸ਼ਨ ਨੂੰ ਉਹਦੀ ਮਾਂ ਦੀਆਂ ਬਾਹਾਂ 'ਚੋਂ ਚੁੱਕ ਲਿਆ। ਲੈ ਉਹ ਪੁੱਤਰਾ, ਸਾਡੇ ਪਿਓ ਤੋਂ ਤਾਂ ਸਾਡੇ ਲਈ ਨਹੀਂ ਲੱਗਾ, ਅਸੀਂ ਤੇਰੇ ਲਈ ਖੂਹ ਲਵਾ ਦਿੱਤਾ ਈ। ਫਿਰ ਉਸ ਲੰਮਾ ਡੂੰਘਾ ਸਾਹ ਭਰਿਆ, ਪਤਾ ਨਹੀਂ ਹੌਕੇ ਵਰਗਾ, ਪਤਾ ਨਹੀਂ ਤਸੱਲੀ ਵਰਗਾ। ਫਿਰ ਉਹਨੇ ਮੁੰਡਾ ਫੌਜੂ ਦੀਆਂ ਬਾਹਾਂ ਵੱਲ ਉਲਾਰ ਦਿੱਤਾ। ਲੈ ਵੀ ਫੌਜਿਆ, ਹੁਣ ਤੁਸੀਂ ਰਲ ਕੇ ਚਾਚਾ ਭਤੀਜਾ ਕਰੋ ਕੰਮ, ਅਜੇ ਮੈਥੋਂ ਇਹਨਾਂ ਨੂੰ ਖੜਿਆ ਨਹੀਂ ਜਾਣਾ। ਮੈਂ ਉੱਥੋਂ ਵਲੈਤ ਦਾ ਪ੍ਰੋਗਰਾਮ ਬਣਾਈ ਬੈਠਾ, ਉੱਧਰ ਜਾ ਕੇ ਹੁਣ ਤਾਂ ਉਹਨਾਂ ਨੂੰ ਸੱਦਾਂਗਾ। ਪ੍ਰੀਤਮ ਸਿੰਘ ਚਲਾ ਗਿਆ। ਫੌਜਾ ਸਿੰਘ ਵਾਹੀ 'ਚ ਖੁੱਭ ਗਿਆ। ਪਾਣੀ ਦੀ ਘਾਟ ਸੀ, ਉਹ ਹੁਣ ਬਹੁਤ ਹੱਦ ਤੱਕ ਪੂਰੀ ਹੋ ਗਈ ਸੀ। ਉਹਦਾ ਮਨ ਹੁਣ ਪੂਰੀ ਤਰ੍ਹਾਂ ਜ਼ਿੰਦਗੀ ਨਾਲ ਇਕਸੁਰ ਹੋਇਆ ਪਿਆ ਸੀ। ਕੰਮ ਧੰਦੇ ਤੋਂ ਵਿਹਲਾ ਹੋ ਕੇ ਉਹ ਦਰਸ਼ੂ ਨੂੰ ਕੁੱਛੜ ਚੁੱਕ ਕੇ ਕਦੀ ਸ਼ਾਹਣੀ ਦੀ ਹੱਟੀ 'ਤੇ ਕਦੀ ਤਖਤਪੋਸ਼ 'ਤੇ ਜਾ ਬੈਠਦਾ। ਹੁਣ ਹਾਰੀ ਸਾਰੀ ਉਹਨੂੰ ਟਿਚਰਾ ਨਹੀਂ ਸੀ ਕਰਦਾ। ਉਹਦਾ ਸਥਾਨ ਪਹਿਲਾਂ ਨਾਲੋਂ ਇੱਜ਼ਤ ਵਾਲਾ ਹੋ ਗਿਆ ਸੀ। ਸਿਰਫ ਉਹਦੇ ਯਾਰ ਬੇਲੀ ਉਹਨੂੰ ਛੇੜਦੇ। ਭਾਬੀ ਨੂੰ ਆਖ ਤੇਰੇ ਲਈ ਵੀ ਲਿਆ ਦੇਵੇ ਕੋਈ ਟੁੱਟੀ ਭੱਜੀ ਜਨਾਨੀ। ਇੰਨਾ ਵੀ ਨਹੀਂ ਕਰਦੀ। ਇੰਨਾ ਕਰਨ ਦੀ ਉਹਨੂੰ ਕੀ ਲੋੜ ਆ, ਤੇ ਇਹਨੂੰ ਵੀ ਕੀ,
ਭਾਊ ਜਦੋਂ ਦੋਹਾਂ ਦਾ ਸਰਦਾ ਜਾਂਦਾ ਹੈ, ਕੋਈ ਹੋਰ ਆਖਦਾ ਸ਼ਰਮ ਕਰੋ, ਕੁਝ ਸ਼ਰਮ ਕਰ, ਫੌਜਾ ਟੋਕਦਾ। ਇਸ ਕੰਮ 'ਚ ਭਰਾਵਾ ਸ਼ਰਮ ਕਾਹਦੀ? ਐਤਕੀ ਜਿਹੜਾ ਹੋਣ ਵਾਲਾ ਹੈ ਉਹ ਕਿਹਦਾ ਹੋਏ? ਧਰਮ ਨਾਲ ਨਹੀਂ, ਸਹੁੰ ਗੁਰੂ ਦੀ ਮੇਰਾ ਨਹੀਂ। ਫੌਜੂ ਹੱਸੀ ਜਾਂਦਾ ਤੇ ਉਂਗਲਾਂ ਤੇ ਮਹੀਨੇ ਗਿਣਨ ਲੱਗ ਜਾਂਦਾ। ਵੇਖ ਲਾ, ਉਹਨੀ ਦਿਨੀ ਪ੍ਰੀਤਮ ਸਿੰਘ ਇੱਥੇ ਸੀ, ਉਹਨੀ ਦਿਨੀ ਨਾ ਸਹੀ, ਇਹਨੀ ਦਿਨੀ ਤਾਂ ਫਿਰ ਠੀਕ ਠਾਕ ਹੈ ਨਾ। ਢਾਣੀ 'ਚ ਹਾਸੜ ਮੱਚ ਜਾਂਦੀ। ਇੰਜ ਹੱਸਦਿਆਂ ਖੇਡਦਿਆਂ ਦਿਨ ਗੁਜ਼ਰ ਰਹੇ ਸਨ। ਗੁਰੂ ਦੇ ਦੂਜਾ ਮੁੰਡਾ ਵੀ ਜੰਮ ਪਿਆ ਸੀ। ਪ੍ਰੀਤਮ ਸਿੰਘ ਸਿੰਗਾਪੁਰੋਂ ਵਲਾਇਤ ਚਲਾ ਗਿਆ ਸੀ। ਅਜੇ ਪਰਿਵਾਰ ਨੂੰ ਉੱਥੇ ਬੁਲਾਉਣ ਦੀ ਕੋਈ ਬੰਦੋਬਸਤ ਨਹੀਂ ਸੀ। ਇਸ ਲਈ ਉਸ ਗੁਰੂ ਨੂੰ ਲਿਖਿਆ ਸੀ ਕਿ ਹੁਣ ਪੇਕੀ ਨਾ ਜਾਵੇ ਤੇ ਪਿੰਡ ਹੀ ਰਹੇ, ਵਾਹੀ ਵਿੱਚ ਆਪ ਵੀ ਧਿਆਨ ਦੇਵੇ। ਉਹਨਾਂ ਦੇ 2 ਪੁੱਤਰ ਹੋ ਗਏ ਸਨ। ਉਹਨਾਂ ਲਈ ਉਹਦੇ ਜੱਦੀ ਪਿੰਡ ਵਿੱਚ ਉਹਨਾਂ ਦੀ ਜਾਇਦਾਦ ਹੋਣੀ ਲਾਜ਼ਮੀ ਸੀ। ਦੇਸ਼ਾਂ ਵਿਦੇਸ਼ਾਂ ਵਿੱਚ ਸਭ ਪੈਸੇ ਦੀਆਂ ਬਰਕਤਾਂ ਨੇ। ਇਸ ਲਈ ਜਿਹੜੇ ਪੈਸੇ ਉਹ ਭੇਜਦਾ ਹੈ ਉਹ ਜਿੰਨੇ ਯੋਗ ਥਾਂ ਚਾਹੀਦੇ ਹੋਣ ਵਰਤ ਕੇ ਬਾਕੀ ਜੋੜੇ ਜਾਣ। ਵਾਹੀ 'ਚੋਂ ਵੀ ਕੁਝ ਬਚਾਇਆ ਜਾਵੇ। ਫੌਜੂ ਵੀ ਫਜ਼ੂਲ ਖਰਚੀ ਨਾ ਕਰੇ। ਹੁਣ ਜੋ ਫੌਜੂ ਨਾਲ ਵਿਗੜੇ ਵੀ ਨਾ, ਕਿਉਂਕਿ ਉਹਦੀ ਕਮਾਈ ਨਾਲ ਉਹਨਾਂ ਦੇ ਪੁੱਤਰਾਂ ਦੀ ਪਿੰਡ ਵਿੱਚ ਜਾਇਦਾਦ ਬਣ ਰਹੀ ਸੀ। ਕੁਝ ਹੀ ਸਾਲਾਂ ਵਿੱਚ ਉਹਨਾਂ ਹੋਰ ਜ਼ਮੀਨ ਖਰੀਦ ਲਈ। ਨਵੀਂ ਖਰੀਦੀ ਜ਼ਮੀਨ ਗੁਰੂ ਨੇ ਆਪਣੇ ਦੋਹਾਂ ਮੁੰਡਿਆਂ ਦੇ ਨਾਂ ਕਰਵਾਈ। ਦੋਵੇਂ ਮੁੰਡੇ ਹੁਣ ਪਿੰਡ ਦੇ ਸਕੂਲ ਪੜ੍ਹਨ ਜਾਂਦੇ ਸਨ। ਉਹਨਾਂ ਦੀਆਂ ਵਰਦੀਆਂ, ਉਹਨਾਂ ਦੇ ਪੈਨ ਪੈਨਸਲਾਂ ਦੂਜਿਆਂ ਮੁੰਡਿਆਂ ਤੋਂ ਵੱਖਰੇ ਹੁੰਦੇ। ਫੌਜੂ ਭਾਵੇਂ ਅਜੇ ਵੀ ਵਾਹੀ ਦਾ ਕੰਮ ਕਰਦਾ ਸੀ, ਪਰ ਉਹਨੂੰ ਚੁੱਕਣ ਵਾਲੇ ਕਹਿੰਦੇ ਰਹਿੰਦੇ ਸਨ, ਉਹ ਕੰਜਰਾ ਕਿਉਂ ਮਰਨ ਮਿੱਟੀ ਚੁੱਕਿਓ, ਹਿੱਕ ਤੇ ਧਰ ਕੇ ਲੈ ਜਾਏਗਾ। ਕਮਾ ਕਮਾ ਕੇ ਪ੍ਰੀਤੂ ਦੇ ਟੱਬਰ ਦਾ ਹੀ ਢਿੱਡ ਭਰੀ ਜਾਂਦਾ। ਸੁੱਖ ਵੀ ਲੈ ਲਿਆ ਕਰ ਕਦੀ। ਪਹਿਲਾਂ ਤਾਂ ਫੌਜੂ ਇਹੋ ਜਿਹੀਆਂ ਗੱਲਾਂ ਇੱਕ ਕੰਨੋਂ ਸੁਣ ਕੇ ਦੂਜੇ ਕੰਨ ਕੱਢ ਦਿੰਦਾ ਰਿਹਾ। ਪਰ ਜਦੋਂ ਨਵੀਂ ਖਰੀਦੀ ਜਾਣ ਵਾਲੀ ਜ਼ਮੀਨ ਪ੍ਰੀਤਮ ਸਿੰਘ ਦੇ ਦੋਹਾਂ ਮੁੰਡਿਆਂ ਦੇ ਨਾਂ ਕਰਵਾਏ ਜਾਣ ਦੀ ਚਿੱਠੀ ਵਲੈਤੋਂ ਆਈ ਤਾਂ ਉਹ 2-3 ਦਿਨ ਨਾਰਾਜ਼ ਵੀ ਰਿਹਾ। ਉਸ ਰੋਟੀ ਨਾ ਖਾਧੀ। ਭਾਵੇਂ ਪ੍ਰੀਤਮ ਸਿੰਘ ਦੀ ਮਦਦ ਨਾਲ ਉਹਦੀ ਵਾਹੀ ਤੁਰੀ ਸੀ, ਪਰ ਉਹਦੀ ਮਿਹਨਤ ਦਾ ਉਹਨੂੰ ਕੀ ਮਿਲਿਆ ਸੀ? ਉਹਦਾ ਇਤਰਾਜ਼ ਸੀ। ਉਸ ਰਾਤ ਬੈਠਕ ਵਿੱਚ ਰੋਟੀ ਖਾਣ ਲਈ ਮਨਾਉਣ ਲਈ ਗੁਰੂ ਨੇ ਉਹਨੂੰ ਡੋਲਿਆਂ ਤੋਂ ਫੜ ਕੇ ਹਿਲੂਣਿਆ। ਬੰਦਾ ਬਣ, ਮੈਂ ਤੇਰੇ ਨਾਲ ਕੀ ਵੰਡਿਆ? ਤੂੰ ਦੱਸ, ਕਦੀ ਪੈਸੇ ਟਕੇ ਤੋਂ ਤੈਨੂੰ ਮੁੜਿਆ? ਜੇ ਢਿੱਡ ਵਾਲਾ ਤੇਰਾ ਤਾਂ ਦੂਜੇ ਕੋਈ ਬਗਾਨੇ ਨੇ। ਜਦੋਂ ਮੈਂ ਜੂ ਨਹੀਂ ਤੇਰੇ ਲਈ ਕੋਈ ਮੇਰ ਤੇਰ ਰੱਖਦੀ, ਫਿਰ ਤੂੰ ਕਿਉਂ ਲੋਕਾਂ ਦੀ ਚੁੱਕਣਾ ਚਾਹੁੰਦਾ? ਲੋਕ ਤਾਂ ਵਸਦੇ ਉਜਾੜ ਵੇਖ ਕੇ ਹੀ ਖੁਸ਼ ਨੇ। ਉੱਠ ਰੋਟੀ ਖਾ, ਐਵੇਂ ਲੋਹੇ ਦਾ ਬਣਨਾ। ਫੌਜੂ ਨਿਆਣਿਆਂ ਵਾਂਗ ਉੱਠ ਕੇ ਬੈਠ ਗਿਆ ਤੇ ਰੋਟੀ ਦੀ ਥਾਲੀ ਫੜ ਲਈ। ਗੁਰੂ ਨੇ ਸਾਹਮਣੇ ਮੰਜੇ ਤੇ ਬੈਠ ਕੇ ਉਹਦੀਆਂ ਅੱਖਾਂ ਚੱਖਾਂ ਪਾ ਲਈਆਂ। ਉਹਦੇ ਕੰਨਾਂ 'ਚ ਸੋਨੇ ਦੀਆਂ ਵਾਲੀਆਂ ਚਮਕ ਰਹੀਆਂ ਸਨ। ਉਸ ਬਟਨ ਦੱਬ ਕੇ ਵਲੈਤੋਂ ਭੇਜਿਆ ਰੇਡੀਓ ਹੋਰ ਉੱਚਾ ਕਰ ਦਿੱਤਾ। ਜੱਟਾ, ਤੇਰੇ ਵਾਸਤੇ ਹੁਣ ਮੈਨੂੰ ਜੁੱਤੀਆਂ ਵੀ ਖਾਣੀਆਂ ਪੈਣੀਆਂ ਨੇ। ਸ਼ਰੀਕੇ ਦੀਆਂ ਗੱਲਾਂ ਤਾਂ ਛੱਡ, ਜਦੋਂ ਉਹਨੂੰ ਇਸ ਗੱਲ ਦਾ ਪਤਾ ਲੱਗਾ ਮੇਰੇ ਤਵਾਹੇ ਨਾ ਲਾ ਦੂ। ਫੌਜੇ ਨੂੰ ਲੱਗਿਆ ਗੁਰੂ ਦੇ ਹੁੰਦਿਆਂ ਉਹ ਐਵੇਂ ਭਰਾ 'ਤੇ ਨਾਰਾਜ਼ ਹੁੰਦਾ ਫਿਰਦਾ। ਉਹ ਉਸ ਲਈ ਕਿੰਨੀ ਕੁਰਬਾਨੀ ਕਰ ਰਹੀ ਹੈ। ਉਸ ਕੋਲ ਖਾਣ ਖਰੀਦਣ ਲਈ ਵਾਧੂ ਪੈਸੇ ਰਹਿੰਦੇ ਹਨ। ਮੇਲਿਆਂ ਉੱਤੇ ਤੇ ਵਾਂਢੇ ਟਿੰਡੇ ਜਾਣ ਲਈ ਉਹਦੇ ਕੋਲ ਵਧੀਆ ਕੱਪੜੇ ਹੁੰਦੇ। ਗੁਰੂ ਦੇ ਆਉਣ ਨਾਲ ਤਾਂ ਉਹ ਲੋਹੇ ਤੋਂ ਸੋਨਾ ਹੋ ਗਿਆ ਸੀ। ਹੁਣ ਤਾਂ ਉਹ ਐਵੇਂ ਹੀ ਲੋਹੇ ਦਾ ਬਣਦਾ ਫਿਰਦਾ ਸੀ। ਐਤਕੀ ਜਦੋਂ ਪ੍ਰੀਤਮ ਸਿੰਘ ਆਇਆ ਤਾਂ ਗੁਰੂ ਤੇ ਫੌਜੂ ਦੇ ਮਨ ਅੰਦਰ ਇੱਕ ਲੁਕਵਾਂ ਜਿਹਾ ਸਹਿਮ ਸੀ। ਖਬਰੇ ਉਹ ਕੀ ਆਖੇ। ਜਦੋਂ ਗੁਰੂ ਤੋਂ ਪੁੱਛਣ ਲੱਗਾ ਤਾਂ ਉਹ ਇੰਨਾ ਨਾਰਾਜ਼ ਵੀ ਨਾ ਹੋਇਆ। ਇਸ ਗੱਲ ਦੀ ਤਾਂ ਜਿਵੇਂ ਉਹਨੂੰ ਪਹਿਲਾਂ ਹੀ ਆਸ ਸੀ ਤੇ ਉਹ ਇਸ ਲਈ ਆਪਣੇ ਆਪ ਨੂੰ ਪਹਿਲਾਂ ਹੀ ਤਿਆਰ ਕੀਤਾ ਹੋਇਆ ਸੀ। ਨਾਲੇ ਉਹ ਜਿਹੜੇ ਮੁਲਕ ਵਿੱਚ ਰਹਿੰਦਾ ਸੀ ਉੱਥੋਂ ਦੀ ਵਰਤੋਂ ਵਿਹਾਰ ਨੇ ਉਹਦੀਆਂ ਆਪਣੀਆਂ ਲੋੜਾਂ ਨੇ ਉਹਦੇ ਵਿੱਚ ਇੰਨੀ ਕੁ ਸਹਿਣਸ਼ੀਲਤਾ ਪੈਦਾ ਕਰ ਦਿੱਤੀ ਸੀ ਕਿ ਇਸ ਮੱਖੀ ਸਮਝੀ ਜਾਣ ਵਾਲੀ ਗੱਲ ਨੂੰ ਅੱਖੀਂ ਵੇਖ ਕੇ ਵੀ ਉਹ ਨਜ਼ਰਅੰਦਾਜ਼ ਕਰ ਦੇਵੇ, ਨਿਗਲ ਜਾਵੇ, ਪਚਾ ਜਾਵੇ। ਉਹ ਸਗੋਂ ਫੌਜੇ ਦੀ ਵਡਿਆਈ ਹੀ ਕੀਤੀ। ਪਿੰਡ ਵਿੱਚ ਬਿਜਲੀ ਆ ਜਾਣ ਤੇ ਉਹਨਾਂ ਦਾ ਪਿੰਡ ਵਿੱਚੋਂ ਪਹਿਲਾ ਬਿਜਲੀ ਦਾ ਟਿਊਬਵੈੱਲ ਲੱਗਾ। ਉਸ ਫੌਜੇ ਨੂੰ ਇੱਕ ਬੰਦਾ ਹੋਰ ਰੱਖ ਕੇ ਵਾਹੀ 2 ਹਲਾਂ ਦੀ ਕਰ ਲੈਣ ਲਈ ਆਖਿਆ। ਇੰਜ ਸਭ ਕੁਝ ਸ਼ਾਂਤੀਪੂਰਨ ਹੁੰਦਾ ਰਿਹਾ। ਪ੍ਰੀਤਮ ਸਿੰਘ ਦੂਜੇ ਚੌਥੇ ਸਾਲ ਗੇੜਾ ਮਾਰਦਾ ਰਹਿੰਦਾ। ਵੱਡੇ ਦੋਵੇਂ ਹੁਣ ਹਾਈ ਸਕੂਲ 'ਚ ਚਲੇ ਗਏ ਸਨ। ਤੀਜਾ ਮੁੰਡਾ ਭਜਨਾ ਵੀ 5 ਕੁ ਸਾਲ ਦਾ ਹੋ ਗਿਆ ਸੀ। ਇਸ ਦਰਮਿਆਨ ਫੌਜੂ ਨਵੀਂ ਜਨਾਨੀ ਲਿਆਉਣ ਦੀਆਂ ਸਾਰੀਆਂ ਸੰਭਾਵਨਾਵਾਂ ਗੁਆ ਚੁੱਕਾ ਸੀ। ਉਹਨੂੰ ਉਹਦੀ ਲੋੜ ਵੀ ਕੋਈ ਨਹੀਂ ਸੀ।
ਹਾਂ, ਹੁਣ ਉਹ ਆਪ ਵੀ ਘੱਟ ਵੱਧ ਹੀ ਕੰਮ ਕਰਦਾ, ਬੰਦੇ ਰੱਖ ਕੇ ਵਾਹੀ ਦੀ ਦੇਖ ਰੇਖ ਕਰਦਾ ਰਹਿੰਦਾ। ਨਵੀਆਂ ਖਾਦਾਂ ਤੁਰ ਪਈਆਂ ਸਨ, ਜਿਨ੍ਹਾਂ ਦੇ ਪਾਇਆਂ ਫਸਲ ਦੂਣੀ ਚੌਣੀ ਹੁੰਦੀ ਸੀ। ਫੌਜੇ ਦੇ ਰਾਹੀਂ ਤੇ ਪ੍ਰੀਤਮ ਸਿੰਘ ਵੱਲੋਂ ਆਏ ਪੈਸਿਆਂ ਰਾਹੀਂ ਗੁਰੂ ਦੀ ਬੈਂਕ ਦੀ ਕਾਪੀ ਦੀ ਰਾਸ਼ੀ ਵੱਧਦੀ ਜਾਂਦੀ ਸੀ। ਤੇ ਹੁਣ ਭਜਨੇ ਦੇ ਨਾਂ ਉੱਤੇ ਉਹਨਾਂ ਨੇ 3 ਕਿੱਲੇ ਕਿਸੇ ਤੋਂ ਬੈਅ ਕਰਾ ਲਏ ਸਨ। ਜਦੋਂ ਭਜਨੇ ਦੇ ਨਾਂ ਰਜਿਸਟਰੀ ਹੋਈ, 3-4 ਦਿਨਾਂ 11 ਬੇਲੀਆਂ ਨਾਲ ਰਲ ਕੇ ਫੌਜੂ ਪੀਂਦਾ ਰਿਹਾ। ਕੋਈ ਆਖਦਾ, ਲੈ ਇਹਨੂੰ ਕਾਹਦੀ ਖੁਸ਼ੀ ਭਲਾ, ਕਿੱਡੀ ਇਹਦੇ ਆਪਣੇ ਮੁੰਡੇ ਦੇ ਨਾਂ ਪਹਿਲੀ ਲੱਗੀ ਹੁੰਦੀ ਹੈ। ਤੇ ਉਹਦਾ ਹੀ ਤਾਂ ਹੈ, ਪਰ ਭਾਊ ਗੁਰਦੌਰੀ ਤੇ ਪ੍ਰੀਤਮ ਸਿੰਘ ਦੇ ਨਾਂ ਹੀ ਹੈ ਨਾ ਮੁੰਡੇ ਦੀ। ਪਰ ਫੌਜੂ ਭਜਨੇ ਨੂੰ ਆਪਣਾ ਹੀ ਮੁੰਡਾ ਸਮਝਦਾ ਸੀ। ਉਹ ਸੋਚਦਾ ਭਜਨਾ ਉਹਦਾ ਆਪਣਾ ਪੁੱਤਰ ਹੀ ਤਾਂ ਸੀ। ਉਹਦੇ ਰਾਹੀਂ ਉਹਦਾ ਆਉਣ ਵਾਲੇ ਸੰਸਾਰ ਨਾਲ ਨਾਤਾ ਜੁੜ ਗਿਆ ਸੀ। ਉਹ ਆਪ ਜਾ ਕੇ ਭਜਨੇ ਨੂੰ ਸਕੂਲ ਦਾਖਲ ਕਰਵਾ ਕੇ ਆਇਆ ਸੀ। ਮਾਸਟਰ ਵੱਲੋਂ ਪਿਤਾ ਦਾ ਨਾਂ ਪੁੱਛਣ ਤੇ ਫੌਜੂ ਹੱਸ ਪਿਆ ਸੀ। ਮੁਨਸ਼ੀ ਜੀ, ਜੋ ਮਰਜ਼ੀ ਲਿਖ ਦਿਓ। ਤੁਸੀਂ ਪੁੱਛੋ ਕਿਉਂ? ਤੇ ਹੱਸਣ ਲੱਗ ਪਿਆ ਤੇ ਹੱਸਦਾ ਹੱਸਦਾ ਕਹਿਣ ਲੱਗਾ, ਨਾ ਹੀ ਪੁੱਛੋ ਤਾਂ ਚੰਗਾ। ਚੰਗਾ ਨਹੀਂ ਪੁੱਛਦਾ। ਮਾਸਟਰ ਵੀ ਹੱਸ ਪਿਆ। ਪਰ ਜਦੋਂ ਯਾਰਾਂ ਨੇ ਇਸ ਬਾਰੇ ਪੁੱਛਿਆ ਤਾਂ ਉਹਨੇ ਕਿਹਾ, ਕਿਸੇ ਦਾ ਨਾ ਹੋਇਆ, ਸਾਡੇ ਦੋਹਾਂ ਭਰਾਵਾਂ ਦੀ ਕੋਈ ਵੰਡ ਵੰਡਾਈ ਤਾਂ ਹੈ ਨਹੀਂ। ਜਦੋਂ ਗੱਲ ਕੀ ਹੋਈ, ਫਿਰ ਬਿਨਾਂ ਕੁਝ ਵੰਡਾਇਆ ਉਹਨਾਂ ਦਾ ਕੰਮ ਚੱਲਦਾ ਰਿਹਾ। ਫੌਜੂ ਦੀ ਦਾੜੀ ਵਿੱਚ ਕਾਲੇ ਘਟਦੇ ਤੇ ਚਿੱਟੇ ਵੱਧਦੇ ਜਾ ਰਹੇ ਸਨ। ਉਹ ਹੁਣ ਆਪ ਵਾਹੀ ਨਹੀਂ ਸੀ ਕਰਦਾ। ਲੋਕ ਵੀ ਕਹਿੰਦੇ ਸਨ, ਇੰਨੇ ਖਪਾਹ ਤੋਂ ਪਿੱਛੋਂ ਆਰਾਮ ਕਰਨਾ ਹੀ ਚਾਹੀਦਾ। ਉਹਦਾ ਝੁਕਾਅ ਆਰਾਮ ਕਰਨ ਵੱਲ ਵੱਧਦਾ ਜਾ ਰਿਹਾ ਸੀ। ਯਾਰ ਬੇਲੀ ਉਹ ਤੋਂ ਛਕਦੇ ਛਕਾਉਂਦੇ ਰਹਿੰਦੇ। ਉਹਨੂੰ ਸਰਦਾਰ ਫੌਜਾ ਸਿੰਘ ਆਖ ਕੇ ਤੜਾ ਛੱਡਦੇ। 2 ਦੇਸ਼ਾਂ ਦੀ ਮਾਇਆ ਦਾ ਮਾਲਕ ਆਖਦੇ। ਇਸ ਮਾਇਆ ਵਿੱਚੋਂ ਉਹਨੂੰ ਦਸਵੰਧ ਕੱਢਣ ਲਈ ਪ੍ਰੇਰਦੇ ਤੇ ਉਹ ਅਕਸਰ ਇਹ ਦਸਵੰਧ ਕੱਢਦਾ ਹੀ ਰਹਿੰਦਾ ਸੀ। ਗੁਰੂ ਉਹਨੂੰ ਵਰਜਦੀ ਵੀ, ਪਰ ਉਹ ਹੱਸ ਕੇ ਟਾਲ ਛੱਡਦਾ। ਇਸ ਤੇ ਗੁਰੂ ਦੇ ਭਰਾ ਵੀ ਡਾਢੇ ਔਖੇ ਸਨ। ਉਹ ਭੈਣ ਨੂੰ ਸਮਝਾਉਂਦੇ, ਜੇ ਇਹਨੂੰ ਨੱਥ ਨਾ ਪਾਈ ਤੇ ਸਭ ਕੁਝ ਛਕ ਛਕਾ ਜਾਏਗਾ। ਉਹਨਾਂ ਪ੍ਰੀਤਮ ਸਿੰਘ ਨੂੰ ਵੀ ਇਸ ਬਾਰੇ ਚਿੱਠੀਆਂ ਲਿਖੀਆਂ। ਉਹ ਕਹਿੰਦੇ ਸਨ, ਉਹਨਾਂ ਦੇ ਭਣੇਵਿਆਂ ਦੀ ਜਾਇਦਾਦ ਇਸ ਤਰ੍ਹਾਂ ਉੱਜੜਦੀ ਪਈ ਸੀ। ਪ੍ਰੀਤਮ ਸਿੰਘ ਆਇਆ ਤਾਂ ਉਹਨੇ ਗੁਰੂ ਤੋਂ ਵੀ ਫੌਜੂ ਦੀਆਂ ਸ਼ਿਕਾਇਤਾਂ ਸੁਣੀਆਂ, ਪਰ ਉਹ ਚੁੱਪ ਹੀ ਰਿਹਾ। ਉਹ ਕੋਈ ਹੋਰ ਹੀ ਸਕੀਮ ਸੋਚੀ ਬੈਠਾ ਸੀ। ਉਸ ਦੱਸਿਆ, ਉਹਨੇ ਦੋਹਾਂ ਵੱਡੇ ਮੁੰਡਿਆਂ ਨੂੰ ਆਪਣੇ ਨਾਲ ਵਿਦੇਸ਼ ਲੈ ਜਾਣ ਦਾ ਪ੍ਰਬੰਧ ਮੁਕੰਮਲ ਕਰ ਲਿਆ ਸੀ। ਪਿੱਛੇ ਭਜਨਾ ਤੇ ਗੁਰੂ ਰਹਿਣਗੇ। ਅੰਗਰੇਜ਼ੀ ਸ਼ਰਾਬ ਦੀ ਬੋਤਲ ਮੇਜ਼ 'ਤੇ ਰੱਖ ਕੇ ਇੱਕ ਪੈਗ ਲੈਂਦਿਆਂ ਉਸ ਇੱਕ ਰਾਤ ਫੌਜੂ ਨੂੰ ਵੀ ਸਮਝਾਇਆ ਕਿ ਪਰਿਵਾਰ ਉਹਦਾ ਸੀ, ਉਹਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਸੀ। ਭਜਨੇ ਹੋਰਾਂ ਉਹਦੇ ਕੋਲ ਹੀ ਰਹਿਣਾ ਸੀ। ਇਸ ਲਈ ਜਿਹੜੀ ਜ਼ਮੀਨ ਫੌਜੂ ਦੇ ਆਪਣੇ ਨਾਂ ਸੀ, ਉਹ ਵੀ ਭਜਨੇ ਦੇ ਨਾਂ ਹੀ ਕਰਵਾ ਛੱਡੇ। ਜਦੋਂ ਘਰ ਦਾ ਸਾਰਾ ਪ੍ਰਬੰਧ ਉਹਦੇ ਹਵਾਲੇ ਸੀ ਤਾਂ ਇੰਨੀ ਕੁ ਗੱਲ ਵਿੱਚ ਕਿਹੜਾ ਫਰਕ ਪੈਣਾ ਸੀ। ਫੌਜੂ ਨੂੰ ਵੀ ਇਹ ਤੇ ਕੋਈ ਇਤਰਾਜ਼ ਨਹੀਂ ਸੀ ਜਾਪਦਾ। ਜ਼ਮੀਨ ਉਹਦੇ ਨਾਂ ਹੋਈ ਜਾਂ ਭਜਨੇ ਦੇ ਨਾਂ ਹੋਈ, ਇੱਕੋ ਹੀ ਤਾਂ ਗੱਲ ਸੀ। ਉਸ ਮਨ ਵਿੱਚ ਸੋਚਿਆ, ਕੀ ਹੋਇਆ ਜੇ ਕਾਨੂੰਨਨ ਨਹੀਂ, ਪਰ ਭਜਨਾ ਹੈ ਤਾਂ ਉਸੇ ਦਾ ਪੁੱਤਰ। ਉਹ ਆਪ ਤਹਿਸੀਲੇ ਜਾ ਕੇ ਆਪਣੀ ਜ਼ਮੀਨ ਦੀ ਰਜਿਸਟਰੀ ਭਜਨ ਸਿੰਘ ਵਲਦ ਪ੍ਰੀਤਮ ਸਿੰਘ ਦੇ ਨਾਂ ਕਰਵਾ ਆਇਆ। ਕੁਝ ਮਹੀਨਿਆਂ ਬਾਅਦ ਹੀ ਪਾਸਪੋਰਟ ਬਣ ਗਏ। ਉਹ ਤੇ ਗੁਰੂ ਦਾ ਭਰਾ ਦੋਵਾਂ ਵੱਡੇ ਮੁੰਡਿਆਂ ਨੂੰ ਆਪ ਦਿੱਲੀ ਜਾ ਕੇ ਹਵਾਈ ਜਹਾਜ਼ 'ਤੇ ਚੜ੍ਹਾ ਕੇ ਆਏ। ਮੁੰਡਿਆਂ ਦੇ ਤੁਰ ਜਾਣ ਪਿੱਛੋਂ ਘਰ ਵਿੱਚ ਕਈ ਦਿਨ ਉਦਾਸੀ ਛਾਈ ਰਹੀ। ਫੌਜੂ ਨੇ ਉਹਨਾਂ ਨੂੰ ਆਪ ਹੱਥੀਂ ਪਾਲਿਆ ਸੀ। ਉਹਨਾਂ ਨਾਲ ਉਹਦਾ ਮੋਹ ਸੀ ਤੇ ਗੁਰੂ ਦੀਆਂ ਤਾਂ ਉਹ ਆਂਦਰਾਂ ਸਨ। ਬੁੱਢੜੀ ਨੇ ਉਹਨਾਂ ਨੂੰ ਸਹਿਕ ਕੇ ਲਿਆ ਸੀ। ਘਰ ਵਿੱਚੋਂ ਕੁਝ ਦਿਨਾਂ ਲਈ ਤਾਂ ਜਿਵੇਂ ਰੂਹ ਹੀ ਨਿਕਲ ਗਈ। ਜ਼ਮੀਨ ਭਜਨੇ ਦੇ ਨਾਂ ਕਰ ਦੇਣ 'ਤੇ ਲੋਕਾਂ ਨੇ ਫੌਜੂ ਨੂੰ ਮੂਰਖ ਆਖਿਆ, ਪਰ ਫੌਜੂ ਦੇ ਮਨ 'ਚ ਇਹਦਾ ਕੋਈ ਅਸਰ ਨਹੀਂ ਸੀ ਪੈਂਦਾ। ਉਹ ਕਹਿੰਦਾ, ਜ਼ਮੀਨ ਤਾਂ ਉਹਨਾਂ ਦੀ ਹੀ ਸੀ, ਤੂੰ ਪੁੱਛ ਕਿਉਂ? ਮੇਰੇ ਮਰਨ ਤੋਂ ਪਿੱਛੋਂ ਉਹਨਾਂ ਨੂੰ ਹੀ ਤਾਂ ਮਿਲਣੀ ਸੀ। ਹੁਣ ਨਾ ਲਵਾਤੀ ਤੇ ਕਿਹੜਾ ਫਰਕ ਪੈਂਦਾ, ਤੇ ਲੱਗੀ ਵੀ ਤਾਂ ਮੇਰੇ ਆਪਣੇ ਪੁੱਤ ਦੇ ਨਾਂ ਹੀ ਹੈ। ਪਰ ਹੁਣ ਉਹ ਕੰਮ ਨਾਲੋਂ ਐਸ਼ ਵੱਲ ਵਧੇਰੇ ਧਿਆਨ ਦਿੰਦਾ। ਲੋਕਾਂ ਦੀਆਂ ਗੱਲਾਂ ਦਾ ਅਸਰ ਸੀ ਜਾਂ ਉਹਦੇ ਮਨ ਦੀ ਮਰਜ਼ੀ। ਉਹ ਕਹਿੰਦਾ ਸੀ, ਥੋੜ੍ਹਾ ਚਿਰ ਮਿੱਟੀ ਨਾਲ ਮਿੱਟੀ ਹੋ ਕੇ ਵੇਖਿਆ, 4 ਦਿਨ ਮੌਜ ਵੀ ਕਰਨੀ ਚਾਹੀਦੀ ਹੈ। ਗੁਰੂ ਦੇ ਸਮਝਾਉਣ 'ਤੇ ਉਹ ਨਾ ਸਮਝਿਆ। ਹੁਣ ਉਹ ਮਜ਼੍ਹਬੀਆਂ ਦੇ ਘਰ ਦੀ ਸ਼ਰਾਬ ਕਢਵਾ ਕੇ ਕਿਸੇ ਬੇਲੀ ਨਾਲ ਰਲ ਕੇ ਪੀ ਵੀ ਲੈਂਦਾ। ਅੱਡੇ 'ਤੇ ਜਾਂਦਾ ਤਾਂ ਉਹਦੇ ਨਾਲ 1-2 ਯਾਰ ਜ਼ਰੂਰ ਹੁੰਦੇ, ਬਰਫੀ ਬਦਾਣਾ ਛਕਣ ਵਾਲੇ। ਉਹ ਉੱਤੋਂ ਤਾਂ ਭਾਵੇਂ ਕਹਿੰਦਾ ਸੀ ਭਜਨਾ ਉਹਦਾ ਹੀ ਪੁੱਤਰ ਹੈ, ਪਰ ਸਮਾਜ ਵਿੱਚ ਉਹਦੀ ਅਪਰਵਾਨਗੀ ਉਹਨੂੰ ਦੁਖੀ ਵੀ ਕਰਦੀ। ਕਈ ਵਾਰ ਉਹਨੂੰ ਇਹ ਵੀ ਲੱਗਦਾ ਜਿਵੇਂ ਪ੍ਰੀਤਮ ਸਿੰਘ ਨੇ ਉਸ ਨਾਲ ਧੋਖਾ ਕੀਤਾ ਹੋਵੇ।
ਗੁਰੂ ਦਾ ਭਰਾ ਜਦੋਂ ਆ ਕੇ ਕਈ ਵਾਰ ਵੱਖ ਕਮਰੇ 'ਚ ਉਹਦੇ ਤੋਂ ਚੋਰੀ ਕਿੰਨਾ ਚਿਰ ਗੱਲਾਂ ਕਰਦਾ ਰਹਿੰਦਾ ਤਾਂ ਉਸ ਉੱਤੇ ਤਾਂ ਗੁੱਸਾ ਆਉਂਦਾ ਹੀ। ਉਹਨੂੰ ਗੁਰੂ ਵੀ ਸਾਜ਼ਿਸ਼ੀ ਲੱਗਦੀ। ਲੋਕਾਂ ਦੀਆਂ ਗੱਲਾਂ 'ਚ ਉਹਨੂੰ ਸੱਚਾਈ ਨਜ਼ਰ ਆਉਂਦੀ ਤੇ ਭਜਨੀ ਰਾਹੀਂ ਇਸ ਸੰਸਾਰ 'ਚ ਗੱਡੀ ਜੜ ਉਹਨੂੰ ਵਿਅਰਥ ਲੱਗਦੀ। ਭਜਨਾ ਤਾਂ ਪ੍ਰੀਤਮ ਸਿੰਘ ਦਾ ਹੀ ਪੁੱਤਰ ਸੀ। ਇਸ ਅਹਿਸਾਸ 'ਚ ਉਹਨੂੰ ਲੱਗਦਾ ਐਵੇਂ ਖਪਾ ਕਰਨ ਦੀ ਕੀ ਲੋੜ ਹੈ। ਉਹਦਾ ਅੰਦਰ ਸ਼ੀਸ਼ੇ ਵਾਂਗ ਤਿੜਕਿਆ ਪਿਆ ਸੀ। ਗੁਰੂ ਨੂੰ ਸਮਝਾਉਂਦੀ ਪਰ ਉਹ ਬਾਜ਼ ਨਾ ਆਉਂਦਾ। ਉਹ ਸੋਚਦਾ ਸਭ ਕੁਝ ਤਾਂ ਮੈਂ ਦੇ ਦਿੱਤਾ, ਹੁਣ ਮੈਨੂੰ ਖਾਣ ਪੀਣ ਤੋਂ ਵੀ ਕਿਉਂ ਵਰਜਦੇ ਨੇ। ਸਾਰੀ ਉਮਰ ਮੈਂ ਥੋੜ੍ਹੀ ਕਮਾਈ ਕੀਤੀ, ਸਾਰੀ ਉਮਰ ਮੈਂ ਇਹਨਾਂ ਦਾ ਢਿੱਡ ਭਰਿਆ, ਹੁਣ ਮੈਨੂੰ ਢਿੱਡ ਭਰਦਾ ਵੇਖ ਕਿਉਂ ਔਖੇ ਹੁੰਦੇ ਨੇ। ਗੁਰੂ ਨੇ ਭਰਾਵਾਂ ਦੇ ਆਖੇ ਫੌਜੂ ਦੇ ਇਸ ਵਿਹਾਰ ਬਾਰੇ ਪ੍ਰੀਤਮ ਸਿੰਘ ਨੂੰ ਚਿੱਠੀਆਂ ਲਿਖੀਆਂ। ਪ੍ਰੀਤਮ ਸਿੰਘ ਨੇ ਵੀ ਫੌਜੂ ਨੂੰ ਲਿਖਿਆ ਉਹ ਹਿਸਾਬ ਨਾਲ ਖਰਚ ਕਰੇ। ਉਹ ਉਸ ਨੂੰ ਕਿਸੇ ਗੱਲੋਂ ਵਰਜਦਾ ਨਹੀਂ, ਜਾਇਦਾਦ ਉਹਦੀ ਹੈ, ਕਿਸੇ ਦੇ ਨਾਂ ਹੋਈ, ਉਹੀ ਤਾਂ ਵਰਤਣੀ ਸੀ, ਉਹੋ ਹੀ ਤਾਂ ਵਰਤਦਾ ਰਿਹਾ ਸੀ। ਉਸ ਕਿਹਾ ਸੀ ਜ਼ਮੀਨ ਹਿੱਸੇ ਠੇਕੇ 'ਤੇ ਦੇ ਕੇ ਉਸ ਮਾੜੀ ਕੀਤੀ ਸੀ, ਆਪ ਵਾਹੀ ਕਰਨੀ ਚਾਹੀਦੀ ਸੀ। ਤੇ ਜੇ ਉਹ ਨਹੀਂ ਕਰ ਸਕਦਾ ਤਾਂ ਪ੍ਰੀਤਮ ਸਿੰਘ ਨੇ ਲਿਖਿਆ ਸੀ ਗੁਰੂ ਦਾ ਇੱਕ ਭਰਾ ਉਹਦੇ ਕੋਲ ਮਦਦ ਲਈ ਆ ਸਕਦਾ ਸੀ। ਚਿੱਠੀ ਸੁਣਦਿਆਂ ਫੌਜੂ ਅੱਗ ਬਗੋਲਾ ਹੋ ਗਿਆ। ਉਹਨੂੰ ਲੋਕਾਂ ਦੀਆਂ ਗੱਲਾਂ ਸੱਚੀਆਂ ਨਜ਼ਰ ਆ ਰਹੀਆਂ ਸਨ। ਲੋਕ ਵੀ ਕਹਿੰਦੇ ਸਨ ਤੇ ਉਹ ਵੀ ਸੋਚਣ ਲੱਗ ਪਿਆ ਸੀ ਕਿ ਪ੍ਰੀਤਮ ਸਿੰਘ ਆਪਣੇ ਸਾਲਿਆਂ ਦੇ ਹੱਥ ਜ਼ਮੀਨ ਦਾ ਸਾਰਾ ਪ੍ਰਬੰਧ ਸੌਂਪਣਾ ਚਾਹੁੰਦਾ ਹੈ। ਜਦੋਂ ਇੱਕ ਦਿਨ ਪਰੇ ਵਿੱਚ ਕਿਸੇ ਨੇ ਉਸ ਤੋਂ ਇਸ ਬਾਰੇ ਪੁੱਛਿਆ ਤਾਂ ਉਹ ਇੱਕ ਤਰ੍ਹਾਂ ਚੀਕ ਪਿਆ, ਉਹ ਮੈਂ ਲੱਤਾਂ ਨਾ ਛਾਂਗ ਦੂੰ, ਕੋਈ ਕੰਜਰ ਵੜ ਕੇ ਵੇਖੇ ਮੇਰੀ ਜ਼ਮੀਨ 'ਚ, ਇਹ ਕੀ ਲੱਗਦੇ ਨੇ ਜ਼ਮੀਨ ਦੇ। ਉਹਦਾ ਇਸ਼ਾਰਾ ਗੁਰੂ ਦੇ ਭਰਾਵਾਂ ਵੱਲ ਸੀ, ਜਿਨ੍ਹਾਂ ਦੀ ਅੱਖ ਜ਼ਮੀਨ 'ਤੇ ਸੀ, ਜਿਹੜੇ ਗੁਰੂ ਰਾਹੀਂ ਇਸ ਘਰ ਦੇ ਮਾਲਕ ਬਣਨਾ ਚਾਹੁੰਦੇ ਸਨ। ਗੁਰੂ ਦੀ ਵੀ ਇਸ ਵਿੱਚ ਮਰਜ਼ੀ ਨਜ਼ਰ ਆਉਂਦੀ ਸੀ। ਬਹੁਤੀ ਗੱਲ ਹੋਈ ਤਾਂ ਮੈਂ ਆਪਣੇ ਅੱਧ ਦੀ ਜਾਇਦਾਦ ਨਾ ਵੰਡਾ ਲੂੰ, ਫੌਜੀ ਆਖਦਾ। ਆਪੇ ਹੱਥ ਵੱਢ ਕੇ ਦੇ ਬੈਠਾ ਭਾਊ, ਅੱਧ ਤੈਨੂੰ ਕੌਣ ਦਊ। ਗੁਰੂ ਤੇਰੇ ਕੋਲ ਹੈਗੀ, ਉਹ ਭਾਵੇਂ ਅੱਧੀ ਆਖ ਭਾਵੇਂ ਸਾਰੀ ਆਖ ਲੈ। ਗੱਲ ਹਾਸੇ ਪੈ ਜਾਂਦੀ। ਭਜਨਾ ਵੱਡਾ ਹੋ ਰਿਹਾ ਸੀ। ਮਨ ਵਿੱਚ ਪੈਦਾ ਹੋਈ ਕੁੜੱਤਣ ਮਿਠਾਸ ਵਿੱਚ ਬਦਲ ਜਾਂਦੀ ਜਦੋਂ ਭਜਨਾ ਬਸਤਾ ਲੈ ਕੇ ਉਹਦੇ ਸਾਹਮਣੇ ਸਾਈਕਲ 'ਤੇ ਚੜ੍ਹ ਕੇ ਸਕੂਲ ਨੂੰ ਜਾਂਦਾ। ਫੌਜੂ ਨੂੰ ਉਹਦੇ ਮੂੰਹ ਵਿੱਚੋਂ ਆਪਣਾ ਮੂੰਹ ਦਿਸਦਾ। ਉਹ ਕਿੰਨਾ ਚਿਰ ਸ਼ੀਸ਼ਾ ਲੈ ਕੇ ਆਪਣੇ ਨਕਸ਼ ਨਿਹਾਰਦਾ ਰਹਿੰਦਾ ਤੇ ਫਿਰ ਭਜਨੇ ਦੇ ਨਕਸ਼ਾਂ ਵਿੱਚ ਉਹਨਾਂ ਨੂੰ ਤੋਲਦਾ ਰਹਿੰਦਾ। ਉਹਦਾ ਜੀਅ ਕਰਦਾ ਭਜਨੇ ਨੂੰ ਘੁੱਟ ਕੇ ਗਲ ਨਾ ਲਾ ਲਵੇ। ਆ ਮੇਰਾ ਬੀਬਾ ਪੁੱਤ, ਇੱਕ ਮਿੱਠੀ ਦੇਖਾਂ ਮੈਨੂੰ। ਉਸ ਭਜਨੇ ਨੂੰ ਡੋਲਿਓਂ ਫੜ ਕੇ ਨੇੜੇ ਕੀਤਾ। ਭਜਨੇ ਨੇ ਛੇਤੀ ਨਾਲ ਦੋਹਾਂ ਬਾਹਾਂ 'ਚ ਆਪਣਾ ਮੂੰਹ ਲੁਕਾ ਲਿਆ। ਚਾਚਾ ਮੈਨੂੰ ਨਾ ਛੇੜ ਕਰਦਾ ਉਸ ਤੋਂ ਬਾਂਹ ਛੁਡਾ ਕੇ ਭੱਜ ਗਿਆ। ਉਹ ਹੁਣ 12-13 ਸਾਲਾਂ ਦਾ ਹੋ ਗਿਆ ਸੀ। ਉਹਨੂੰ ਸੰਗ ਆਉਂਦੀ ਸੀ। ਉਂਝ ਵੀ ਉਹਦੀ ਮਾਂ ਤੇ ਫੌਜੂ ਦੇ ਸਬੰਧਾਂ ਦੀ ਗੱਲ ਕਰਕੇ ਮੁੰਡੇ ਉਹਨੂੰ ਛੇੜਦੇ ਰਹਿੰਦੇ ਸਨ। ਭੱਜੇ ਜਾਂਦੇ ਭਜਨੇ ਦੀ ਪਿੱਠ ਦੇਖਦਿਆਂ ਇੱਕਦਮ ਉਹਨੂੰ ਖਿਆਲ ਆਇਆ, ਉਹ ਤਾਂ ਐਵੇਂ ਬਗਾਨੇ ਪਰਾਂ 'ਤੇ ਉੱਡਦਾ ਫਿਰਦਾ। ਭਜਨਾ ਉਹਨੂੰ ਕਿਹੜਾ ਆਪਣਾ ਬਾਪ ਸਮਝਦਾ। ਭਜਨੇ 'ਤੇ ਉਹਦਾ ਕਾਹਦਾ ਮਾਣ ਹੈ। ਉਹਦੇ ਅੰਦਰ ਡੂੰਘੀ ਉਦਾਸੀ ਪਸਰ ਗਈ। ਉਹਨੂੰ ਖਿਆਲ ਆਇਆ ਉਹਦਾ ਇਸ ਸੰਸਾਰ 'ਚ ਕੀ ਸੀ। ਗੁਰੂ ਹੁਣ ਨਾਰਾਜ਼ ਰਹਿੰਦੀ ਸੀ। ਜ਼ਮੀਨ ਉਹ ਹੱਥੀਂ ਲਿਖ ਕੇ ਦੇ ਚੁੱਕਾ ਸੀ। ਉਹਨੂੰ ਸਾਰੇ ਰਿਸ਼ਤੇ ਮਸਨੂਈ ਜਿਹੇ ਲੱਗਦੇ। ਪਰ ਦੂਜੇ ਪਲ ਉਹ ਇਹ ਵਿਚਾਰ ਛਿੜਕ ਦਿੰਦਾ, ਗੁਰੂ ਆਪਣੀ ਤਾਂ ਹੈ, ਭਜਨਾ ਆਪਣਾ ਹੀ ਤਾਂ ਹੈ, ਜ਼ਮੀਨ ਆਪਣੀ ਤਾਂ ਹੈ। ਤੇ ਹੱਥੋਂ ਖਿਸਕਦਾ ਜਾਂਦਾ ਰੱਸਾ ਉਹ ਘੁੱਟ ਕੇ ਫੜ ਲੈਂਦਾ, ਧਰਤੀ 'ਚ ਪੈਰ ਗੱਡ ਲੈਂਦਾ। ਉਹ ਸੋਚਦਾ ਉਂਝ ਵੀ ਉਹਨਾਂ ਨਾਲ ਰਲ ਕੇ ਚੱਲਿਆ ਹੀ ਉਹਦਾ ਭਲਾ ਸੀ। ਉਹਨਾਂ ਤੋਂ ਟੁੱਟ ਕੇ ਉਹ ਕੰਮ ਵੀ ਕਿਹੜੇ ਸੀ, ਉਹਦਾ ਹੋਰ ਹੈ ਵੀ ਕਿਹੜਾ ਸੀ। ਤੇ ਉਹ ਗੁਰੂ ਦੀ ਨਾਰਾਜ਼ਗੀ ਮੱਠੀ ਕਰਨ ਲਈ ਉਹਨੂੰ ਵਚਨ ਦਿੰਦਾ, ਉਹ ਅੱਗੇ ਤੋਂ ਘੱਟ ਖਰਚ ਕਰਿਆ ਕਰੇਗਾ, ਘਰ ਵੱਲ ਵਧੇਰੇ ਧਿਆਨ ਦਿਆ ਕਰੇਗਾ। ਤੇ ਜਦੋਂ ਪ੍ਰੀਤਮ ਸਿੰਘ ਦੇ ਕਹੇ ਤੇ ਗੁਰੂ ਦਾ ਭਰਾ ਉਹਨਾਂ ਦਾ ਪਿੰਡ ਉਹਨਾਂ ਦੀ ਜ਼ਮੀਨ 'ਤੇ ਆਪ ਵਾਹੀ ਕਰਨ ਆਇਆ ਤਾਂ ਅੰਦਰ ਬਾਹਰ ਭਾਵੇਂ ਗੁੱਸੇ ਵਿੱਚ ਫੌਜੂ ਉਹਨੂੰ ਗਾਲਾਂ ਵੀ ਕੱਢਦਾ ਰਿਹਾ, ਪਰ ਉਹ ਉਹਦੀਆਂ ਲੱਤਾਂ ਨਾ ਛਾਂਗ ਸਕਿਆ। ਵਿੱਚੋਂ ਹੀ ਸਿਆਣੇ ਬੰਦਿਆਂ ਨੇ ਆਖਿਆ, ਤੈਨੂੰ ਰੋਟੀ ਪਾਣੀ ਚਾਹੀਦਾ, ਆਰਾਮ ਨਾਲ ਛਕਦਾ ਰਹਿ, ਪੈਸੇ ਲੈਣ ਦੀ ਤੈਨੂੰ ਲੋੜ ਵੀ ਕੀ ਆ, ਤੇਰੇ ਹੱਥ ਵੱਸ ਵੀ ਤਾਂ ਕੁਝ ਨਹੀਂ, ਰੌਲਾ ਪਾ ਕੇ ਐਵੇਂ ਫਿੱਕਿਆਂ ਹੀ ਪੈਣਾ। ਭਾਵੇਂ ਉਹ ਅੰਦਰੋਂ ਅੰਦਰ ਡਾਢਾ ਔਖਾ ਸੀ। ਘਰ ਵਿੱਚ ਉਹਦੀ ਸਰਦਾਰੀ ਖਤਮ ਹੋ ਰਹੀ ਸੀ। ਜ਼ਮੀਨ ਦੇ ਮਾਮਲੇ ਵਿੱਚ ਉਹਦੀ ਪੁੱਛ ਘਟ ਰਹੀ ਸੀ, ਪਰ ਫਿਰ ਵੀ ਜਿਵੇਂ ਉਸਨੇ ਆਪ ਹੀ ਆਪਣੀ ਹੋਣੀ ਨੂੰ ਪ੍ਰਵਾਨ ਕਰ ਲਿਆ। ਉਹਨੂੰ ਸੱਚੀ ਫਿੱਕੇ ਪੈਣ ਦੀ ਲੋੜ ਨਹੀਂ ਸੀ।
ਜ਼ਮੀਨ ਬਾਰੇ ਹੁਣ ਸਾਰੇ ਮਾਮਲੇ ਗੁਰੂ ਤੇ ਉਹਦਾ ਭਰਾ ਹੀ ਮਰਜ਼ੀ ਨਾਲ ਤੈਅ ਕਰਦੇ ਸਨ। ਉਹਨੂੰ ਐਵੇਂ ਨਾ ਮਾਤਰ ਹੀ ਪੁੱਛਿਆ ਜਾਂਦਾ। ਸੰਸਾਰ ਦੀਆਂ ਸਰਗਰਮੀਆਂ ਵਿੱਚ ਉਹ ਜਿਵੇਂ ਇੱਕ ਵਾਧੂ ਜੀਵ ਸੀ। ਉਹਨੂੰ ਇੱਕ ਵਾਰ ਫੇਰ ਮਹਿਸੂਸ ਹੋਇਆ ਜਿਵੇਂ ਜ਼ਿੰਦਗੀ ਫਜ਼ੂਲ ਜਿਹੀ ਕੋਈ ਚੀਜ਼ ਹੈ ਜਿਹੜੀ ਉਹਦੇ ਸਿਰ ਬਦੋ-ਬਦੀ ਜਿਉਣ ਲਈ ਮੜ੍ਹ ਦਿੱਤੀ ਗਈ ਹੈ। ਕਿੱਡੀ ਅਜੀਬ ਜ਼ਿੰਦਗੀ ਸੀ ਜਿਹਦੇ ਅਰਥਾਂ ਦੀ ਉਹਨੂੰ ਸਮਝ ਨਹੀਂ ਸੀ ਪੈ ਰਹੀ। ਉਹ ਇੰਨੀ ਉਮਰ ਜ਼ਿੰਦਗੀ ਜਿਉਂਦਾ ਆਇਆ ਸੀ ਤੇ ਹੁਣ ਉਹ ਨਾ ਖਾਂ ਜੀਵੇ। ਉਹਦੇ ਜਿਉਣ ਖੁਣੋਂ ਕੀ ਥੁੜਿਆ ਪਿਆ। ਉਸ ਰੱਜ ਕੇ ਸ਼ਰਾਬ ਪੀਤੀ ਤੇ ਬੈਠਕ ਵਿੱਚ ਮੰਜੇ ਤੇ ਲੰਮਾ ਪੈ ਕੇ ਰੋਣਾ ਸ਼ੁਰੂ ਕਰ ਦਿੱਤਾ। ਉਹ ਬਾਰ-ਬਾਰ ਕਹਿ ਰਿਹਾ ਸੀ, ਮਨਾ, ਇਸ ਨਾਲੋਂ ਤਾਂ ਮਰ ਜਾਏ ਚੰਗਾ ਹੈ। ਐਵੇਂ ਕਮਲ ਨਾ ਮਰ, ਤੈਨੂੰ ਕਾਹਦਾ ਘਾਟਾ? ਆ ਵੇਖ ਤੇਰਾ ਹੀਰੇ ਵਰਗਾ ਪੁੱਤ। ਮੈਂ ਆਨੀ ਆ ਤੈਨੂੰ ਹੁੰਦਾ ਕੀ ਜਾਂਦਾ? ਤੂੰ ਇੰਨਾ ਮੋਹ ਤੋੜ ਕਿਉਂ ਹੁੰਦਾ ਜਾਂਦਾ? ਐਵੇਂ ਪਲਾਲ ਨਾ ਕਰ, ਫੌਜੀ ਦੇ ਮੂੰਹੋਂ ਨਿਕਲਿਆ। ਰਹਿਣ ਦੇ ਮੈਨੂੰ ਮੇਰੇ ਰਹਿਣ ਤੇ। ਉਹ ਪਾਸਾ ਬਦਲ ਕੇ ਲੇਟ ਗਿਆ। ਦਿਨ ਲੰਘਦੇ ਜਾ ਰਹੇ ਸਨ ਪਰ ਉਹਨੂੰ ਲੱਗਦਾ ਜਿਵੇਂ ਹਰ ਦਿਨ ਘੋੜ ਦੌੜ ਵਾਂਗ ਉਹਨੂੰ ਆਪਣੇ ਸੁੰਮਾਂ ਹੇਠ ਲਤਾੜ ਕੇ ਲੰਘਦਾ ਜਾ ਰਿਹਾ। ਉਹਦੇ ਪਾਸੇ ਭੰਦਾ, ਹੱਡੀਆਂ ਤੋੜਦਾ, ਲਹੂ ਲੁਹਾਨ ਕਰਦਾ। ਭਜਨਾ ਵੀ ਉਸ ਨਾਲ ਬੋਲ ਸਾਂਝੇ ਕਰਨ ਤੋਂ ਝਿਜਕਦਾ। ਉਹਦੇ ਨਾਲ ਦੋ ਗੱਲਾਂ ਕਰਨ ਲਈ ਤਰਸਦਾ ਰਹਿੰਦਾ। ਜੇ ਕਿਤੇ ਮੌਕਾ ਮਿਲਦਾ ਵੀ ਤਾਂ ਭਜਨਾ ਹੌਲੀ ਜਿਹੀ ਹੁੰਗਰ ਭਰ ਕੇ ਚੁੱਪ ਹੋ ਜਾਂਦਾ ਜਾਂ ਖਿਸਕ ਜਾਂਦਾ ਤੇ ਉਹ ਸੋਚਦਾ, ਇਹ ਕੀ ਜ਼ਿੰਦਗੀ ਹੈ, ਇਹ ਕੀ ਰਿਸ਼ਤੇ ਹਨ, ਖੁਸ਼ਕ ਜਿਹੇ, ਭੁਰਭੁਰੇ ਜਿਹੇ। ਤੇ ਅਜੇ ਉਹਨੂੰ ਜ਼ਿੰਦਗੀ ਦੇ ਅਰਥ ਸਮਝ ਨਹੀਂ ਸਨ ਪਏ ਕਿ ਗੁਰੂ ਤੇ ਭਜਨੇ ਦੋਹਾਂ ਨੂੰ ਪ੍ਰੀਤਮ ਸਿੰਘ ਨੇ ਉੱਧਰ ਬੁਲਾ ਲਿਆ ਸੀ। ਜਿਸ ਦਿਨ ਭਜਨੇ ਹੋਰਾਂ ਜਾਣਾ ਸੀ ਉਹਨੂੰ ਅੰਮ੍ਰਿਤਸਰੋਂ ਵਾਪਸ ਕਰ ਦਿੱਤਾ ਗਿਆ। ਅੱਗੇ ਗੁਰੂ ਦਾ ਭਰਾ ਉਹਨਾਂ ਨੂੰ ਛੱਡਣ ਗਿਆ ਸੀ। ਤੁਰਦੇ ਸਮੇਂ ਗੁਰੂ ਆਪਣੇ ਕਈ ਸਾਲਾਂ ਤੋਂ ਵਿਦੇਸ਼ ਗਏ ਮੁੰਡਿਆਂ ਦੇ ਮਿਲਾਪ ਦੀ ਇੱਛਾ ਵਿੱਚ ਖੀਵੀ ਹੋਈ ਖੁਸ਼ੀ ਵਿੱਚ ਫੁੱਲੀ ਨਹੀਂ ਸੀ ਸਮਾ ਰਹੇ। ਫੌਜੂ ਉਸ ਵੱਲੋਂ ਦੋ ਹਮਦਰਦੀ ਦੇ ਬੋਲ ਚਾਹੁੰਦਾ ਸੀ ਪਰ ਉਹਨੂੰ ਤਾਂ ਇਹਨਾਂ ਬੋਲਾਂ ਦਾ ਜਿਵੇਂ ਚੇਤਾ ਹੀ ਵਿਸਰ ਗਿਆ ਸੀ। ਜਿਹੜੀ ਉਹਨੂੰ ਮੋਹ ਤੋੜ ਹੁੰਦੇ ਜਾਣ ਦੇ ਮਿਹਣੇ ਮਾਰਦੀ ਰਹਿੰਦੀ ਸੀ, ਅੱਜ ਪਤਾ ਨਹੀਂ ਕਿਉਂ ਮੋਹ ਤੋੜ ਗਈ ਸੀ। ਘਰ ਆਇਆ ਤਾਂ ਖਾਲੀ ਘਰ ਵੇਖ ਕੇ ਫੌਜੂ ਦੇ ਦਿਲ ਦਾ ਰੁੱਗ ਭਰਿਆ ਗਿਆ। ਬੁੱਢੜੀ ਮਾਂ ਇੱਕ ਪਾਸੇ ਸਿਸਕੀ ਜਾ ਰਹੀ ਸੀ। ਹੱਡੀਆਂ ਦੀ ਮੁੱਠ ਮਾਂ ਦੇ ਗਲ ਲੱਗ ਕੇ ਉਹਦੀਆਂ ਧਾਹਾਂ ਹੀ ਨਿਕਲ ਗਈਆਂ। ਮਾਂ ਮੇਰੀਏ, ਤੂੰ ਮੈਨੂੰ ਕਾਹਦੇ ਲਈ ਜੰਮਿਆ ਸੀ? ਤੇ ਉਹ ਕਿੰਨਾ ਚਿਰ ਰੋਂਦਾ ਰਿਹਾ। ਉਹਦੀਆਂ ਅੱਖਾਂ ਵਿੱਚੋਂ ਪਤਾ ਨਹੀਂ ਕਿਹੜੇ ਦਰਿਆਵਾਂ ਦੇ ਬੰਨ੍ਹ ਟੁੱਟ ਪਏ ਸਨ। ਗੁਰੂ ਨੂੰ, ਭਜਨੇ ਨੂੰ ਉਹ ਆਪਣਾ ਸਮਝਦਾ ਰਿਹਾ ਪਰ ਉਹਨਾਂ ਤੇ ਜਿਹਦਾ ਹੱਕ ਸੀ ਉਹਨੇ ਉਹਨਾਂ ਨੂੰ ਬੁਲਾ ਲਿਆ ਸੀ ਤੇ ਸਾਰੀ ਰਾਤ ਉਹ ਆਪਣੀ ਨਿਰਾਰਥਕ ਫਜ਼ੂਲ ਜ਼ਿੰਦਗੀ ਬਾਰੇ ਸੋਚਦਾ ਰਿਹਾ। ਜੇ ਉਹਨੂੰ ਜਿਉਣ ਦਾ ਕੋਈ ਮਕਸਦ ਉਹਨੂੰ ਨਜ਼ਰ ਨਹੀਂ ਸੀ ਆਉਂਦਾ ਪਿਆ। ਗੁਰੂ ਦੇ ਇਸ ਘਰ ਆਉਣ ਤੋਂ ਲੈ ਕੇ ਭਜਨੇ ਨੂੰ ਕੁੱਛੜ ਚੁੱਕ ਕੇ ਕਢਾਉਣ ਤੇ ਉਂਗਲ ਲਾ ਕੇ ਸਕੂਲ ਲੈ ਜਾਣ ਦੀਆਂ ਯਾਦਾਂ ਵਾਰੀ-ਵਾਰੀ ਉਹਦੇ ਅੰਦਰ ਵਿੰਨ ਰਹੀਆਂ ਸਨ। ਰੜੇ ਵਿੱਚ ਇਕੱਲੇ ਰੁੱਖ ਵਾਂਗ ਰਹਿ ਗਿਆ ਸੀ ਫੌਜੂ। ਅੱਗੇ ਤਾਂ ਉਸ ਕੋਲ ਜ਼ਮੀਨ ਸੀ, ਉਦੋਂ ਤਾਂ ਉਸ ਦੀ ਕੋਈ ਉਮਰ ਵੀ ਸੀ। ਹੁਣ ਉਹਦਾ ਗੁਜ਼ਾਰਾ ਕਿਵੇਂ ਚੱਲੇਗਾ? ਇਸ ਘਰ ਵਿੱਚ ਤਾਂ ਗੁਰੂ ਦੇ ਭਰਾ ਭਰਜਾਈ ਦਾ ਹੀ ਹੁਣ ਰਾਜ ਹੋਣਾ ਸੀ। ਉਹ ਤਾਂ ਉਸ ਵਿੱਚ ਘਰ ਕੁੱਤਿਆਂ ਬਰਾਬਰ ਹੀ ਸੀ। ਉਹਨੂੰ ਕੋਈ ਬੁਰਕੀ ਪਾਵੇ ਜਾਂ ਨਾ, ਉਹਨੂੰ ਅੱਜ ਬਹੁਤ ਬੁਰੀ ਤਰ੍ਹਾਂ ਅਹਿਸਾਸ ਹੋਇਆ ਕਿ ਉਸ ਆਪਣੀ ਜ਼ਮੀਨ ਕਿਉਂ ਪ੍ਰੀਤਮ ਸਿੰਘ ਦੇ ਕਹੇ ਤੇ ਭਜਨੇ ਦੇ ਨਾਂ ਕਰ ਦਿੱਤੀ ਸੀ। ਉਹਦੀ ਪਿੰਡ ਵਿੱਚ ਜ਼ਮੀਨ ਨਾਲ ਤਾਂ ਉਹਦਾ ਰਿਸ਼ਤਾ ਸੀ, ਉਹਦਾ ਕਿੱਲਾ ਕਾਇਮ ਸੀ। ਹੁਣ ਤਾਂ ਬੁੱਢੇ ਪਾਲਤੂ ਪਸ਼ੂ ਵਾਂਗ ਸੀ ਜਿਹਨੂੰ ਡੰਡੇ ਮਾਰ ਕੇ ਜਦੋਂ ਮਰਜ਼ੀ ਕੋਈ ਘਰੋਂ ਕੱਢ ਦੇ। ਭਜਨੇ ਹੋਰਾਂ ਨੂੰ ਗਿਆ ਅਜੇ ਕੁਝ ਦਿਨ ਹੀ ਹੋਏ ਸਨ ਕਿ ਗੁਰੂ ਦੇ ਭਰਾ ਨੇ ਉਹਨੂੰ ਸਾਫ਼ ਕਹਿ ਦਿੱਤਾ ਸੀ, ਕਮਾਈ ਕਰੇਂਗਾ ਤਾਂ ਖਾਣ ਨੂੰ ਮਿਲੂ, ਨਹੀਂ ਤਾਂ ਮੈਂ ਭਰਾਵਾ ਕੋਈ ਠੇਕਾ ਨਹੀਂ ਲਿਆ ਤੇਰਾ। ਮੈਂ ਤਾਂ ਅਗਲਿਆਂ ਨੂੰ ਜ਼ਮੀਨ ਦਾ ਹਿਸਾਬ ਕਿਤਾਬ ਪੂਰਾ ਦੇਣਾ। ਫੌਜੂ ਦੀ ਮਜਬੂਰੀ ਸੀ ਤੇ ਉਹਨੂੰ ਕਾਮਿਆਂ ਵਾਂਗ ਉਹਦਾ ਕੰਮ ਕਰਨਾ ਪੈ ਰਿਹਾ ਸੀ। ਉਹ ਅੰਦਰੋਂ ਹਿੱਲ ਗਿਆ ਸੀ। ਧਰਤੀ ਵਿੱਚ ਗੱਡੇ ਉਹਦੇ ਪੈਰ ਉਖੜਦੇ ਜਾ ਰਹੇ ਸਨ। ਰੱਸਾ ਉਹਦੇ ਹੱਥਾਂ 'ਚੋਂ ਖਿਸਕਦਾ ਜਾ ਰਿਹਾ ਸੀ। ਉਹ ਧੁਈਂਦਾ ਜਾ ਰਿਹਾ ਸੀ। ਪਰ ਇੱਕ ਦਿਨ ਜਦੋਂ ਲੋੜ ਪੈਣ 'ਤੇ ਉਹਨੂੰ ਪੈਸੇ ਦੇਣ ਤੋਂ ਇਨਕਾਰ ਹੋਇਆ ਤਾਂ ਉਹਦੇ ਵਿਚਲਾ ਜੱਟ ਜਾਗ ਪਿਆ। ਤੇਰੀ ਓਏ ਮੈਂ ਕੁੜੀ ਨੂੰ, ਤੂੰ ਪੁੱਛ ਕਿਉਂ? ਜ਼ਮੀਨ ਮੇਰੀ, ਜਾਇਦਾਦ ਮੇਰੀ, ਮੇਰੀ ਕਮਾਈ ਨਾਲ ਬਣੀ। ਤੂੰ ਪਹਾੜੇ ਦਾ ਟੱਟੂ। ਮੈਂ ਤੈਨੂੰ ਜੁੱਤੀਆਂ ਮਾਰ-ਮਾਰ ਕੱਢ ਦੂੰ ਇੱਥੋਂ, ਆਪਣੇ ਘਰ 'ਚੋਂ। ਪ੍ਰੀਤਮ ਸਿੰਘ ਨੂੰ ਜਦੋਂ ਸਾਲੇ ਦੀ ਚਿੱਠੀ ਗਈ ਤਾਂ ਉਸ ਫੌਜੂ ਨੂੰ 2 ਟੁੱਕ ਲਿਖਿਆ ਕਿ ਉਹ ਬੰਦਾ ਬਣ ਜਾਏ। ਜ਼ਮੀਨ 'ਚ ਉਹਦਾ ਕੋਈ ਹਿੱਸਾ ਨਹੀਂ, ਮਕਾਨਾਂ 'ਚ ਉਹਦਾ ਕੋਈ ਹਿੱਸਾ ਨਹੀਂ, ਸਭ ਕੁਝ ਲਿਖਤੀ ਤੌਰ 'ਤੇ ਉਹਨਾਂ ਦੇ ਨਾਂ ਹੈ। ਉਹ ਆਰਾਮ ਨਾਲ ਰੋਟੀ ਖਾਣੀ ਚਾਹੁੰਦਾ ਤਾਂ ਚੁੱਪ ਕਰਕੇ ਖਾਈ ਜਾਵੇ ਤੇ ਉਹ 50 ਰੁਪਏ ਮਹੀਨੇ ਦੇ ਉਹਦੇ ਪੁਤਲੇ ਖਰਚੇ ਲਈ ਭੇਜੀ ਜਾਏਗਾ। ਜੇ ਫਿਰ ਵੀ ਉਸ ਕੋਈ ਚੀਂ ਪੀਂ ਕੀਤੀ ਤਾਂ ਫਿਰ ਉਹ ਆਪਣਾ ਪੜ੍ਹਿਆ ਵਿਚਾਰ ਲਵੇ।
ਜਦੋਂ ਭਾਈ ਮਿਲਖੇ ਹੋਰਾਂ ਸਮਝਾਇਆ ਕਿ ਲੜਿਆਂ ਉਹਦਾ ਕੁਝ ਸੌਰਨਾ ਨਹੀਂ, ਵਿਗੜਨਾ ਹੀ ਹੈ, ਇਸ ਲਈ ਉਹ ਚੁੱਪ ਹੀ ਕਰ ਜਾਏ ਤਾਂ ਚੰਗਾ ਹੈ, ਤਾਂ ਫੌਜੂ ਨੂੰ ਮੂਤ ਦੀ ਝੱਗ ਵਾਂਗ ਬੈਠ ਜਾਣਾ ਪਿਆ। ਪਰ ਉਹਦੇ ਅੰਦਰੋਂ ਅਜੇ ਸ਼ਾਇਦ ਸਾਰੀਆਂ ਨੁੱਕਰਾਂ ਘਸੀਆਂ ਨਹੀਂ ਸਨ। ਭਜਨੇ ਦੇ ਨਾਂ ਲਾਈ ਜ਼ਮੀਨ ਨੂੰ ਉਹ ਅਜੇ ਵੀ ਆਪਣੀ ਜ਼ਮੀਨ ਆਖਦਾ ਤੇ ਐਵੇਂ ਲੋਕਾਂ 'ਚ ਗੱਲਾਂ ਕਰਦਾ ਰਹਿੰਦਾ। ਐਤਕੀ ਵਿਸਾਖੀ ਤੇ ਭਾਊ ਓਏ ਆਪਾਂ ਆਪ ਜ਼ਮੀਨ ਵਾਹੁਣੀ ਆ, ਕਿਸੇ ਕੰਜਰ ਨੂੰ ਨਹੀਂ ਵੜਨ ਦੇਣਾ। ਜਦੋਂ ਕਣਕਾਂ ਵੱਢੀਆਂ ਗਈਆਂ ਤਾਂ ਉਹਨੇ ਸੱਚੀ ਮੁੱਚੀ ਲਿਸ਼ਕਦੀ ਨੰਗੀ ਤਲਵਾਰ ਲਿਜਾ ਕੇ ਪੈਲੀਆਂ 'ਚ ਵਗਦੇ ਪ੍ਰੀਤਮ ਸਿੰਘ ਦੇ ਸਾਲੇ ਦੇ ਹਲ ਟੱਕ ਦਿੱਤੇ ਤੇ ਉਹਨੂੰ ਕਹਿਣ ਲੱਗਾ, ਵਿਖਾ ਤੂੰ ਲਿਖਤੀ ਤੌਰ 'ਤੇ, ਤੈਨੂੰ ਕਿਹਨੇ ਆਖਿਆ ਜ਼ਮੀਨ ਵਾਹ? ਜ਼ਮੀਨ ਮੇਰੀ, ਵਗ ਜਾ ਇੱਥੋਂ। ਤੇ ਉਹਦੇ ਸਿਰ ਤੇ ਭੂਤ ਸਵਾਰ ਹੋ ਗਿਆ। ਕੁੱਤਿਆ ਵਗ ਜਾ, ਮਾਰ ਦੂੰਗਾ ਹੀ, ਤੂੰ ਲੱਗਦਾ ਕੀ ਹੈ ਜ਼ਮੀਨ ਦਾ? ਐਤਕੀ ਇਹ ਜ਼ਮੀਨ ਨਹੀਂ ਵਗਦੀ। ਤੂੰ ਪੁੱਛ ਕਿਉਂ? ਉਹ ਇੰਝ ਰੋੜ ਮੈਦਾਨ ਹੀ ਰਹੂਗੀ ਮੇਰੇ ਵਾਂਗੂ। ਉਹ ਮਾਰਨ ਤੇ ਤੁਲਿਆ ਹੋਇਆ ਸੀ। ਦਿਨ ਚੜ੍ਹਦਿਆਂ ਪੈਲੀ ਦੀ ਵੱਟ ਤੇ ਜਾ ਕੇ ਬੈਠਦਾ ਤੇ ਸ਼ਾਮ ਪੈਂਦਿਆਂ ਉੱਠਦਾ। ਪ੍ਰੀਤਮ ਸਿੰਘ ਦੇ ਸਾਲੇ ਨੂੰ ਸਿਆਣੇ ਬੰਦਿਆਂ ਨੇ ਸਮਝਾਇਆ ਕਿ ਉਹ ਪ੍ਰੀਤਮ ਸਿੰਘ ਨੂੰ ਚਿੱਠੀ ਪਾ ਕੇ ਸੱਦੇ। ਇਹਦਾ ਦਿਮਾਗ ਠੀਕ ਨਹੀਂ ਰਿਹਾ, ਐਵੇਂ ਕੁਝ ਕਰ ਦੂ, ਉਹ ਆਵੇ ਤੇ ਇਹਦਾ ਪ੍ਰਬੰਧ ਕਰ ਜਾਵੇ। ਮਹੀਨੇ ਕੁ ਬਾਅਦ ਪ੍ਰੀਤਮ ਸਿੰਘ ਆਇਆ। ਕਾਨੂੰਨੀ ਤੌਰ 'ਤੇ ਉਹ ਆਪਣੀ ਥਾਂ ਸੱਚਾ ਸੀ, ਪਰ ਭਾਈਚਾਰੇ ਵਾਲਿਆਂ ਨੇ ਜ਼ੋਰ ਪਾਇਆ ਕਿ ਉਹਨੂੰ ਫੌਜੂ ਨੂੰ ਜ਼ਰੂਰ ਕੁਝ ਨਾ ਕੁਝ ਦੇਣਾ ਚਾਹੀਦਾ। ਉਹ 600 ਰੁਪਏ ਸਾਲ ਦਾ ਉਹਨੂੰ ਦੇਣਾ ਮੰਨਿਆ ਤੇ ਚੁੱਪ ਕਰਕੇ ਰੋਟੀ ਖਾਈ ਜਾਣ ਲਈ ਕਿਹਾ, ਨਹੀਂ ਤਾਂ ਉਹਨੂੰ ਦੂਜੀ ਤਰ੍ਹਾਂ ਵੀ ਹਟਾਉਣਾ ਹੁੰਦਾ। ਤੂੰ ਦੂਜੀ ਤਰ੍ਹਾਂ ਹਟਾ ਖਾਂ ਪਹਿਲਾਂ, ਤੂੰ ਵੱਡਾ ਹਟਾਉਣ ਵਾਲਾ। ਆ ਮੇਰੇ ਨਾਲ ਪਾ ਖਾਂ ਸਾਰੇ ਕੁਝ ਦਾ ਅਧਿਆਰਾ ਤੇ ਪੁੱਛ ਕਿਉਂ? ਅੱਧੇ ਨਿਆਣੇ ਦੇਖਾਂ ਵੰਡ ਕੇ ਮੈਨੂੰ, ਮੈਂ ਭਾਲੇ ਨਹੀਂ। ਆਖੇਗਾ ਕੋਈ ਪਰੇ ਝੂਠ ਹੈ, ਤੂੰ ਮੈਨੂੰ ਲੁੱਟ ਕੇ ਖਾ ਗਿਆ ਭੁੱਖਿਆ, ਕਿਸੇ ਵਿਲਾਇਤ ਦਿਆ ਧੋਖੇਬਾਜ਼ਾ। ਤੇ ਗੱਲ ਰੌਲੇ ਗੋਲੇ 'ਚ ਪੈ ਗਈ। ਲੋਕ ਸਮਝ ਰਹੇ ਸਨ ਕਿ ਫੌਜੂ ਦਾ ਦਿਮਾਗ ਠੀਕ ਨਹੀਂ ਰਿਹਾ। ਪ੍ਰੀਤਮ ਸਿੰਘ ਉਹਨੂੰ ਨਜ਼ਰਅੰਦਾਜ਼ ਕਰ ਦੇਵੇ, ਪਰ ਪ੍ਰੀਤਮ ਸਿੰਘ ਲੋਕਾਂ ਦੇ ਰੋਕਦਿਆਂ ਵੀ ਪੁਲਿਸ ਲੈ ਆਇਆ। 2 ਰਾਤਾਂ ਹਵਾਲਾਤ ਕੱਟ ਕੇ ਜਦੋਂ ਫੌਜੂ ਆਇਆ ਤਾਂ ਪ੍ਰੀਤਮ ਸਿੰਘ ਜਾ ਚੁੱਕਾ ਸੀ। ਹਵਾਲਾਤ ਵਿੱਚ ਰਹਿ ਕੇ ਫੌਜੂ ਦਾ ਦਿਮਾਗ ਹੀ ਠੰਡਾ ਨਹੀਂ ਸੀ ਹੋਇਆ, ਸਗੋਂ ਉਹਦੀ ਸੁਰਤ ਵੀ ਖਿੰਡਰ ਗਈ ਸੀ। ਜ਼ਿੰਦਗੀ ਵਿੱਚ ਉਹਦਾ ਮੋਹ ਉੱਕਾ ਹੀ ਖਤਮ ਹੋ ਗਿਆ ਸੀ। ਉਹ ਹਰ ਘੜੀ ਮੌਤ ਨੂੰ ਉਡੀਕਦਾ ਰਹਿੰਦਾ। ਇਹ ਫਜ਼ੂਲ ਦੀ ਜ਼ਿੰਦਗੀ ਉਹਨੂੰ ਨਹੀਂ ਸੀ ਜੀਣੀ ਚਾਹੀਦੀ, ਉਹਨੂੰ ਮਰ ਜਾਣਾ ਚਾਹੀਦਾ ਸੀ। ਉਹਦਾ ਹੁਣ ਪਿਆ ਵੀ ਕੀ ਸੀ ਇੱਥੇ ਜਿੱਥੇ ਉਹਦਾ ਆਪ ਦਾ ਭਰਾ ਉਸ ਲਈ ਪੁਲਿਸ ਲੈ ਆਇਆ ਸੀ, ਜਿੱਥੇ ਉਹਦੀ ਕੋਈ ਜੜ ਨਹੀਂ ਸੀ, ਨਾਤਾ ਨਹੀਂ ਸੀ, ਤੇ ਜਿਹੜੀ ਜ਼ਿੰਦਗੀ ਕਦੀ ਉਹਨੂੰ ਸੁਨਹਿਰੀ ਕਿਣਕਿਆਂ ਵਾਂਗ ਆਪਣੇ ਦੁਆਲੇ ਖਿਲਰੀ ਲੱਗਦੀ ਸੀ, ਜਿਨ੍ਹਾਂ ਨੂੰ ਪੋਟਿਆਂ ਨਾਲ ਚੁਣ ਕੇ ਆਪਣੀ ਝੋਲ ਭਰਦਾ ਰਿਹਾ ਸੀ, ਅੱਜ ਕੱਚ ਦੀਆਂ ਨੁਕੀਲੀਆਂ ਕੰਕਰਾਂ ਬਣ ਕੇ ਉਹਦੇ ਦੁਆਲੇ ਖਿਲਰੀ ਪਈ ਸੀ, ਜਿਸ ਨੂੰ ਚੁਣਦਿਆਂ ਉਹਦੇ ਪੋਟੇ ਜ਼ਖਮੀ ਹੋ ਗਏ ਸਨ, ਲਹੂ ਲੁਹਾਨ ਹੋਏ ਪਏ ਸਨ। ਤੇ ਉਸ ਮਰ ਜਾਣ ਦਾ ਫੈਸਲਾ ਕਰ ਲਿਆ। ਹਰ ਕਿਸੇ ਕੋਲ ਜਾ ਕੇ ਉਹ ਬੇਨਤੀ ਕਰਦਾ ਕਿ ਉਹ ਉਹਦੇ ਹੱਥੋਂ ਦਾਤਰ ਲੈ ਕੇ ਉਹਦੀ ਧੌਣ 'ਤੇ ਮਾਰੇ ਤੇ ਇੱਕੋ ਟੱਪ ਨਾਲ ਉਹਨੂੰ ਪਾਰ ਬੁਲਾਵੇ। ਇਵਜ਼ਾਨੇ ਵਜੋਂ ਉਹਨੂੰ 60 ਰੁਪਏ ਵੀ ਦੇਗਾ। ਕੋਈ ਭਲਾ ਮਾਨਸ ਜਦੋਂ ਉਹਨੂੰ ਹੋਰ ਜਿਉਣ ਦਾ ਵਰ ਦਿੰਦਾ ਤਾਂ ਉਹ ਇੱਕ ਤਰ੍ਹਾਂ ਚੀਖ ਹੀ ਉੱਠਦਾ, ਜਾ ਨਹੀਂ ਉਹ ਜਿਉਂਦਾ, ਤੂੰ ਮੇਰੀ ਲੱਤ ਭੰਨ ਲਏਗਾ, ਜਾ ਮੈਂ ਮਰਨਾ ਹੀ। ਤੂੰ ਪੁੱਛ ਕਿਉਂ? ਕੀ ਆ ਮੇਰਾ ਇੱਥੇ? ਮੈਂ ਕਿਉਂ ਜੀਵਾਂ? ਤੂੰ ਵੱਡਾ ਫੰਨੇ ਖਾਂ ਜੋ ਬਣਿਆ ਫਿਰਦਾ, ਕੀ ਬਣਾਇਆ ਹੀ ਮੇਰਾ? ਜੇ ਬਣਾ ਨਹੀਂ ਸਕਦਾ ਤਾਂ ਆਖਾਂ ਫਿਰ ਮਾਰ ਮੈਨੂੰ, ਬਣ ਬੰਦੇ ਦਾ। ਤੇ ਦਾਤਰ ਉਹਦੇ ਵੱਲ ਵਧਾ ਕੇ ਇਨਾਮ ਲੈਣ ਵਾਲਿਆਂ ਦੀ ਪੋਜੀਸ਼ਨ ਵਿੱਚ ਸਿਰ ਨਿਭਾ ਲੈਂਦਾ। ਕਈ ਵਾਰ ਜਦੋਂ ਕੋਈ ਸ਼ਰਾਰਤ ਨਾਲ ਉਹਨੂੰ ਆਖਦਾ, ਉਹ ਫੌਜਿਆ ਤੂੰ ਮਰਿਆ ਨਹੀਂ ਅਜੇ? ਹੱਦ ਹੋ ਗਈ, ਕਦੋਂ ਮਰਨਾ ਈ? ਤਾਂ ਉਹ ਅੱਗੋਂ ਹੱਸ ਕੇ ਆਖ ਦਿੰਦਾ, ਉਹ ਭਰਾਵਾ ਗੱਲ ਹੀ ਨਹੀਂ ਬਣੀ ਅਜੇ, ਸ਼ਾਇਦ ਆ ਜੇ ਗੇੜ ਸੂਤ 1-2 ਦਿਨਾਂ 'ਚ। ਤੇ ਫਿਰ ਹੌਕਾ ਭਰ ਕੇ ਆਖਦਾ, ਹੇ ਰੱਬਾ ਤੂੰ ਬੜਾ ਲਾਪਰਵਾਹ ਹੈ। ਉਹਦੇ ਵਾਲ ਉਹਦੀ ਮੈਲੀ ਪੱਗ ਦੇ ਪੇਚਾਂ ਵਿੱਚੋਂ ਬਾਹਰ ਨਿਕਲੇ ਹੁੰਦੇ, ਉਹਦੇ ਕੱਪੜੇ ਪਾਟੇ ਹੁੰਦੇ। ਕਈ ਵਾਰ ਜਦੋਂ ਸਕੂਲ ਦੇ ਮਾਸਟਰਾਂ ਕੋਲ ਜਾ ਖਲੋਂਦਾ ਤਾਂ ਉਹਦੇ ਤੋਂ ਨਿਆਣੇ ਡਰਨ ਲੱਗ ਜਾਂਦੇ, ਪਰ ਉਹ ਉੱਥੇ ਜਾ ਕੇ ਪੰਗਰ ਪੈਂਦਾ ਜਿੱਥੇ ਦਰਸ਼ੂ ਹੋਰੀ ਪੜ੍ਹਦੇ ਰਹੇ ਸਨ, ਜਿੱਥੇ ਉਹਦਾ ਨਿੱਕਾ ਭਜਨਾ ਪੜ੍ਹਦਾ ਰਿਹਾ ਸੀ, ਤੇ ਉਹਦਾ ਦਿਲ ਕੀਤਾ ਉੱਥੇ ਹੀ ਮਰ ਜਾਵੇ। ਤੇ ਉਸ ਮਾਸਟਰ ਵੱਲ ਦਾਤਰ ਵਧਾਇਆ। ਇੱਕ ਤਰਲੇ ਨਾਲ ਮਾਸਟਰ ਨੇ ਟਾਲਣ ਲਈ ਕਹਿ ਦਿੱਤਾ, ਮਰਨ ਤੋਂ ਪਹਿਲੇ ਉਹਦੇ ਗਲ ਲੱਗ ਕੇ ਮਰ ਜਿਹਨੇ ਤੇਰੇ ਨਾਲ ਧੋਖਾ ਕੀਤਾ। ਠੀਕ ਆ। ਤੇ ਉਹਨੇ ਫਿਰ ਪ੍ਰੀਤਮ ਸਿੰਘ ਦੇ ਸਾਲੇ ਨੂੰ ਜਾ ਸੁਣਾਇਆ, ਮਰ ਤਾਂ ਮੈਂ ਜਾਣਾ, ਪਰ ਕਿਸੇ ਦੇ ਗਲ ਲੱਗ ਕੇ ਮਰੂ। ਐਤਕੀ ਫੇਰ ਨਹੀਂ ਵੜਨ ਦੇਣਾ ਮੈਂ ਜ਼ਮੀਨ 'ਚ ਕਿਸੇ ਨੂੰ, ਜਿੰਨਾ ਚਿਰ ਮੇਰਾ ਮਾਮਲਾ ਨਾ ਤਰਿਆ। ਆਪਣੇ ਹਿੱਸੇ ਦੀ ਜ਼ਮੀਨ ਮੈਂ ਆਪ ਦਊਂ ਠੇਕੇ 'ਤੇ,
ਨਹੀਂ ਤਾਂ ਫੈਸਲੇ ਸਿਰਾਂ ਨਾਲ ਹੋਣਗੇ। ਇਹ ਤੋਂ ਮਹੀਨਾ ਕੁ ਬਾਅਦ ਜਦੋਂ ਕਣਕਾਂ ਪੱਕ ਗਈਆਂ ਸਨ, ਵਿਸਾਖੀ ਦਾ ਮੇਲਾ ਸਿਰ 'ਤੇ ਸੀ। ਫੌਜੂ ਦੇ ਨਾਂ ਇੱਕ ਚਿੱਠੀ ਵਲੈਤੋਂ ਆਈ। ਚਿੱਠੀ ਭਜਨੇ ਦੀ ਸੀ। ਉਸ ਲਿਖਿਆ ਸੀ, ਫੌਜੂ ਨੇ ਉਹਦੇ ਮਾਮੇ ਦੀ ਵਾਹੀ ਵਿੱਚ ਜੇ ਕਿਸੇ ਕਿਸਮ ਦੀ ਰੁਕਾਵਟ ਪਾਈ ਤਾਂ ਉਹਦੇ ਨਾਲ ਆਪ ਆ ਕੇ ਨਜਿੱਠੇਗਾ। ਇਸੇ ਲਈ ਐਤਕੀ ਉਹਦੇ ਨਾਲ 2 ਹੱਥ ਕਰਨ ਉਹ ਆਪ ਹੀ ਆ ਰਿਹਾ ਸੀ। ਉਹ ਲਿਖਿਆ ਸੀ, ਹੁਣ ਉਹ ਪੁਲਿਸ ਕੋਲ ਨਹੀਂ ਜਾਣ ਲੱਗੇ। ਫੌਜੂ ਵਰਗੇ ਨਥਾਵਿਆਂ ਨਾਲ ਨਿਪਟਣ ਜੋਗੀ ਉਸ ਕੋਲ ਤਾਕਤ ਸੀ। ਜਦੋਂ ਫੌਜੀ ਨੇ ਚਿੱਠੀ ਸੁਣੀ ਤਾਂ ਉਹਦੀਆਂ ਅੱਖਾਂ 'ਚ ਪਾਣੀ ਉਤਰ ਆਇਆ। ਅੱਛਾ ਪੁੱਤਰਾ, ਜਿੱਥੇ ਉਹਦਾ ਭਜਨਾ ਵੀ ਉਹਦੇ ਨਾਲ 2 ਹੱਥ ਕਰਨਾ ਚਾਹੁੰਦਾ ਸੀ, ਉੱਥੇ ਉਹਨੂੰ ਮਾਰੀ ਜਾਣਾ ਚਾਹੀਦਾ ਸੀ, ਤੇ ਇਸ ਲਈ ਕਿਸੇ ਅੱਗੇ ਮਾਰਨ ਦੇ ਤਰਲੇ ਪਾਉਣ ਦੀ ਲੋੜ ਨਹੀਂ ਸੀ। ਅਗਲੇ ਦਿਨ ਢਾਬ ਦੇ ਕੰਢੇ ਉੱਚੀ ਰੋੜੀ ਤੇ ਵਿਸਾਖੀ ਦਾ ਮੇਲਾ ਭਰਿਆ ਹੋਇਆ ਸੀ। ਉਹਨੇ ਭੀੜ 'ਚੋਂ 1-2 ਨੂੰ ਆਪਣੇ ਆਪ ਨੂੰ ਮਾਰ ਦੇਣ ਲਈ ਕਿਹਾ। ਕੋਈ ਹੱਸ ਕੇ ਕਹਿਣ ਲੱਗਾ, ਸਾਹਮਣੇ ਕਿੱਡੀ ਵੱਡੀ ਤੇ ਡੂੰਘੀ ਢਾਬ ਪਈ ਹੈ, ਤੇਰੇ ਡੁੱਬ ਮਰਨ ਲਈ, ਜਾ ਡੁੱਬ ਜਾ। ਤੇ ਗੱਲ ਜਿਵੇਂ ਉਹਦੇ ਮਨ ਲੱਗ ਗਈ। ਉਹ ਕੰਢੇ ਤੇ ਖਲੋ ਕੇ ਭੀੜ ਵਾਲੇ ਪਾਸੇ ਮੂੰਹ ਕਰਕੇ ਆਖਰੀ ਫਤਿਹ ਬੁਲਾਈ ਤੇ ਫਿਰ ਹੌਲੀ-ਹੌਲੀ ਢਾਬ ਵਿਚਲੇ ਡੂੰਘੇ ਪਾਣੀ ਵੱਲ ਤੁਰ ਪਿਆ। ਕੁਝ ਲੋਕਾਂ ਅਣਗੌਲਿਆ ਕਰ ਦਿੱਤਾ, ਕੁਝ ਲੋਕ ਵੇਖਣ ਲੱਗ ਕੇ ਡੂੰਘੇ ਪਾਣੀ ਨੂੰ ਤੁਰਿਆ ਜਾ ਰਿਹਾ ਸੀ। ਪਿੰਜਣੀਆਂ ਤੱਕ, ਪੱਟਾਂ ਤੱਕ, ਛਾਤੀ ਤੱਕ ਪਾਣੀ ਆਉਂਦਿਆਂ ਸਾਰੇ ਸੋਚ ਰਹੇ ਸਨ ਕਿ ਹੁਣੇ ਵਾਪਸ ਮੁੜ ਪਏਗਾ। ਭੀੜ ਸ਼ੁਗਲ ਵੇਖਣ ਵਾਸਤੇ ਉੱਲਰ ਪਈ, ਪਰ ਉਹ ਨਾ ਮੁੜਿਆ। ਪਾਣੀ ਉਹਦੇ ਗਲ-ਗਲ ਆ ਗਿਆ ਸੀ ਤੇ ਅੱਗੇ ਤਾਂ ਡੂੰਘੀ ਢਾਬ ਸੀ, ਜਿੱਥੇ 2-2 ਬੰਦੇ ਪਾਣੀ ਡੂੰਘਾ ਸੀ, ਤੇ ਲੋਕਾਂ ਵੇਖਿਆ ਪਾਣੀ ਉਹਦੀ ਠੋਡੀ ਨੂੰ ਤੇ ਫਿਰ ਨੱਕ ਨੂੰ ਛੂਹਣ ਲੱਗਾ ਸੀ। ਦੂਜੇ ਪਲ ਸਾਰਿਆਂ ਵੇਖਿਆ, ਫੌਜੂ ਦਾ ਸਿਰ ਪਾਣੀ ਦੇ ਹੇਠਾਂ ਲੁਕ ਗਿਆ ਸੀ। ਢਾਬ ਦਾ ਪਾਣੀ ਜਿਵੇਂ ਬੁਰਕੀ ਸੰਘੂ ਹੇਠਾਂ ਕਰਕੇ ਸ਼ਾਂਤ ਹੋ ਕੇ ਖਲੋ ਗਿਆ ਸੀ। ਭੀੜ ਜਿਵੇਂ ਪੱਥਰ ਬਣ ਗਈ। ਇਹ ਹਾਸੇ ਵਿੱਚ ਹੀ ਕੀ ਹੋ ਗਿਆ ਸੀ? ਬੰਦਾ ਉਹਨਾਂ ਦੇ ਸਾਹਮਣੇ ਡੁੱਬ ਕੇ ਮਰ ਚੱਲਿਆ ਸੀ। ਉਹਨਾਂ ਦਾ ਹੇਠਲਾ ਸਾਹ ਹੇਠਾਂ ਤੇ ਉਤਲਾ ਸਾਹ ਉਤਾਂ ਰਹਿ ਗਿਆ ਸੀ। ਅਜੇ ਉਹ ਕੀ ਕਰੀਏ ਕੀ ਨਾ ਕਰੀਏ ਦੇ ਸ਼ਸ਼ੋਪੰਜ 'ਚ ਹੀ ਪਏ ਹੋਏ ਸਨ ਕਿ ਉਹਨਾਂ ਵੇਖਿਆ ਫੌਜੂ ਦਾ ਸਿਰ ਪਾਣੀ ਤੋਂ ਬਾਹਰ ਆਇਆ ਤੇ ਦੂਜੇ ਛਿਣ ਉਹਨੇ ਤਰਨਾ ਸ਼ੁਰੂ ਕਰ ਦਿੱਤਾ। ਸੁੰਨ ਹੋਏ ਲੋਕਾਂ ਦੇ ਬੁੱਲ੍ਹਾਂ ਤੋਂ ਇੱਕਦਮ ਹਾਸਾ ਫੁੱਟ ਪਿਆ। ਹੌਲੀ-ਹੌਲੀ ਤਰਦਾ ਫੌਜੂ ਉਹਨਾਂ ਵੱਲ ਆਉਣ ਲੱਗਾ ਤੇ ਜਦੋਂ ਹੱਸਦੀ ਭੀੜ ਵਿੱਚ ਨੁੱਚੜਦਿਆਂ ਕੱਪੜਿਆਂ ਸਮੇਤ ਆ ਖਲੋਤਾ ਤਾਂ ਕਿਸੇ ਨੇ ਕਿਹਾ, ਕੀ ਗੱਲ, ਇਰਾਦਾ ਬਦਲ ਗਿਆ ਸੀ? ਫੌਜੂ ਪੂਰਾ ਗੈਰ ਗੰਭੀਰ ਸੀ। ਉਹਦੇ ਤੇ ਜਿਵੇਂ ਪਾਗਲਪਨ ਦਾ ਕੋਈ ਨਿਸ਼ਾਨ ਹੀ ਨਹੀਂ ਸੀ। ਉਹਨੇ ਗਿੱਲੀ ਜੇਬ ਵਿੱਚ ਹੱਥ ਪਾਉਂਦਿਆਂ ਹੌਲੀ ਜਿਹੀ ਕਿਹਾ, ਮੈਂ ਪਾਣੀ ਹੇਠਾਂ ਜਾ ਕੇ ਸੋਚਿਆ, ਮਨਾ ਮਰ ਤੇ ਜਾਣਾ ਹੀ ਆ, ਜ਼ਿੰਦਗੀ 'ਚ ਕੀ ਧਰਿਆ ਪਿਆ? ਤੇ ਉਸ ਜੇਬ ਵਿੱਚੋਂ ਕਾਗਜ਼ ਦਾ ਪਾਣੀ ਨਾਲ ਗਿੱਲਾ ਹੋਇਆ ਟੁਕੜਾ ਕੱਢ ਕੇ ਮੁੱਠ ਵਿੱਚ ਘੁੱਟ ਲਿਆ। ਭਜਨੇ ਦੀ ਚਿੱਠੀ ਆਈ ਸੀ। ਉਸ ਲਿਖਿਆ ਸੀ, ਮੈਂ ਆਉਣਾ। ਮੈਂ ਸੋਚਿਆ ਮਰਨ ਤੋਂ ਪਹਿਲਾਂ ਉਹਦਾ ਸਹੁਰੇ ਦਾ ਇੱਕ ਵਾਰੀ ਮੂੰਹ ਹੀ ਵੇਖ ਜਾ। ਮਨਾ ਮਰ ਤੇ ਜਾਣਾ ਹੀ ਆ। ਧੰਨਵਾਦ।